ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਹੁਣ ਜਿਹੜੇ ਪੰਜਾਬੀ ਰੇਡੀਓ USA ਦੇ ਜਿਹੜੇ ਸਾਰੇ ਸਰੋਤੇ ਸੁਣ ਰਹੇ ਆ ਇਸ ਟਾਈਮ AM FM ਰੇਡੀਓ ਸਟੇਸ਼ਨ 'ਤੇ ਘਰਾਂ ਦੇ ਰੇਡੀਓ ਸੈੱਟ 'ਤੇ ਅਤੇ ਫੇਸਬੁੱਕ ਤੇ YouTube 'ਤੇ ਦੇਖ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਸਾਡੇ ਨਾਲ ਅਟਰਨੀ ਜੇ ਟਰਕਿਆਨ ਜੁੜ ਚੁੱਕੇ ਨੇ। ਹਾਂਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਸਾਰਿਆਂ ਨੂੰ ਜਿੱਦਾਂ ਪਤਾ ਜਿਹੜਾ ਅੱਜ ਦਾ ਪ੍ਰੋਗਰਾਮ ਸ਼ਨੀਵਾਰ ਦਾ ਪ੍ਰੋਗਰਾਮ ਹੁੰਦਾ ਆ ਇਮੀਗ੍ਰੇਸ਼ਨ ਦੇ ਬਾਰੇ। ਸੋ ਇਹਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਅਤੇ ਕਾਨੂੰਨ ਦੇ ਬਾਰੇ ਗੱਲ ਕਰੂੰਗੇ। ਸੋ ਅੱਜ ਦਾ ਪ੍ਰੋਗਰਾਮ ਜੇ ਟਰਕਿਆਨ ਜੀ ਤੁਸੀਂ ਅੱਜ ਇੱਕ ਸਪੈਸ਼ਲ ਟਾਪਿਕ ਲੈ ਕੇ ਆ ਰਹੇ ਆ ਜਿਹੜੇ ਤੁਹਾਡੇ ਸਾਰੇ ਕਾਫੀ ਐਕਸਪੀਰੀਅੰਸ ਹੈਗਾ ਹੈ ਇਮੀਗ੍ਰੇਸ਼ਨ ਦੇ ਵਿੱਚ ਅਤੇ ਕਾਫੀ ਕਲਾਇੰਟਸ ਵੀ ਪੁੱਛਦੇ ਹੋਣੇ। ਸੋ ਅੱਜ ਦਾ ਵਿਸ਼ਾ ਕਿਹੜਾ ਲੈ ਕੇ ਆ ਰਹੇ ਆ ਜੀ? ਅੱਜ ਹੀ ਆਪਾਂ ਮੈਰਿਜ ਬੇਸ ਗ੍ਰੀਨ ਕਾਰਡ ਬਾਰੇ ਗੱਲ ਕਰਾਂਗੇ। ਜੀ ਸਪੈਸ਼ਲੀ US ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰ ਹੈ ਉਹ ਜਦੋਂ ਵਿਆਹ ਕਰਾਉਂਦੇ ਨੇ ਅਤੇ ਉਹਨਾਂ ਜੀ ਦੇ ਜਿਹੜੇ ਸਪਾਊਸ ਹੈ ਉਹਨਾਂ ਨੂੰ ਕੀ ਆਪਸ਼ਨਸ ਅਵੇਲੇਬਲ ਆ। ਜੀ ਸੋ ਇਹ ਬਹੁਤ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਕਾਮਨ ਕੁਐਸਚਨ ਹੁੰਦਾ ਆ। ਸੋ ਇੱਦਾਂ ਸ਼ੁਰੂ ਕਰਦੇ ਫਿਰ ਜੇ ਤੁਸੀਂ ਗ੍ਰੀਨ ਕਾਰਡ ਲੈਣਾ ਚਾਹੁੰਦੇ ਆ ਵਿਆਹ ਦੇ ਥਰੂ ਕਿੱਦਾਂ ਮਿਲਦਾ ਹੈ, ਕੀ ਪ੍ਰੋਸੈਸ ਜੀ, ਆ? ਸਭ ਤੋਂ ਪਹਿਲਾਂ ਤਾਂ ਜੀ ਜਿਹੜਾ US ਸਿਟੀਜ਼ਨ ਜਦੋਂ ਆਪਣੇ ਸਪਾਊਸ ਲਈ ਸਪਾਂਸਰ ਕਰਦਾ ਹੈ ਜੀ ਉਹਨੂੰ ਸਿੱਧੇ ਸਿੱਧੇ ਇਮੀਡੀਏਟ ਰਿਲੇਟਿਵ ਦੇ ਥੱਲੇ ਕੋਈ ਵੀ ਵੇਟ ਟਾਈਮ ਨਹੀਂ ਹੁੰਦੀ, ਉਹ ਸਿੱਧੇ ਡਾਇਰੈਕਟਲੀ ਸਪਾਂਸਰ ਕਰ ਸਕਦਾ ਹੈ। ਜਿਹੜਾ ਪ੍ਰੋਸੈਸਿੰਗ ਟਾਈਮ ਲੱਗਦਾ ਬਸ ਉਹੀ ਲੱਗਦਾ ਹੈ। ਜੀ ਅਤੇ US ਸਿਟੀਜ਼ਨ ਜਦੋਂ ਸਪਾਂਸਰ ਕਰਦਾ ਹੈ ਉਹਦੇ ਕੋਲ ਦੋ ਆਪਸ਼ਨਸ ਹੁੰਦੀਆਂ। ਜੇ ਤਾਂ ਉਹਦਾ ਸਪਾਊਸ US ਦੇ ਵਿੱਚ ਆਲਰੇਡੀ ਹੈਗਾ, ਲੀਗਲ ਸਟੇਟਸ 'ਤੇ ਆਇਆ ਸੀਗਾ ਜੀ ਅਤੇ ਰਿਮੂਵਲ ਡਿਪੋਰਟੇਸ਼ਨ ਪ੍ਰੋਸੀਡਿੰਗਸ ਵਗੈਰਾ ਦੇ ਵਿੱਚ ਨਹੀਂ ਹੈ ਅਤੇ ਜਾਂ ਕੋਈ ਵੀ ਡਿਪੋਰਟੇਸ਼ਨ ਦਾ ਆਰਡਰ ਨਹੀਂ ਲੱਗਿਆ ਅਤੇ ਉਹ ਇੱਥੇ US ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਨੇ, ਜਿਹਦੇ ਥਰੂ ਉਹਨਾਂ ਨੂੰ ਸਿੱਧੇ ਗ੍ਰੀਨ ਕਾਰਡ ਮਿਲ ਜਾਂਦਾ ਹੈ। ਜੇ ਜੀ US ਸਿਟੀਜ਼ਨ ਦਾ ਸਪਾਊਸ ਬਾਹਰ ਓਵਰਸੀਜ਼ ਇੰਡੀਆ ਦੇ ਵਿੱਚ ਜਾਂ ਕਿਤੇ ਹੋਰ ਵੇਟ ਕਰ ਰਿਹਾ ਹੈ ਅਤੇ ਫਿਰ ਉਹ ਕੌਂਸਲਰ ਪ੍ਰੋਸੈਸਿੰਗ ਦੇ ਥਰੂ ਜਾਂਦੇ ਨੇ। ਪਹਿਲਾਂ ਉਹ ਇੱਥੇ ਪ੍ਰੋਸੈਸ ਫਾਈਲ ਕਰਦੇ ਨੇ, ਜਦੋਂ ਉੱਥੇ ਉਹਨਾਂ ਦੀ ਪਟੀਸ਼ਨ ਅਪਰੂਵ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕੌਂਸਲੇਟ ਹੈ ਉਹ NVC ਦੇ ਉਸ ਤੋਂ ਬਾਅਦ USCIS NVC ਦੇ ਥਰੂ ਕੌਂਸਲੇਟ ਨੂੰ ਪੇਪਰ ਵਰਕ ਫਾਰਵਰਡ ਕਰ ਦਿੰਦੇ ਨੇ ਅਤੇ ਉੱਥੇ ਜਾ ਕੇ ਉਹ ਇਮੀਗਰੈਂਟ ਵੀਜ਼ਾ ਲਵਾ ਕੇ US ਆ ਸਕਦੇ ਨੇ। ਅਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ ਜਿਹੜਾ ਗ੍ਰੀਨ ਕਾਰਡ ਹੋਲਡਰ ਜਦੋਂ ਵਿਆਹ ਕਰਦਾ ਕਿਸੇ ਦੇ ਨਾਲ ਅਤੇ ਜੇ ਉਹਦਾ ਸਪਾਊਸ US ਦੇ ਵਿੱਚ ਹੈਗਾ ਅਤੇ ਉਹਦੀ ਇਹ ਰਿਕੁਆਇਰਮੈਂਟ ਹੁੰਦੀ ਹੈ ਕਿ ਇੱਕ ਤਾਂ ਬੰਦਾ ਪੱਕੇ ਤਰੀਕੇ 'ਤੇ US ਆਉਣਾ ਚਾਹੀਦਾ। ਦੂਸਰਾ ਇਹ ਹੈ ਕਿ ਐਟ ਦਾ ਟਾਈਮ ਆਫ ਫਾਈਲਿੰਗ ਜਿਹੜਾ ਗ੍ਰੀਨ ਕਾਰਡ ਹੋਲਡਰ ਦਾ ਸਪਾਊਸ ਹੈ ਉਹਨੂੰ ਕੋਈ ਨਾ ਕੋਈ ਸਟੇਟਸ ਦੇ ਵਿੱਚ ਹੋਣਾ ਚਾਹੀਦਾ। ਉਹ ਕੱਚੇ ਬੰਦੇ ਨੂੰ ਗ੍ਰੀਨ ਕਾਰਡ ਹੋਲਡਰ ਪੱਕਾ ਨਹੀਂ ਕਰਾ ਸਕਦਾ। ਸੋ ਐਡਜਸਟਮੈਂਟ ਆਫ ਸਟੇਟਸ ਪੋਸੀਬਲ ਹੈ, ਸਟੇਟਸ ਮੇਨਟੇਨ ਕਰਨ ਦੀ ਲਿਮਿਟੇਸ਼ਨ ਹੈ। ਸਿਟੀਜ਼ਨ ਦੇ ਕੇਸ ਦੇ ਵਿੱਚ ਉਹ ਕੱਚੇ ਬੰਦੇ ਨੂੰ ਵੀ ਪੱਕਾ ਕਰਾ ਸਕਦੇ ਨੇ ਪ੍ਰੋਵਾਈਡਡ ਬੰਦਾ ਲੀਗਲੀ ਆਇਆ ਹੋਵੇ। ਅਤੇ ਦੂਸਰੀ ਆਪਸ਼ਨ ਗ੍ਰੀਨ ਕਾਰਡ ਹੋਲਡਰਾਂ ਕੋਈ ਇਹ ਆ ਜਾਂਦੀ ਹੈ ਕਿ ਜੇ ਸਪਾਊਸ ਉਹਨਾਂ ਦਾ ਬਾਹਰ ਵੇਟ ਕਰ ਰਿਹਾ ਅਤੇ ਸੇਮ ਉਹ ਪਹਿਲਾਂ ਇੱਥੇ ਪਟੀਸ਼ਨ ਕਰਕੇ ਫਿਰ ਜਦੋਂ ਕੇਸ ਅਪਰੂਵ ਹੋ ਜਾਂਦਾ ਹੈ NVC ਦੇ ਥਰੂ ਕੌਂਸਲੇਟ ਕੋ ਜਾਂਦਾ ਹੈ, ਜੀ ਉੱਥੇ ਜਾ ਕੇ ਵੀਜ਼ਾ ਸਟੈਂਪ ਲਵਾ ਕੇ US ਦੇ ਵਿੱਚ ਆ ਸਕਦੇ ਨੇ। ਜੀ ਸੋ ਇਹ ਜਿਹੜੇ ਪ੍ਰੋਸੈਸ ਦੇ ਵਿੱਚ ਕੋਈ ਕੀ ਫਰਕ ਆ ਵੀ ਟਾਈਮ ਫਰੇਮ ਦੇ ਵਿੱਚ ਵੀ ਕਿੰਨਾ ਚਿਰ ਲੱਗ ਸਕਦਾ ਜੇ ਕੋਈ US ਦੇ ਵਿੱਚ ਆ ਜਾਂ ਕੋਈ ਜਿੱਦਾਂ ਤੁਸੀਂ ਕਹਿ ਰਹੇ ਹੋ ਓਵਰਸੀਜ਼ ਦੇ ਥਰੂ ਕਰ ਰਿਹਾ? ਜੀ, ਐਡਜਸਟਮੈਂਟ ਆਫ ਸਟੇਟਸ ਜਦੋਂ ਮੰਨ ਲਓ ਜਿਹਨਾਂ ਦੇ ਲਈ ਵੀ ਪੋਸੀਬਲ ਹੈ ਉਹ ਜਦੋਂ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਨੇ, ਤੁਸੀਂ ਪਹਿਲਾਂ I-130 ਫਾਈਲ ਕਰਦੇ ਹੋ, ਨਾਲ ਉਹਦੇ ਤੁਸੀਂ 485 ਜਿਹਨੂੰ ਐਡਜਸਟਮੈਂਟ ਆਫ ਸਟੇਟਸ ਕਿਹਾ ਜਾਂਦਾ ਉਹ ਫਾਈਲ ਕਰਦੇ ਹੋ ਅਤੇ 485 ਦੇ ਨਾਲ ਹੀ ਤੁਹਾਨੂੰ ਜੇ ਤੁਸੀਂ 485 ਫਾਈਲ ਕਰਦੇ ਹੋ 485 ਦੇ ਕਾਰਨ ਤੁਹਾਨੂੰ ਵਰਕ ਪਰਮਿਟ ਅਤੇ ਟਰੈਵਲ ਡਾਕੂਮੈਂਟ ਫਾਈਲ ਕਰਨ ਦੀ ਵੀ ਆਪਸ਼ਨ ਮਿਲ ਜਾਂਦੀ ਹੈ। ਸੋ ਜੀ ਔਨ ਐਵਰੇਜ ਜਿਹੜਾ 485 ਦਾ ਪ੍ਰੋਸੈਸਿੰਗ ਟਾਈਮ ਹੈ ਕੋਵਿਡ ਦੇ ਵਿੱਚ ਆਪਾਂ ਦੇਖਦੇ ਹਾਂ ਕਿ 1.5 ਤੋਂ 2 ਸਾਲ ਲੱਗਦੇ ਨੇ ਇਹਨੂੰ ਔਨ ਐਵਰੇਜ। ਜੀ ਅਤੇ ਫਿਰ ਜੇ ਆਪਾਂ ਕੌਂਸਲਰ ਪ੍ਰੋਸੈਸਿੰਗ ਦੀ ਗੱਲ ਕਰੀਏ ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗ ਸਕਦਾ ਹੈ। ਉਹਦਾ ਰੀਜ਼ਨ ਇਹ ਹੈ ਕਿ ਪਹਿਲਾਂ ਤੁਹਾਡਾ ਇੱਥੇ ਕੇਸ ਅਪਰੂਵ ਹੁੰਦਾ ਹੈ, ਫਿਰ NVC ਦੇ ਕੋਲ ਜਾਂਦਾ ਹੈ, NVC ਫਿਰ 2-4 ਮਹੀਨੇ ਲਾ ਕੇ ਆਪਣੇ ਕੋਲ ਕੇਸ ਅੱਗੇ ਕੌਂਸਲੇਟ ਨੂੰ ਭੇਜਦੀ ਹੈ ਅਤੇ ਕੌਂਸਲੇਟ ਦੇ ਅੱਗੇ ਕਾਫੀ ਜ਼ਿਆਦਾ ਵੇਟ ਟਾਈਮ ਵਧਿਆ ਹੋਇਆ। ਸਪੈਸ਼ਲੀ ਜਿਹੜੇ ਆਪਾਂ ਦੇਖੇ ਸੀਗੇ ਕਿ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਨੂੰ ਤਾਂ ਉਹਨਾਂ ਨੇ ਕੋਈ ਵੀ ਇੰਟਰਵਿਊ ਵੀ ਨਹੀਂ ਸ਼ੈਡਿਊਲ ਕੀਤੀ, ਜੀ ਸਿਟੀਜ਼ਨ ਨੂੰ ਫਿਰ ਉਹਨਾਂ ਨੇ ਥੋੜ੍ਹੀ ਜਿਹੀ ਪਹਿਲ ਦਿੱਤੀ ਸੀਗੀ। ਸੋ ਜੀ ਕੌਂਸਲਰ ਪ੍ਰੋਸੈਸਿੰਗ ਦਾ ਜਿਹੜਾ ਟਾਈਮ ਹੈ ਔਨ ਐਵਰੇਜ ਕਰੋਨਾ ਦੇ ਵਿੱਚ ਪ੍ਰੈਡਿਕਟ ਕਰਨਾ ਮੁਸ਼ਕਿਲ ਹੈਗਾ। ਮੇਰੇ ਹਿਸਾਬ ਨਾਲ ਇਹਦੇ ਹੁਣ 2 ਤੋਂ 2.5 ਸਾਲ ਔਨ ਐਵਰੇਜ ਲੱਗ ਸਕਦੇ ਨੇ। ਜੀ ਠੀਕ ਹੈ ਜੀ। ਸੋ ਅਤੇ ਜੇ ਕੋਈ ਜਿਹੜਾ ਬੰਦਾ ਜੇ ਇਲੀਗਲੀ ਆਇਆ ਹੋਵੇ ਅਤੇ ਉਹ ਕਰਨਾ ਚਾਹੁੰਦੇ ਆ ਗ੍ਰੀਨ ਕਾਰਡ ਲਈ ਫਾਈਲ ਮੈਰਿਜ ਦੇ ਥਰੂ? ਜੀ, ਜੇ ਕਿਸੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਐਂਟਰੀ ਮਾਰੀ ਆ, ਇਲੀਗਲ ਹਾਂਜੀ ਤਰੀਕੇ ਨਾਲ ਆਇਆ, ਹੁਣ ਉਹਦੇ ਵਿੱਚ ਕੀ ਆ ਜਾਂਦਾ ਕਿ ਇੱਕ ਤਾਂ ਬੰਦਾ ਸਿੱਧਾ ਹੀ ਲੰਘਿਆ ਆ। ਜੀ ਆਪਾਂ ਗੱਲ ਕਰਾਂਗੇ 2-3 ਸਿਨੈਰੀਓ ਦੀ ਆਪਾਂ ਗੱਲ ਕਰਾਂਗੇ ਜਿਹੜੇ ਸਾਡੀ ਕਮਿਊਨਿਟੀ ਲਈ ਕਾਫੀ ਕਾਮਨ ਨੇ। ਜੀ ਇੱਕ ਤਾਂ ਬੰਦਾ ਹੋ ਗਿਆ ਜਿਹੜਾ ਸਿੱਧੇ ਲੰਘਿਆ ਆ, ਫੜਿਆ ਨਹੀਂ ਗਿਆ, ਜਿਹਨੇ ਅਸਾਲਮ ਨਹੀਂ ਲਾਇਆ, ਕਦੀ ਕੋਰਟ ਦੇ ਮੂਹਰੇ ਨਹੀਂ ਗਿਆ, ਕੋਈ ਰਿਮੂਵਲ ਆਰਡਰ ਨਹੀਂ ਲੱਗਿਆ, ਬਸ ਕੱਚਾ ਬੰਦਾ ਸੀਗਾ ਅਤੇ ਇੱਥੇ ਰਹਿ ਰਿਹਾ। ਜੀ ਉਹਨੇ ਕੀ ਕਰਨਾ ਕਿ ਪਹਿਲਾਂ ਤੁਸੀਂ I-130 ਇਮੀਗਰੈਂਟ ਪਟੀਸ਼ਨ ਫਾਈਲ ਕਰਨੀ ਹੈ ਆਪਣੀ। ਜਦੋਂ ਤੁਹਾਡੀ I-130 ਪਟੀਸ਼ਨ ਅਪਰੂਵ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਜਿਹੜੀ NVC ਦੀ ਫੀਸ ਦੇ ਕੇ ਫੀਸ ਉਤਾਰਨ ਤੋਂ ਬਾਅਦ ਇੱਕ ਐਕਸਟਰੀਮ ਹਾਰਡਸ਼ਿਪ ਵੇਵਰ ਹੁੰਦਾ ਉਹ ਫਾਈਲ ਕਰਦੇ ਆ, ਉਹਨੂੰ 601A ਵੇਵਰ ਕਹਿੰਦੇ ਨੇ।
ਅੱਛਾ ਜੀ। ਇਹ ਜਿਹੜਾ ਵੇਵਰ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਲੰਬਾ ਚੌੜਾ ਕੇਸ ਬਣਾਉਣਾ ਪੈਂਦਾ ਹੈ ਕਿ ਤੁਹਾਡੇ ਵਿਆਹ ਨੂੰ ਕਿੰਨੀ ਦੇਰ ਹੋਈ ਹੈ, ਤੁਸੀਂ ਕਿੱਦਾਂ ਇੱਕ ਦੂਜੇ 'ਤੇ ਡਿਪੈਂਡੈਂਟ ਹੋ। ਤੁਹਾਨੂੰ ਇਹ ਦੱਸਣਾ ਪਊਗਾ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਉਹ ਜਾਂ US ਸਿਟੀਜ਼ਨ ਹੈ, ਉਹ ਤੁਹਾਡੇ ਨਾਲ ਬਾਹਰ ਜਾ ਕੇ ਕਿਉਂ ਨਹੀਂ ਰਹਿ ਸਕਦਾ, ਰੀਲੋਕੇਟ ਕਿਉਂ ਨਹੀਂ ਕਰ ਸਕਦਾ ਤੁਹਾਡੀ ਕੰਟਰੀ ਦੇ ਵਿੱਚ, ਕੀ ਪ੍ਰੋਬਲਮ ਹੈ, ਕੋਈ ਕ੍ਰਾਈਮ ਦੀ ਪ੍ਰੋਬਲਮ ਹੈ, ਕੋਈ ਮੈਡੀਕਲ ਇਸ਼ੂਜ਼ ਨੇ, ਹੈਲਥ ਇੰਸ਼ੋਰੈਂਸ ਦੀ ਪ੍ਰੋਬਲਮ ਹੈ, ਕੋਈ ਇੱਦਾਂ ਦਾ ਕਿ ਤੁਹਾਡੇ ਕੋਲ ਕੋਈ ਡਿਗਰੀ ਵਗੈਰਾ ਨਹੀਂ ਹੈਗੀ, ਤੁਸੀਂ ਉੱਥੇ ਜਾ ਕੇ ਕੰਮ ਨਹੀਂ ਕਰ ਸਕਦੇ ਹੋ। ਤੁਹਾਨੂੰ ਜੀ ਇੱਦਾਂ ਦਾ ਕੇਸ ਬਣਾਉਣਾ ਪੈਂਦਾ ਹੈ ਕਿ ਜਿਹਦੇ ਵਿੱਚ ਤੁਸੀਂ ਇਹ ਇਮੀਗ੍ਰੇਸ਼ਨ ਨੂੰ ਤੁਹਾਨੂੰ ਸ਼ੋਅ ਕਰਨਾ ਪੈਂਦਾ ਹੈ ਕਿ ਜੇ ਤੁਸੀਂ ਇਹ ਸਪਾਊਸ ਨੂੰ ਇੱਥੇ ਰਹਿਣ ਨਹੀਂ ਦਿੱਤਾ ਅਤੇ ਇਹਦੇ ਕਰਕੇ ਜਿਹੜਾ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਸਪਾਊਸ ਆ ਉਹਨੂੰ ਵੀ ਬੜੀ ਪ੍ਰੋਬਲਮ ਆਊਗੀ, ਅਤੇ ਉਹ ਜੇ ਬਾਹਰ ਜਾ ਕੇ ਇੰਡੀਆ ਜਾ ਕੇ ਰਹਿੰਦਾ ਹੈ ਅਤੇ ਉੱਥੇ ਰਹਿਣਾ ਫਿਜ਼ੀਬਲ ਨਹੀਂ ਹੋਊਗਾ। ਸੋ ਜਦੋਂ ਤੁਹਾਡਾ 601 ਵੇਵਰ ਜੇ ਤੁਹਾਡਾ ਅਪਰੂਵ ਹੋ ਜਾਵੇ, ਇਹਨਾਂ ਤੁਹਾਡੀ ਜਿਹੜੀ ਕੱਚੀ ਸਟੇ ਆ, ਇਲੀਗਲ ਜਿਹੜੀ ਤੁਹਾਡੀ ਐਂਟਰੀ ਸੀ ਉਹ ਮਾਫ ਹੋ ਜਾਂਦੀ ਹੈ। ਪਰ ਕਿਉਂਕਿ ਤੁਸੀਂ ਕੱਚੇ ਇੱਥੇ ਆਏ ਸੀਗੇ, ਤੁਸੀਂ ਇੱਥੇ ਪੱਕੇ ਨਹੀਂ ਹੋ ਸਕਦੇ, ਐਡਜਸਟਮੈਂਟ ਨਹੀਂ ਤੁਹਾਨੂੰ ਮਿਲ ਸਕਦੀ ਜੀ ਜੇ ਤੁਸੀਂ ਸਿੱਧੇ ਲੰਘ ਕੇ ਆਏ ਹੋ। ਅਤੇ ਫਿਰ ਤੁਸੀਂ ਜਾਂਦੇ ਹੋ ਅੰਬੈਸੀ ਦੇ ਵਿੱਚ, ਆਪਣੀ ਅਪਾਇੰਟਮੈਂਟ ਬਣਾਉਂਦੇ ਹੋ। ਉੱਥੇ ਤੁਹਾਡਾ ਜਿਹੜਾ ਇਲੀਗਲ ਐਂਟਰੀ ਵਾਲਾ ਸੀਗਾ ਅਤੇ ਇਲੀਗਲ ਸਟੇ ਵਾਲਾ ਮੁੱਦਾ ਸੀਗਾ, ਉਹ ਜਿਹੜਾ 601A ਵੇਵਰ ਹੈਗਾ ਉਹਦੇ ਨਾਲ ਉਹ ਮਾਫ ਹੋ ਜਾਂਦਾ ਹੈ। ਜੀ ਪਰ ਬਾਕੀ ਜੇ ਕੋਈ ਹੋਰ ਕੋਈ ਤੁਹਾਡੇ ਰੈਕਡ ਦੇ ਵਿੱਚ ਖਰਾਬੀ ਹੈ, ਕੋਈ ਤੁਸੀਂ ਝੂਠ ਬੋਲਿਆ, ਕੋਈ ਫਰਾਜੂਲੈਂਟ ਡਾਕੂਮੈਂਟ ਲਾਇਆ ਸੀ, ਉਹ ਨਹੀਂ ਮਾਫ ਕਰਦਾ 601A। ਸੋ ਜੇ ਕਿਉਂਕਿ ਤੁਹਾਡੀ ਹੁਣ ਇਲੀਗਲ ਸਟੇ 'ਤੇ ਉਹ ਮਾਫ ਹੋ ਗਿਆ ਸਾਰਾ, ਫਿਰ ਤੁਹਾਡਾ ਕੇਸ ਇੱਕ ਤਰ੍ਹਾਂ ਉੱਦਾਂ ਹੀ ਹੁੰਦਾ ਜਿੱਦਾਂ ਕਿ ਤੁਸੀਂ ਕਦੀ US ਆਏ ਨਹੀਂ ਸੀਗੇ, ਹੈ ਨਾ। ਜੀ ਨਾਰਮਲ ਜਿੱਦਾਂ ਲੋਕਾਂ ਦਾ ਕੇਸ ਚੱਲਦਾ, ਤੁਸੀਂ ਵੀਜ਼ਾ ਲਵਾ ਕੇ ਇੱਥੇ ਆ ਸਕਦੇ ਹੋ। ਹੁਣ ਇਹਦੇ ਵਿੱਚ ਇਲੀਗਲ ਐਂਟਰੀ ਦੀ ਤੁਸੀਂ ਗੱਲ ਕੀਤੀ, ਕਈ ਜੀ ਲੋਕ ਆ ਕੇ ਜਿੱਦਾਂ ਬਾਰਡਰ 'ਤੇ ਸਰੈਂਡਰ ਕਰ ਦਿੰਦੇ ਆ। ਜੀ ਉਹਦੇ ਵਿੱਚ ਆਪਾਂ ਕਿਸੇ ਹੋਰ ਦਿਨ ਡਿਸਕਸ ਕਰਾਂਗੇ ਕਿ ਅਰਾਈਵਿੰਗ ਏਲੀਅਨ ਕੀ ਹੁੰਦਾ। ਉਹ ਟੌਪਿਕ ਕਾਫੀ ਟੈਕਨੀਕਲ ਹੋ ਜਾਣਾ, ਸਾਡੇ ਵਿਆਹ ਵਾਲੇ ਕੇਸਾਂ ਤੋਂ ਥੋੜ੍ਹਾ ਜਿਹਾ ਅਲੱਗ ਹੋ ਜਾਣਾ। ਉਹਦੇ 'ਤੇ ਆਪਾਂ ਕਿਸੇ ਹੋਰ ਦਿਨ ਡਿਸਕਸ ਕਰਾਂਗੇ ਕਿ ਉਹਨਾਂ ਦੀ ਵਿਆਹ ਦੇ ਥਰੂ ਕਿੱਦਾਂ ਕੇਸ ਆਉਂਦੇ ਨੇ। ਪਰ ਬੇਸਿਕਲੀ ਕੀ ਹੈ ਕਿ ਜੇ ਤੁਸੀਂ ਬਾਰਡਰ 'ਤੇ ਆਉਂਦੇ ਹੋ ਕੱਚੇ ਤਰੀਕੇ ਨਾਲ, ਤੇ ਆ ਕੇ ਸਰੈਂਡਰ ਕਰ ਦਿੰਦੇ ਹੋ, ਕਈ ਵਾਰੀ ਕੀ ਹੁੰਦਾ ਸੀਗਾ ਕਿ ਤੁਹਾਨੂੰ ਉਹ I-94 ਦੇ ਦਿੰਦੇ ਸੀਗੇ ਅਤੇ ਨਾਲ ਹੀ ਤੁਹਾਨੂੰ ਕੋਰਟ ਦੇ ਵਿੱਚ ਵੀ ਪਾ ਦਿੰਦੇ ਸੀਗੇ। ਹੁਣ ਜਿਹੜੇ ਵੀ ਲੋਕਾਂ ਨੂੰ I-94 ਮਿਲਿਆ ਹੈ, ਐਡਮਿਸ਼ਨ ਉਹਨਾਂ ਦੀ ਹੋਈ ਹੈ ਜਾਂ ਇੰਸਪੈਕਸ਼ਨ ਐਂਡ ਐਡਮਿਸ਼ਨ ਹੋਈ ਹੈ, ਉਹ ਬੰਦਿਆਂ ਨੂੰ ਕਈ ਵਾਰੀ ਕੀ ਸੀਗਾ ਕਿ ਭਾਵੇਂ ਉਹ ਕੋਰਟ ਸਿਸਟਮ ਦੇ ਵਿੱਚ ਵੀ ਜਾ ਰਹੇ ਨੇ, ਆਪਣੇ ਕੇਸ ਵਗੈਰਾ ਉਹ ਐਡਮਿਨ ਕਲੋਜ਼ਰ ਕਰਾ ਕੇ ਇੱਥੇ US ਦੇ ਵਿੱਚ ਐਡਜਸਟਮੈਂਟ ਫਾਈਲ ਕਰ ਸਕਦੇ ਸੀਗੇ। ਜੀ ਪਰ ਉਹਦੇ ਲਈ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਤੁਹਾਨੂੰ ਉਹ ਜਿਹੜਾ 2013 ਤੋਂ 14 ਦੇ ਗੇੜ ਦੇ ਵਿੱਚ ਕਈ ਜਿਹੜੇ ਮੁੰਡੇ ਆਏ ਸੀਗੇ, ਉਹਨਾਂ ਨੂੰ ਉਹ I-94 ਦਿੱਤਾ ਸੀਗਾ, ਬਾਅਦ 'ਚ ਇਹਨਾਂ ਨੇ ਬੰਦ ਕਰਤਾ। ਜੀ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਕਿ ਜਿਹੜੇ ਜੋ ਕੋਈ ਨਵਾਂ ਆਉਂਦਾ ਉਹਨੂੰ ਉਹ ਕਾਰਡ ਦੇਣੇ ਦੁਬਾਰਾ ਸ਼ੁਰੂ ਕਰਦੇ ਆ ਕਿ ਨਹੀਂ ਕਰਦੇ ਆ। ਜੇ ਉਹ ਕਾਰਡ ਦਿੰਦੇ ਆ ਤਾਂ ਉਹਦਾ ਕਾਫੀ ਫਾਇਦਾ ਹੋ ਜਾਂਦਾ। ਤੁਸੀਂ ਸਾਲਮ ਦਾ ਕੇਸ 'ਤੇ ਆਪਣਾ ਲਾ ਹੀ ਸਕਦੇ ਹੋ, ਪਰ ਉਹਦੇ ਨਾਲ ਨਾਲ ਤੁਹਾਡੀ ਵਿਆਹ ਵਾਲੇ ਕੇਸ ਦੀ ਇੱਥੇ ਪੱਕੇ ਹੋਣ ਦੀ ਆਪਸ਼ਨ ਵੀ ਬਣ ਜਾਂਦੀ ਹੈ। ਜੀ ਅਤੇ ਹੁਣ ਫਿਰ ਕਈ ਕੇਸ ਇੱਦਾਂ ਦੇ ਹੈ ਕਿ ਤੁਸੀਂ ਆਉਂਦੇ ਹੋ, ਕੋਈ I-94 ਨਹੀਂ ਮਿਲਦਾ, ਫੜ ਕੇ ਸਿੱਧਾ ਤੁਹਾਨੂੰ ਉਹ ਕੋਰਟ ਦੇ ਵਿੱਚ ਪ੍ਰੋਸੀਡਿੰਗਸ ਦੇ ਵਿੱਚ ਪਾ ਦਿੰਦੇ ਨੇ। ਤੁਹਾਡਾ ਜਿੱਦਾਂ ਕ੍ਰੈਡੀਬਲ ਫੇਅਰ ਹੁੰਦਾ, ਬਿਆਨ ਜਿਹਨੂੰ ਕਹਿੰਦੇ ਆ, ਫਿਰ ਉਸ ਤੋਂ ਬਾਅਦ ਤੁਹਾਡਾ ਸਿੱਧੇ ਜੱਜ ਮੂਹਰੇ ਕੇਸ ਲੱਗਦਾ ਜੇ ਜੀ ਤੁਹਾਡੇ ਬਿਆਨ ਪਾਸ ਹੋ ਜਾਣ। ਜਦੋਂ ਤੁਸੀਂ ਜੱਜ ਮੂਹਰੇ ਚਲ ਜਾਂਦੇ ਹੋ, ਉੱਥੇ ਜਾ ਕੇ ਵੀ ਤੁਹਾਡੇ ਕੋਲ ਵਿਆਹ ਦੇ ਕੇਸ ਦੇ ਥਰੂ ਆਪਸ਼ਨਸ ਹੁੰਦੀਆਂ, ਪਰ ਕੇਸ ਥੋੜ੍ਹਾ ਜਿਹਾ ਟੈਕਨੀਕਲ ਹੋ ਜਾਂਦਾ ਹੈ ਕਿਉਂਕਿ ਟਾਈਮਲਾਈਨ ਬੜੀ ਮੈਟਰ ਕਰਦੀ ਹੈ ਕਿ ਤੁਹਾਡੀ ਇੰਡੀਵਿਜੂਅਲ ਕਦੋਂ ਆ। ਮਾਸਟਰ ਦੇ ਟਾਈਮ 'ਤੇ ਤੁਹਾਡਾ ਵਿਆਹ, ਮਾਸਟਰ ਹੀਅਰਿੰਗ ਦੇ ਟਾਈਮ 'ਤੇ ਤੁਹਾਡਾ ਵਿਆਹ ਹੋ ਗਿਆ ਕਿ ਤੁਹਾਡਾ ਇੰਡੀਵਿਜੂਅਲ ਹੀਅਰਿੰਗ ਦੇ ਕੋਲ ਜਾ ਕੇ ਵਿਆਹ ਹੋਇਆ ਤੁਹਾਡੇ, ਉਹਦੇ ਉਸ ਟੌਪਿਕ 'ਤੇ ਵੀ ਸਾਨੂੰ ਇੱਕ ਨਵਾਂ ਪ੍ਰੋਗਰਾਮ ਇੱਕ ਕਰਨਾ ਪੈਣਾ, ਸਪੈਸ਼ਲੀ ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਵੋਲੰਟਰੀ ਡਿਪਾਰਚਰ ਦੀ ਕੀ ਆਪਸ਼ਨਸ ਹੁੰਦੀ ਹੈ, ਕਿੱਦਾਂ ਤੁਹਾਨੂੰ 212 ਵੇਵਰ ਮਿਲਦਾ ਹੈ, ਕਿੱਦਾਂ ਤੁਹਾਨੂੰ 601 ਵੇਵਰ ਮਿਲਦਾ ਹੈ, ਕਿਉਂ ਤੁਹਾਨੂੰ ਕੰਟਰੀ ਛੱਡਣਾ ਪੈਂਦਾ। ਜੀ ਅਤੇ ਬੇਸਿਕਲੀ ਇਨਜਸਟ ਇਹ ਹੈਗਾ ਕਿ ਕੱਚਾ ਜਿਹੜਾ ਬੰਦਾ ਹੈਗਾ ਉਹਦੇ ਵੀ ਰਹਿਣ ਦੀਆਂ ਆਪਸ਼ਨਸ ਇੱਥੇ ਹੈਗੀਆਂ ਨੇ। ਜੀ ਜੀ ਸੋ ਅਤੇ ਨਾਲ ਜਿਹੜਾ ਬੰਦਾ ਇਹ ਜਿਹੜਾ ਪ੍ਰੋਸੈਸ ਐਕਸਪਲੇਨ ਕਰ ਰਹੇ ਸੀ, ਜਿਹੜਾ ਕੱਚੇ ਬੰਦੇ ਲਈ ਜਿਹੜਾ ਅਪਲਾਈ ਕਰਨਾ ਹੋਵੇ, ਸੋ ਇਹਨਾਂ ਨਾਲ ਇਹ ਥੋੜ੍ਹਾ ਔਖਾ ਹੁੰਦਾ ਜਿੱਦਾਂ ਪ੍ਰੋਸੀਡਿੰਗਸ ਦੇ ਵਿੱਚ, ਜਿਹੜੇ ਇੰਟਰਵਿਊਜ਼ ਦੇ ਵਿੱਚ ਥੋੜ੍ਹਾ ਔਖਾ ਹੁੰਦਾ ਕੰਪੇਅਰ ਟੂ ਜਿਹੜਾ ਜੀ ਪੱਕਾ ਬੰਦਾ ਹੁੰਦਾ। ਜਿਹੜਾ ਤਾਂ ਕੱਚਾ ਬੰਦਾ, ਜਿਹੜਾ ਮਤਲਬ ਦੋ ਤਰ੍ਹਾਂ ਦੇ ਕੱਚੇ ਬੰਦੇ ਹੋ ਗਏ ਹੈ ਨਾ, ਇੱਕ ਜਿਹੜਾ ਸਿੱਧੇ ਤਰੀਕੇ ਨਾਲ ਆਇਆ ਸੀਗਾ, ਬਾਅਦ 'ਚ ਕੱਚਾ ਹੋ ਗਿਆ, ਜੀ ਉਹਦਾ ਤਾਂ ਸੌਖਾ ਕਿਉਂਕਿ ਉਹਦੀ ਜਿਹੜਾ US ਸਿਟੀਜ਼ਨ ਆ ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹਦਾ ਹਾਂਜੀ ਨੋਰਮਲ ਕੇਸ ਵਾਂਗ ਹੀ ਆ, ਉਹਨੂੰ ਕੋਈ ਐਕਸਪਲੇਨੇਸ਼ਨ ਦੇਣ ਦੀ ਲੋੜ ਨਹੀਂ। ਗ੍ਰੀਨ ਕਾਰਡ ਹੋਲਡਰ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਆਊਟ ਆਫ ਸਟੇਟਸ ਹੋ ਗਿਆ ਉਹ ਬੰਦਾ ਫਾਈਲ ਹੀ ਨਹੀਂ ਕਰ ਸਕਦਾ, ਹੈ ਨਾ। ਜੀ ਤੀਸਰਾ ਆਪਾਂ ਇਹਦੀ ਗੱਲ ਕੀਤੀ ਕਿ ਜਿਹੜੇ ਬੰਦੇ ਬਾਰਡਰ ਟੱਪ ਕੇ ਆਏ ਸੀਗੇ, ਅਸਾਈਲਮ ਵਗੈਰਾ ਜਾਂ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਨੇ, ਹਾਂਜੀ ਉਹਨਾਂ ਦੇ ਲਈ ਔਖਾ ਹੁੰਦਾ। ਉਹਨਾਂ ਨੂੰ ਜਦੋਂ ਇਮੀਗ੍ਰੈਂਟ ਪਟੀਸ਼ਨ ਵੀ ਫਾਈਲ ਕਰਦੇ ਨੇ, ਉਹਨਾਂ ਨੂੰ ਨਾਲ ਵੇਵਰ ਫਾਈਲ ਕਰਨਾ ਪੈਂਦਾ ਕਿਉਂਕਿ ਇਮੀਗ੍ਰੇਸ਼ਨ ਉਹਨਾਂ 'ਤੇ ਸ਼ੱਕ ਕਰਦੀ ਹੈ ਕਿ ਇਹਨਾਂ ਨੇ, ਕਿਉਂਕਿ ਅਸਾਈਲਮ ਫਾਈਲ ਕੀਤਾ ਸ਼ਾਇਦ ਇਹਨਾਂ ਦਾ ਵਿਆਹ ਜੈਨੂਇਨ ਨਾ ਹੋਵੇ, ਜੀ ਅਤੇ ਉਹਦੀ ਇਨਕੁਆਇਰੀ ਜ਼ਿਆਦਾ ਹੁੰਦੀ ਹੈ, ਪ੍ਰੋਸੈਸਿੰਗ ਟਾਈਮ ਜ਼ਿਆਦਾ ਲੱਗਦਾ ਉਹਦਾ। ਜੀ ਠੀਕ ਹੈ ਜੀ। ਸੋ ਜੇ ਕਿਸੇ ਕੋਲ ਰਿਮੂਵਲ ਆਰਡਰ ਹੈਗਾ ਆ ਅਤੇ ਉਹ ਹਜੇ ਵੀ ਜਿੱਦਾਂ ਅਪਲਾਈ ਕਰਨਾ ਚਾਹੁੰਦੇ ਆ ਗ੍ਰੀਨ ਕਾਰਡ ਮੈਰਿਜ ਬੇਸਿਸ 'ਤੇ, ਉਹਨਾਂ ਲਈ ਕੀ ਜੀ ਸਟੈਪਸ? ਰਿਮੂਵਲ ਆਰਡਰ ਹੁੰਦਾ ਜਦੋਂ ਤੁਸੀਂ ਆਪਣਾ ਕੇਸ ਹਾਰ ਜਾਂਦੇ ਹੋ ਜੱਜ ਮੂਹਰੇ, ਹੈ ਨਾ, ਜੀ ਜਾਂ ਤੁਸੀਂ ਕੋਈ ਕੇਸ ਹੀ ਫਾਈਲ ਨਹੀਂ ਕਰਦੇ ਹੋ, ਜਾਂ ਤੁਹਾਡਾ ਮਿਸ ਹੋ ਜਾਂਦਾ ਹੈ, ਹਾਂਜੀ ਹੀਅਰਿੰਗ 'ਤੇ ਨਹੀਂ ਜਾਂਦੇ ਹੋ, ਫॉर ਵਾਟ ਐਵਰ ਰੀਜ਼ਨ, ਹੈ ਨਾ। ਜਦੋਂ ਤੁਹਾਡਾ ਜੱਜ ਤੁਹਾਡੇ 'ਤੇ ਡੀਪੋਟੇਸ਼ਨ ਲਾ ਦਿੰਦਾ, ਉਹਨੂੰ ਆਪਾਂ
ਰਿਮੂਵਲ ਆਰਡਰ ਕਹਿੰਦੇ ਨੇ ਕਿ ਇਹਨੂੰ ਬੰਦੇ ਨੂੰ ਇੱਥੋਂ ਦੀ ਭੇਜ ਦਿੱਤਾ ਜਾਵੇ। ਜੀ ਰਿਮੂਵਲ ਆਰਡਰ ਦੀ ਫਿਰ ਅੱਗੇ ਤੁਸੀਂ ਅਪੀਲ ਕਰਦੇ ਹੋ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਮੋਰੇ। ਉੱਥੋਂ ਜੇ ਤੁਸੀਂ ਹਾਰ ਜਾਓ ਤੁਸੀਂ ਸਰਕਿਟ ਕੋਰਟ ਕੋਲ ਜਾਂਦੇ ਹੋ। ਹੁਣ ਹਾਂਜੀ ਇਹਨਾਂ ਨੇ ਰੂਲ ਕੀ ਰੱਖਿਆ ਹੋਇਆ ਕਿ ਜਦੋਂ ਤੁਹਾਡੀਆਂ ਇਹ ਅਪੀਲਸ ਵਗੈਰਾ ਚੱਲ ਰਹੀਆਂ ਹੁੰਦੀਆਂ ਨੇ, ਤੁਸੀਂ ਜਿਹੜੇ ਵੇਵਰਸ ਆਪਾਂ ਲੈਣੇ ਹੁੰਦੇ ਨੇ ਡਿਪੂਟੇਸ਼ਨ ਦੇ ਖਿਲਾਫ ਜਾਂ 601 ਏ, ਤੁਸੀਂ ਇਹ ਵੇਵਰਸ ਫਾਈਲ ਨਹੀਂ ਕਰ ਸਕਦੇ ਜਦ ਤੱਕ ਤੁਹਾਡੀਆਂ ਪ੍ਰੋਸੀਡਿੰਗ ਚੱਲਦੀਆਂ ਹੈਗੀਆਂ। ਜੀ ਅਤੇ ਇਹਦੇ ਲਈ ਜਾਂ ਤਾਂ ਤੁਹਾਨੂੰ ਪ੍ਰੋਸੀਡਿੰਗਸ ਟਰਮੀਨੇਟ ਕਰਾਉਣੀਆਂ ਪੈਂਦੀਆਂ ਆਪਣੀਆਂ, ਜਾਂ ਤੁਸੀਂ ਉੱਤੇ ਜਾ ਕੇ ਜਿਹੜੀਆਂ ਅਪੀਲਾਂ ਉਹ ਆਪਣੀਆਂ ਫਾਈਲ ਹੀ ਨਾ ਕਰੋ, ਹੈ ਨਾ। ਹਾਂਜੀ ਪਰ ਉਹ ਕਾਫੀ ਇੰਪੋਰਟੈਂਟ ਡਿਸੀਜਨ ਹੈ, ਤੁਹਾਨੂੰ ਆਪਣੇ ਵਕੀਲ ਨਾਲ ਮਿਲ ਕੇ ਬਹਿ ਕੇ ਡਿਸਾਈਡ ਕਰਨਾ ਪਊਗਾ ਕਿ ਤੁਹਾਨੂੰ, ਕਿਉਂਕਿ ਤੁਸੀਂ ਨਹੀਂ ਅਪੀਲ ਕਰਦੇ ਹੋ ਤਾਂ ਫਿਰ ਤਾਂ ਤੁਹਾਡਾ ਜਿਹੜਾ ਅਸਾਈਲਮ ਵਾਲਾ ਸੀਗਾ ਉਹ ਵੈਸੇ ਹੀ ਕੇਸ ਚਲਾ ਜਾਂਦਾ ਹੈ ਨਾ। ਜੀ ਪਰ ਜੇ ਹੁਣ ਇੱਦਾਂ ਕਿ ਤੁਸੀਂ ਤੁਹਾਡੇ ਬਿਆਨ ਹੀ ਨਹੀਂ ਸਹੀ ਹੋਏ ਕੋਰਟ ਦੇ ਵਿੱਚ, ਤੁਸੀਂ ਬਹੁਤ ਜ਼ਿਆਦਾ ਗੜਬੜ ਕਰਤੀ ਹੈ ਆਲਰੇਡੀ, ਹਾਂਜੀ ਪੇਪਰ ਵਰਕ ਇਨਕਨਸਿਸਟੈਂਟ ਸੀਗੇ, ਅਤੇ ਫਿਰ ਕਈ ਵਾਰੀ ਤੁਹਾਨੂੰ ਇਹ ਫੈਸਲਾ ਲੈਣਾ ਪੈਂਦਾ ਕਿ ਅਪੀਲ ਦਾ ਵੀ ਮੈਨੂੰ ਕੋਈ ਫਾਇਦਾ ਨਹੀਂ ਹੋਣਾ, ਉੱਤੇ ਜਾ ਕੇ 3-4 ਸਾਲ ਮੇਰੇ ਹੋਰ ਖਰਾਬ ਹੋ ਜਾਣੇ ਨੇ। ਫਿਰ ਉਹਨਾਂ ਕੇਸਾਂ ਦੇ ਵਿੱਚ ਤੁਹਾਨੂੰ ਅਪੀਲ ਕਰਨ ਦਾ ਨਹੀਂ ਫਾਇਦਾ ਹੁੰਦਾ, ਉਹਨਾਂ ਕੇਸਾਂ ਦੇ ਵਿੱਚ ਤੁਹਾਨੂੰ ਵੇਵਰ ਲਗਾ ਕੇ ਵਿਆਹ ਦੇ ਥਰੂ ਕੰਟਰੀ ਆਊਟ ਕਰਕੇ ਜ਼ਿਆਦਾ ਫਾਇਦਾ ਹੁੰਦਾ। ਜੀ ਜੀ ਸੋ ਇਹ ਜਿਹੜੀ ਗ੍ਰੀਨ ਕਾਰਡ ਆ ਵੀ ਇਹ ਕਿੰਨੇ ਚਿਰ ਲਈ ਜੇ ਇਹ ਕਿੰਨਾ ਕੁ ਵੈਲਿਡ ਹੈਗਾ ਆ? ਜੀ ਜਦੋਂ ਤੁਹਾਡਾ ਵਿਆਹ, ਜੇ ਤੁਹਾਡੇ ਵਿਆਹ ਨੂੰ 2 ਸਾਲ ਤੋਂ ਘੱਟ ਹੋਏ ਨੇ, ਹੈ ਨਾ, ਤੁਹਾਨੂੰ ਉਹ ਗ੍ਰੀਨ ਕਾਰਡ ਦਿੰਦੇ ਨੇ, ਕੰਡੀਸ਼ਨਲ ਗ੍ਰੀਨ ਕਾਰਡ। ਹਾਂਜੀ ਉਹਦੀ ਵੈਲਿਡਿਟੀ ਸਿਰਫ 2 ਸਾਲ ਹੁੰਦੀ ਹੈ, ਅਤੇ 2 ਸਾਲ ਦੇ ਐਕਸਪਾਇਰ ਹੋਣ ਤੋਂ 90 ਦਿਨ ਤੋਂ ਪਹਿਲਾਂ ਤੁਹਾਨੂੰ ਉਹ ਪਰਮਾਨੈਂਟ ਗ੍ਰੀਨ ਕਾਰਡ ਲਈ ਰੀਨਿਊ ਕਰਾਉਣਾ ਪੈਂਦਾ। ਜੀ ਸੋ 90 ਦਿਨ ਐਕਸਪਾਇਰ ਹੋਣ ਤੋਂ ਪਹਿਲਾਂ? ਹਾਂਜੀ, ਜਿੱਦਾਂ 2 ਸਾਲ ਦੀ ਉਹਦੀ ਮਿਆਦ ਹੋ ਗਈ ਹੈ ਨਾ, ਹਾਂਜੀ ਤੁਸੀਂ ਇਹ ਨਹੀਂ ਕਿ ਤੁਸੀਂ 6 ਮਹੀਨੇ ਪਹਿਲਾਂ ਫਾਈਲ ਕਰਤਾ, ਜੀ ਤੁਹਾਨੂੰ ਵੇਟ ਕਰਨੀ ਪੈਂਦੀ ਹੈ 90 ਡੇਜ਼ ਪਹਿਲਾਂ, ਤੁਸੀਂ ਐਕਸਪਾਇਰ ਹੋਣ ਤੋਂ ਪਹਿਲਾਂ ਜਿਹੜੀ ਉਹ ਡਿਊਰੇਸ਼ਨ ਹੈ 90 ਡੇ ਵਾਲਾ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਤੁਸੀਂ ਫਾਈਲ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਸ ਚੀਜ਼ਾਂ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਜਿਹੜੀਆਂ ਛੋਟੀਆਂ ਡੀਟੇਲਸ ਦਾ ਬਹੁਤ ਫਰਕ ਪੈਂਦਾ ਹੈ। ਜੀ ਬਿਲਕੁਲ ਜੀ ਅਤੇ ਇਹ ਕੰਡੀਸ਼ਨਲ ਹੈ ਕਿਉਂ? ਇਹ ਜਿੱਦਾਂ ਸਿੱਧਾ ਕਿਉਂ ਨਹੀਂ ਦਿੰਦੇ, ਜਿੱਦਾਂ ਕੰਡੀਸ਼ਨਲ ਹੈ ਕਿਉਂ? ਕਿਉਂਕਿ ਜੇ ਵਿਆਹ ਨੂੰ ਤੁਹਾਡੇ 2 ਸਾਲ ਤੋਂ ਘੱਟ ਹੋਏ ਨੇ, ਹਾਂਜੀ ਉਹਨਾਂ ਨੂੰ ਬੇਸਿਕਲੀ ਉਹਨਾਂ ਦਾ ਇਮੀਗ੍ਰੇਸ਼ਨ ਦੀ ਇਹ ਮੰਨਣਾ ਹੈ ਕਿ ਜਿੱਦਾਂ ਹੁਣ ਕੋਈ ਕਿਸੇ ਨੇ ਫੇਕ ਮੈਰਿਜ ਕੀਤੀ ਹੈ ਜਾਂ ਨਕਲੀ ਵਿਆਹ ਹੈ ਨਾ, ਹਾਂਜੀ ਜਾਂ ਕਈ ਵਾਰੀ ਲੋਕੀ ਸ਼ੋਰ ਨਹੀਂ ਹੁੰਦੇ ਕਿ ਜੀ ਗ੍ਰੀਨ ਕਾਰਡ ਯੂ ਐਸ ਸਿਟੀਜ਼ਨ ਹੈ ਕਿ ਮੈਂ ਕਰਨਾ ਵੀ ਕਿ ਨਹੀਂ ਕਰਨਾ, ਉਹਦੀ ਆਪਸ਼ਨ ਹੈ ਕਿ ਉਹ ਐਂਡ ਮੌਕੇ ਤੱਕ ਵਾਪਸ ਲੈ ਸਕਦਾ ਹੈ ਗ੍ਰੀਨ ਕਾਰਡ ਜੀ ਪਟੀਸ਼ਨ ਆਪਣੀ। ਸੋ ਉਹਨਾਂ ਨੇ ਕੰਡੀਸ਼ਨਲ ਇਸ ਲਈ ਰੱਖਿਆ ਹੈ ਕਿ ਕਾਫੀ ਸਾਰੇ ਜਿਹੜੇ ਵਿਆਹ ਜਾਂ ਜਿਹੜੇ ਅਰੇਂਜਮੈਂਟਸ ਹੈਗੇ ਨੇ ਉਹ 2 ਸਾਲ ਤੱਕ ਟਿਕਦੇ ਨਹੀਂ, ਉਹ ਚਲਾਉਣੇ ਬੜੇ ਮੁਸ਼ਕਿਲ ਹੁੰਦੇ ਆ, ਹੈ ਨਾ। 2 ਸਾਲ ਹਾਂਜੀ ਤੁਸੀਂ ਝੂਠੇ ਰਿਲੇਸ਼ਨਸ਼ਿਪ 'ਚ ਨਹੀਂ ਰਹਿ ਸਕਦੇ। ਹਾਂਜੀ ਅਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਗ੍ਰੀਨ ਕਾਰਡ 'ਤੇ ਨਾ ਹੈ ਉਹ ਗ੍ਰੀਨ ਕਾਰਡ ਹੀ ਹੈ, ਕੋਈ ਫਰਕ ਨਹੀਂ ਹੈ, ਮਤਲਬ ਇਟਸ ਅ ਨੋਰਮਲ ਗ੍ਰੀਨ ਕਾਰਡ। ਹਾਂਜੀ ਉਹਨਾਂ ਨੇ ਉਹਦੇ ਉੱਤੇ ਕੰਡੀਸ਼ਨਸ ਲਾਈਆਂ ਹੋਈਆਂ ਕਿ ਤੁਸੀਂ 2 ਸਾਲ ਬਾਅਦ ਆ ਕੇ ਸਾਨੂੰ ਪ੍ਰੂਵ ਕਰੋ ਕਿ ਤੁਹਾਡਾ ਵਿਆਹ ਸਹੀ ਚੱਲ ਰਿਹਾ ਅਤੇ ਤੁਸੀਂ ਪੱਕਾ ਗ੍ਰੀਨ ਕਾਰਡ ਲੈ ਜਾਓ। ਜੀ ਸੋ ਇਹ ਮਤਲਬ ਗਵਰਨਮੈਂਟ ਨੇ ਰੀਜ਼ਨ ਲਈ ਕੀਤਾ, ਕਿਉਂਕਿ ਇਹ ਮੇ ਵੀ ਕਿੰਨਾ ਕੁ ਰੀਸੈਂਟ ਇਹ ਕੀਤਾ ਹੈ ਜਿਹੜਾ ਲਾਅ ਆ? ਇਹ ਤਾਂ ਸਾਡੇ ਸ਼ੁਰੂ ਤੋਂ ਹੀ ਸੀਗਾ ਜੀ, ਸ਼ੁਰੂ ਤੋਂ ਹੀ? ਹਾਂਜੀ ਠੀਕ ਹੈ ਜੀ। ਸੋ ਅਤੇ ਹੁਣ ਕੰਡੀਸ਼ਨਲ ਸਮਝ ਲਓ ਵੀ ਕਿਸੇ ਨੇ 2 ਸਾਲ ਦਾ ਟੈਸਟ ਜਿੱਦਾਂ ਹੈਗਾ ਆ ਗਵਰਨਮੈਂਟ ਦਾ 2 ਸਾਲ ਹੋ ਗਏ, ਸੋ ਹੁਣ ਪਰਮਾਨੈਂਟ ਗ੍ਰੀਨ ਕਾਰਡ ਕਿੱਦਾਂ ਲੈ ਸਕਦਾ ਬੰਦਾ? ਤੁਹਾਨੂੰ ਜੀ ਇੱਕ ਪਟੀਸ਼ਨ ਫਾਈਲ ਕਰਨੀ ਪੈਂਦੀ ਹੈ, ਉਹਨੂੰ I-751 ਪਟੀਸ਼ਨ ਕਹਿੰਦੇ ਨੇ, ਜੀ ਪਟੀਸ਼ਨ ਟੂ ਰਿਮੂਵ ਕੰਡੀਸ਼ਨਸ ਔਨ ਪਰਮਾਨੈਂਟ ਰੈਜ਼ੀਡੈਂਸ। ਅਤੇ ਜੀ ਉਦੋਂ ਜੇ ਤੁਹਾਡੀ ਅਪਰੂਵ ਹੋ ਜਾਵੇ ਉਸ ਤੋਂ ਬਾਅਦ ਤੁਹਾਨੂੰ 10 ਸਾਲ ਦਾ ਗ੍ਰੀਨ ਕਾਰਡ ਦੇ ਦਿੰਦੇ ਨੇ। ਜੀ ਪਹਿਲਾਂ ਤਾਂ ਇਹ ਹੈ ਕਿ ਜਦੋਂ ਤੁਸੀਂ ਉਹਨੂੰ ਫਾਈਲ ਨਹੀਂ ਕਰਦੇ ਹੋ, ਅਪੋਨ ਫਾਈਲਿੰਗ ਇਟਸੈਲਫ ਤੁਹਾਨੂੰ ਉਹ 18 ਮਹੀਨੇ ਦੀ ਸਿੱਧੇ ਐਕਸਟੈਂਸ਼ਨ ਦੇ ਦਿੰਦੇ ਨੇ ਜੀ ਆਟੋਮੈਟਿਕਲੀ। ਜੀ ਅਤੇ ਉਹ ਪਰ ਤੁਹਾਨੂੰ ਗ੍ਰੀਨ ਕਾਰਡ ਨਹੀਂ ਦਿੰਦੇ ਨੇ, ਤੁਹਾਨੂੰ ਇੱਕ ਰਸੀਟ ਦਿੰਦੇ ਨੇ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਤੁਹਾਡਾ ਗ੍ਰੀਨ ਕਾਰਡ ਜਿਹੜਾ ਹੈ ਉਹ 18 ਮਹੀਨੇ ਐਕਸਟੈਂਡ ਹੋ ਚੁੱਕਾ ਹੈ। ਜੀ ਅਤੇ ਫਿਰ ਉਸ ਤੋਂ ਬਾਅਦ ਤੁਹਾਡੀ ਉਹ ਦੁਬਾਰਾ ਰੀ-ਇੰਟਰਵਿਊ ਕਰਦੇ ਨੇ ਤੁਹਾਨੂੰ। ਹੁਣ ਤੁਸੀਂ ਉਹਦੇ ਵਿੱਚ ਲਗਾ ਲਓ ਕਿ ਕਿਉਂਕਿ ਇਹਦਾ ਪ੍ਰੋਸੈਸਿੰਗ ਟਾਈਮ ਵੀ ਹੈ, ਪਹਿਲਾਂ ਤੁਹਾਡਾ 2 ਸਾਲ ਦਾ ਵਿਆਹ ਚੱਲਿਆ, 2 ਸਾਲ ਪਹਿਲਾਂ ਤਾਂ ਤੁਸੀਂ ਵਿਆਹ ਕਰਾਇਆ ਉਹਨੂੰ ਦੇਖੋ ਕਿ 1.5 ਸਾਲ ਲੱਗਿਆ ਤੁਹਾਨੂੰ ਗ੍ਰੀਨ ਕਾਰਡ ਲੈਂਦੇ ਹੈ ਨਾ ਕੰਡੀਸ਼ਨਲ ਹਾਂਜੀ। ਵਾਲਾ। ਫਿਰ ਕੰਡੀਸ਼ਨਲ ਵਾਲਾ ਤੁਹਾਨੂੰ ਮਿਲਿਆ 2 ਸਾਲ ਲਈ, ਫਿਰ ਜੀ। ਤੁਸੀਂ 1.5 ਸਾਲ ਦੇ ਵਿੱਚ ਉਹ ਐਡ ਕਰੋ, 2 ਸਾਲ ਤੁਹਾਡੇ ਵਿਆਹ ਨੂੰ ਆਲਰੇਡੀ 3.5 ਸਾਲ ਹੋ ਗਏ ਹੈ ਨਾ, ਫਿਰ ਤੁਸੀਂ ਕਰਦੇ ਹੋ ਪਰਮਾਨੈਂਟ ਗ੍ਰੀਨ ਕਾਰਡ ਫਾਈਲ। ਜੀ ਪਰਮਾਨੈਂਟ ਗ੍ਰੀਨ ਕਾਰਡ ਵੀ ਤੁਹਾਡਾ ਜਿਹੜਾ ਹੈਗਾ ਉਹ ਪੈਂਡਿੰਗ ਰਹਿਣਾ ਹੈ ਘੱਟੋ ਘੱਟ 1.5 ਸਾਲ। ਤੁਸੀਂ ਇਹ ਸਾਰਾ ਟਾਈਮ ਫਰੇਮ ਮਿਲਾ ਕੇ ਦੇਖੋ ਕਿ 5 ਸਾਲ ਹੋ ਜਾਂਦੇ, ਤਕਰੀਬਨ ਜੀ। 4-5 ਸਾਲ ਹੋ ਜਾਂਦੇ ਨੇ, ਹੈ ਨਾ, ਜਦੋਂ ਹਾਂਜੀ। ਤੁਹਾਨੂੰ ਪਰਮਾਨੈਂਟ ਗ੍ਰੀਨ ਕਾਰਡ ਮਿਲਦਾ ਹੈ। ਅਤੇ ਟੂ ਆਨਸਰ ਇਹ ਕੁਐਸਚਨ ਜਿਹੜਾ ਤੁਸੀਂ ਪਹਿਲਾਂ ਪੁੱਛਿਆ ਸੀਗਾ, ਹੁਣ ਜਿਹੜੀ ਕਈ ਲੋਕੀ ਜਿਹੜੇ ਅਰੇਂਜਮੈਂਟਸ ਕਰਦੇ ਨੇ ਕਿ ਚੱਲ ਪੈਸੇ ਦੇ ਕੇ ਵਿਆਹ ਕਰਾ ਲਿਆ, ਹਾਂਜੀ ਉਹ ਕਈ ਵਾਰੀ ਐਡੀ ਵੱਡੀ ਕੈਲਕੂਲੇਸ਼ਨ ਵੀ ਨਹੀਂ ਕਰਦੇ ਵੀ ਕਿੰਨਾ ਚਿਰ ਕਿ ਕਿੰਨਾ ਚਿਰ ਹੈਗਾ, ਹੈ ਨਾ, ਫਿਰ ਹਾਂਜੀ। ਵਿੱਚ ਉਹਨਾਂ ਦੀ ਲਾਈਫ ਦੇ ਵਿੱਚ ਕਈ ਕੁਛ ਹੋ ਜਾਂਦਾ। ਹਾਂਜੀ ਹਾਂਜੀ ਸੋ ਤਾਂ ਕਰਕੇ ਆਪਾਂ ਦੇਖਦੇ ਹਾਂ ਕਿ ਕੋਰਟਸ ਦੇ ਵਿੱਚ USCIS ਆਫਿਸ ਮੂਹਰੇ ਕਾਫੀ ਡਰਾਮਾ, ਕਾਫੀ ਫੇਕ ਕੇਸਿਸ ਹੈ। ਸੋ ਇਮੀਗ੍ਰੇਸ਼ਨ ਨੂੰ ਵੀ ਹੁਣ ਕਾਫੀ ਜ਼ਿਆਦਾ ਨੌਲੇਜ ਹੈ, ਉਹ ਵੀ ਕਾਫੀ ਦੇਰ ਹੋ ਗਈ ਉਹਨਾਂ ਨੂੰ ਕਰਦੇ ਹੋਏ, ਕਾਫੀ ਐਕਸਪੀਰੀਅੰਸ ਕਾਫੀ ਉਹਨਾਂ ਨੂੰ ਵੀ ਹੋ ਗਿਆ। ਐਕਸਪੀਰੀਅੰਸ ਹੈ। ਹਾਂਜੀ ਹਾਂਜੀ ਅਤੇ ਜਿੱਦਾਂ ਉਹ ਕਾਫੀ ਉਹਨਾਂ ਨੇ ਆਪਣੇ ਟੂਲਸ ਰੱਖੇ ਹੋਏ ਨੇ, ਕਿੱਥੇ ਰਹਿੰਦੇ ਹੋ, ਕਿੱਦਾਂ ਰਹਿੰਦੇ ਹੋ। ਕੁਐਸਚਨਿੰਗ ਹੁਣ 4 ਸਾਲਾਂ ਦੀ ਕੁਐਸਚਨਿੰਗ ਤਾਂ ਤੁਹਾਨੂੰ ਇਸ ਹਿਸਾਬ ਨਾਲ ਕਰ ਸਕਦੇ ਨੇ ਕਿ ਇਟਸ ਹਾਰਡ ਟੂ ਪ੍ਰੀਪੇਅਰ। ਜੀ ਕਈ ਵਾਰੀ ਲੋਕੀ ਅੱਛਾ, ਸੋ ਮਤਲਬ ਜਦੋਂ ਪਰਮਾਨੈਂਟ ਗ੍ਰੀਨ ਕਾਰਡ ਦੇ ਇੰਟਰਵਿਊ 'ਚ ਵੀ ਕਾਫੀ ਔਖਾ, ਸਿੰਪਲ ਪ੍ਰੋਸੈਸ ਵੀ ਨਹੀਂ ਇੱਦਾਂ ਵੀ?
ਟਫ ਕੁਐਸਚਨਸ ਪੁੱਛ ਸਕਦੇ ਆ, ਸਵਾਲ ਦੇਖੋ ਜੇ ਤਾਂ ਤੁਹਾਡਾ ਹੁਣ ਇੱਕ ਕਪਲ ਆਉਣ ਦਾ ਬੱਚਾ ਹੋ ਗਿਆ, ਅੱਗੇ ਆਪਣੇ ਬੇਬੀ ਨੂੰ ਨਾਲ ਲੈ ਕੇ ਗਏ ਨੇ ਉਹਨਾਂ ਹਾਂਜੀ ਨੇ ਹਾਂਜੀ ਟਿਪ, ਉਹ ਕਈ ਵਾਰੀ ਇੰਟਰਵਿਊਜ਼ ਤਾਂ ਸਿਰਫ 2-3 ਮਿੰਟ ਦੀ ਮੀਅਰ ਫਾਰਮੈਲਿਟੀ, ਉਹਨੂੰ ਵੀ ਆਫਿਸਰ ਜੀ ਨੂੰ ਪਤਾ ਕਿ ਇਹ 'ਚ ਹੁਣ ਟਾਈਮ ਖਰਾਬ ਕਰਨ ਦਾ ਕੋਈ ਲੌਜਿਕ ਨਹੀਂ ਹੈਗਾ। ਜੀ ਕਈ ਵਾਰੀ ਹੁਣ ਕੀ ਆਇਆ ਕਿ ਉਹਦੇ ਵਿੱਚ ਕੇਸ ਤੁਹਾਡਾ ਇੱਦਾਂ ਦਾ ਹੋ ਸਕਦਾ, ਉਹਦੇ ਵਿੱਚ ਰੈੱਡ ਫਲੈਗਸ ਹੋ ਸਕਦੇ ਨੇ ਕਿ ਉਹਨਾਂ ਨੂੰ ਕੁਛ ਨਾ ਕੁਛ ਸ਼ੱਕੀ ਲੱਗ ਰਿਹਾ ਕਿ ਏਜ ਡਿਫਰੈਂਸ ਬਹੁਤ ਜ਼ਿਆਦਾ, ਹਾਂਜੀ ਦੂਸਰੀ ਰੇਸ, ਦੋਨੋਂ ਡਿਫਰੈਂਟ ਰੇਸਿਸ ਦੇ ਬੰਦੇ ਨੇ। ਹਾਂਜੀ ਹੁਣ ਇਹ ਨਹੀਂ ਕਿ ਕੋਈ ਰੋਕ ਟੋਕ ਹੈ, ਆਫਕੋਰਸ ਤੁਸੀਂ ਕਿਸੇ ਵੀ ਰੇਸ ਦੇ ਬੰਦੇ ਨਾਲ ਵਿਆਹ ਕਰ ਸਕਦੇ ਹੋ, ਪਰ ਹਾਂਜੀ ਉਹਨਾਂ ਨੂੰ ਸ਼ੱਕ ਪੈ ਜਾਂਦੀ ਸ਼ੱਕ ਹੈ। ਪੈ ਸਕਦਾ ਹੈ ਕਿ ਇਹ ਲਾਈਕਲੀ ਸਿਨੈਰੀਓ ਹੈ ਕਿ ਨਹੀਂ ਹੈ, ਹੈ ਨਾ। ਹਾਂਜੀ ਅਤੇ ਉਹਨਾਂ ਨੂੰ ਵੀ ਅੰਡਰਸਟੈਂਡਿੰਗ ਹੁੰਦੀ ਹੈ ਨਾ ਵੀ ਇਹ ਜਿੱਦਾਂ ਸਮਝ ਲਓ ਵੀ ਇੰਡੀਅਨ ਬੰਦੇ ਦੇ ਕਲਚਰ ਕੀ ਆ, ਹੋਰ ਦੇਸ਼ ਦੇ ਕਲਚਰ, ਉਹਨਾਂ ਨੂੰ ਇਹ ਆਲਰੇਡੀ ਸਮਝ ਹੁੰਦੀ ਹੈ ਨਾ ਵੀ ਕੀ ਟ੍ਰੈਡੀਸ਼ਨਸ ਆ। ਹਾਂਜੀ, ਫਿਰ ਕਾਫੀ ਦੇਖਦੇ ਆ ਉਹ ਕਿ ਕਿੱਦਾਂ ਦਾ ਵਿਆਹ ਕਰਾਇਆ ਸੀ ਇਹਨਾਂ ਨੇ, ਕਿੰਨੇ ਲੋਕੀ ਸੱਦੇ ਸੀਗੇ, ਸਿੰਪਲ ਜਿਹਾ ਵਿਆਹ ਕਰਾਇਆ ਸੀਗਾ। ਅੱਛਾ ਜੀ। ਹੁਣ ਕੇਸਿਸ ਆਪਾਂ ਇੱਦਾਂ ਵੀ ਦੇਖਦੇ ਨੇ ਕਿ ਕੋਈ ਪ੍ਰੋਬਲਮ ਨਹੀਂ, ਤੁਸੀਂ ਕੋਈ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਕਿ ਤੁਹਾਨੂੰ ਬੜਾ ਵੱਡਾ ਚੌੜਾ ਵਿਆਹ ਕਰਾਉਣਾ, ਕੋਈ ਪਾਰਟੀ ਥਰੋ ਕਰਨੀ ਹੈ ਨਾ। ਹਾਂਜੀ ਤੁਸੀਂ ਸਿੰਪਲ ਕੋਰਟ ਮੈਰਿਜ ਕਰਾ ਕੇ ਵੀ ਤੁਹਾਡਾ ਕੇਸ ਪਾਸ ਹੋ ਸਕਦਾ ਹੈ। ਹਾਂਜੀ ਅਤੇ ਲੋਕਾਂ ਨੇ, ਕਈਆਂ ਨੇ ਫੇਕ ਕਰਨ ਦੇ ਚੱਕਰ ਦੇ ਵਿੱਚ ਬੜੇ ਵੱਡੇ ਵਿਆਹ ਵੀ ਕਰਾਏ ਨੇ, ਉਹ ਵੀ ਐਂਡ ਦੇ ਵਿੱਚ ਕੋਰਟ ਹਾਂਜੀ ਇਮੀਗ੍ਰੇਸ਼ਨ ਕੈਚ ਕਰ ਲੈਂਦੀ ਹੈ ਨਾ। ਉਹ ਅੱਗੇ ਦੇਖਦੇ ਨੇ ਕਿ ਘਰਦਿਆਂ ਦੇ ਕੀ ਨਾਮ ਆ, ਕਿੰਨੀ ਵਾਰੀ ਗੱਲ ਕਰਦੇ ਉਹਨਾਂ ਨਾਲ, ਹਾਂਜੀ ਕੀ ਤੁਹਾਡਾ ਰੂਟੀਨ ਆ, ਜੀ। ਬਰਸ਼ ਦਾ ਕੀ ਕਲਰ ਆ, ਅੱਛਾ ਕਾਫੀ ਕੁਝ ਪੁੱਛ ਕਾਫੀ ਰਹੇ ਆ। ਡਿਟੇਲਸ ਕੀ, ਅੱਛਾ ਜਿਹੜੀ ਕਾਰ ਚਲਾਉਂਦੇ ਆ ਉਹਦੀ ਰੂਫ ਦੇ ਉੱਤੇ ਕੀ ਕਲਰ ਆ, ਜੀ ਡੋਰਮੈਟ ਜਿਹੜਾ ਹੈਗਾ ਉਹ ਕਿਹੜੇ ਕਲਰ ਦਾ। ਹੁਣ ਤੁਸੀਂ ਇਹ ਹਰੇਕ ਜਿਹੜੇ ਚੀਜ਼ ਸਵਾਲ ਹੈ ਤਿਆਰੀ ਵੀ ਨਹੀਂ ਕਰ ਸਕਦੇ। ਤਿਆਰੀ ਵੀ ਨਹੀਂ ਕਰ ਸਕਦੇ। ਹਾਂਜੀ ਕਈਆਂ ਨੇ ਹੁਣ ਬੈਂਕ ਖਾਤੇ ਬਣਾਏ ਹੁੰਦੇ ਨੇ ਨਾ, ਕ੍ਰੈਡਿਟ ਕਾਰਡਸ ਵਗੈਰਾ। ਇੱਕ ਸਾਡਾ ਕੇਸ ਸੀਗਾ, ਮੈਂ ਗਿਆ ਪਹਿਲਾਂ ਤਾਂ ਇੱਦਾਂ ਕਿ ਜਿਹੜਾ ਮੈਨੂੰ ਹੀ ਆ ਕੇ ਕਹਿੰਦਾ ਕਿ ਸਾਡਾ ਨਕਲੀ ਹੈ, ਮੈਂ ਨਹੀਂ ਲੈਣਾ ਕੇਸ ਕਿਸੇ ਦਾ, ਹਾਂਜੀ ਕਿਉਂਕਿ ਤੁਹਾਡੀ ਪਹਿਲਾਂ ਵੀ ਮੈਂ ਕਈ ਵਾਰੀ ਦੱਸਿਆ ਕਿ ਆਪਾਂ ਆਫਿਸ ਦੇ ਮੂਹਰੇ ਬਾਰ-ਬਾਰ ਜਾਣਾ ਹੁੰਦਾ ਹੈ, ਸਾਡੀ ਵੀ ਆਪਣੀ ਇੱਕ ਕ੍ਰੈਡੀਬਿਲਿਟੀ ਹੈ ਹਾਂਜੀ ਆਫਿਸ ਦੇ ਮੂਹਰੇ। ਜੇ ਤੁਸੀਂ ਲੈ ਕੇ ਜਾਓਗੇ ਜਿਹੜੇ ਇੱਦਾਂ ਦੇ ਕੰਮ ਕਰਦੇ ਨੇ, ਅਤੇ ਇਵੈਂਚੁਅਲੀ ਜਦੋਂ ਉਹ ਆਪਣੇ ਅਸਲੀ ਕਲਾਇੰਟਸ ਦੇ ਨਾਲ ਵੀ ਜਾਂਦੇ ਨੇ, ਇਮੀਗ੍ਰੇਸ਼ਨ ਉਹਨਾਂ ਨੂੰ ਵੀ ਬੜਾ ਹਾਰਡ ਟਾਈਮ ਦਿੰਦੀ ਹੈ ਨਾ। ਹਾਂਜੀ ਅਤੇ ਰੈਪੂਟੇਸ਼ਨ ਲਾਇਰ ਦੀ ਕੋਰਟ ਦੇ ਵਿੱਚ ਜੱਜਸ ਦੇ ਮੂਹਰੇ ਬੜੀ ਮਟੀਰੀਅਲ ਚੀਜ਼ ਹੈ। ਕਈ ਜਿਹੜੇ ਹੁਣ ਵਕੀਲ ਹੈਗੇ ਨੇ ਉਹ ਆਪਣੇ ਜੱਜ ਮੂਹਰੇ ਪੇਸ਼ ਨਹੀਂ ਹੁੰਦੇ, ਉਹਨਾਂ ਜੀ ਨੂੰ ਪਤਾ ਕਿ ਰੈਪੂਟੇਸ਼ਨ ਉਹਨਾਂ ਨੇ ਇੰਨੀ ਕੁ ਖਰਾਬ ਕੀਤੀ ਹੋਈ ਹੈ ਕਿ ਉਹਨਾਂ ਦੇ ਜੱਜ ਨੇ ਕੇਸ ਡਿਨਾਈ ਹੀ ਕਰਨੇ ਆ, ਕਿ ਉਹਨਾਂ ਦਾ ਜੈਨੂਇਨ ਜਿਹੜੇ ਕੇਸਿਸ ਆ ਉਹ ਵੀ ਉਹਨਾਂ ਨੂੰ ਲੱਗਣਾ ਕਿ ਇਹ ਨਕਲੀ ਹੈ। ਅੱਛਾ ਜੀ। ਹੁਣ ਇੱਕ ਕੇਸ ਸੀਗਾ, ਉਹਦੇ ਵਿੱਚ ਉਹਨਾਂ ਨੇ ਕ੍ਰੈਡਿਟ ਕਾਰਡ ਸਟੇਟਮੈਂਟਸ ਮੰਗੀਆਂ ਉਹਨਾਂ ਦੇ ਕੋਲ, ਅਤੇ ਹਾਂਜੀ ਉਹਨਾਂ ਨੇ ਆਪਣੇ ਵੱਲੋਂ ਸਾਰਾ ਰੈਕਰਡਸ ਵਗੈਰਾ ਬਣਾਏ ਹੋਏ ਸੀ, ਬੈਂਕ ਸਟੇਟਮੈਂਟਸ, ਕ੍ਰੈਡਿਟ ਕਾਰਡ ਸਟੇਟਮੈਂਟ। ਉਹ ਆਫਿਸਰ ਜਿਹੜਾ ਸੀਗਾ ਉਹ ਪੂਰੀ ਡਿਟੇਲ ਦੇ ਵਿੱਚ ਚਲਾ ਗਿਆ। ਉਹ ਕਹਿੰਦਾ ਕਿ ਮੈਨੂੰ ਟ੍ਰਾਂਜੈਕਸ਼ਨਸ ਐਕਸਪਲੇਨ ਕਰੋ ਕਿ ਕ੍ਰੈਡਿਟ ਕਾਰਡ ਦੇ ਕੀ ਹੈਗੇ, ਮੈਨੂੰ ਕ੍ਰੈਡਿਟ ਕਾਰਡ ਦੇ ਟ੍ਰਾਂਜੈਕਸ਼ਨ ਦੇ ਥਰੂ ਦੱਸੋ ਕਿ ਤੁਹਾਡੀ ਵਿਆਹੀ ਜ਼ਿੰਦਗੀ ਚੱਲ ਰਹੀ ਹੈਗੀ ਹੈ। ਹਾਂਜੀ ਉਹ ਇੱਕ ਟ੍ਰਾਂਜੈਕਸ਼ਨ ਫਰੈਜ਼ਨੋ ਹੋ ਰਿਹਾ, ਇੱਕ ਟ੍ਰਾਂਜੈਕਸ਼ਨ ਸੈਨ ਹੋਜ਼ੇ ਹੋ ਰਿਹਾ। ਕਹਿੰਦਾ ਇਹਨੂੰ ਐਕਸਪਲੇਨ ਕਰੋ ਕਿ ਵੀ ਕੀ ਹੋ ਰਿਹਾ। ਇਹ ਕੀ ਹੋ ਰਿਹਾ ਹੈਗਾ, ਹੈ ਨਾ। ਕਿ ਇਹ ਨਹੀਂ ਕਿ ਕ੍ਰੈਡਿਟ ਕਾਰਡ ਖੋਲ੍ਹ ਰਿਹਾ ਅਤੇ ਵਾਹ ਹਾਂਜੀ। ਹਾਂਜੀ ਸੋ ਉਹਨਾਂ ਦੇ ਕੋਲ ਕਾਫੀ ਸਾਰੇ ਟੂਲਸ ਹੁੰਦੇ ਨੇ, ਉਹਨਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਜੀ ਬਿਲਕੁਲ ਜੀ। ਸੋ ਇਹ ਸੀਰੀਅਸ ਗੱਲ ਹੁੰਦੀ ਆ। ਜੀ ਸੋ ਅਤੇ ਤੁਸੀਂ ਕਹਿ ਰਹੇ ਸੀ ਵੀ ਜਿੱਦਾਂ ਪਰਮਾਨੈਂਟ ਗ੍ਰੀਨ ਕਾਰਡ ਲਈ ਅਪਲਾਈ ਕਰ ਲਏ, ਇਹ ਹੈਗਾ I-751। ਜੀ ਸੋ ਇਹ ਜਿਹੜੀ ਜ਼ਰੂਰਤਾਂ ਰਿਕੁਆਇਰਮੈਂਟਸ ਕੀ ਹੈ ਇਹਦੀਆਂ? ਜਿਹੜਾ I-7, ਜਿਹੜਾ ਹੁਣ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਅਪਲਾਈ ਕਰਦੇ ਹੋ, ਤੁਹਾਡੇ ਕੋਲ 2 ਤਰੀਕੇ ਹੁੰਦੇ ਨੇ। ਇੱਕ ਤਾਂ ਜਿੱਦਾਂ ਦੱਸਿਆ ਕਿ ਜੇ ਤੁਹਾਡਾ ਵਿਆਹ ਸਹੀ ਚੱਲ ਰਿਹਾ ਸਾਰਾ, ਜੀ ਤੁਸੀਂ ਇਕੱਠੇ ਫਾਈਲ ਕਰ ਸਕਦੇ ਹੋ, ਉਹਨੂੰ ਜੁਆਇੰਟ ਫਾਈਲਿੰਗ ਕਹਿੰਦੇ ਨੇ। ਜੁਆਇੰਟ ਫਾਈਲਿੰਗ ਦੇ ਵਿੱਚ ਤੁਸੀਂ ਦੋਨੋਂ ਜਾਣੇ ਸਾਈਨ ਕਰਦੇ ਹੋ ਅਤੇ ਦੋਨੋਂ ਜਾਣੇ ਇੰਟਰਵਿਊ 'ਤੇ ਜਾਂਦੇ ਹੋ। ਸਿੱਧਾ ਪ੍ਰੋਸੈਸ ਹੈ, ਇੰਟਰਵਿਊ ਪਾਸ ਕਰੋ ਅਤੇ ਪਰਮਾਨੈਂਟ ਗ੍ਰੀਨ ਕਾਰਡ ਲੈ ਲਓ। ਜੀ ਪੰਗਾ ਹੁਣ ਉਦੋਂ ਪੈ ਜਾਂਦਾ ਜਦੋਂ ਵਿਆਹ ਟੁੱਟ ਜਾਂਦਾ ਹੈ, ਜਾਂ ਨਹੀਂ ਟੁੱਟਦਾ ਪਰ ਪ੍ਰੋਬਲਮਸ ਆ ਜਾਂਦੀਆਂ ਵਿਆਹ ਦੇ ਵਿੱਚ ਕੋਈ ਨਾ ਕੋਈ, ਹੈ ਨਾ। ਜੀ ਉਹਦੇ ਥੱਲੇ ਸਾਡੇ ਕੋਲ 2 ਆਪਸ਼ਨਸ ਆ ਜਾਂਦੀਆਂ, ਸਿੱਧੀਆਂ 2 ਆਪਸ਼ਨਸ ਆ ਜਾਂਦੀਆਂ। ਹੋਰ ਵੀ ਤਰੀਕੇ ਹੋ ਸਕਦੇ ਨੇ, ਪਰ ਜਿਹੜੀਆਂ ਸਿੱਧੀਆਂ 2 ਆਪਸ਼ਨਸ ਉਹ ਇਹ ਹੈ। ਪਹਿਲਾਂ ਤਾਂ ਇਹ ਹੈ ਕਿ ਦੋਨੋਂ ਆਪਸ਼ਨਸ ਦੇ ਵਿੱਚ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਕਿ ਤੁਹਾਡਾ ਵਿਆਹ ਜੈਨੂਇਨ ਸੀਗਾ, ਗੁੱਡ ਫੇਥ 'ਚ ਸੀਗਾ। ਜੀ ਤੁਹਾਨੂੰ ਐਵੀਡੈਂਸ ਲਾਉਣਾ ਪਊਗਾ ਕਿ ਅਸਲੀ ਵਿਆਹ ਸੀਗਾ, ਲੋਕਾਂ ਨੇ ਅਟੈਂਡ ਕੀਤਾ, ਜੋ ਵੀ ਤੁਸੀਂ ਐਵੀਡੈਂਸ ਲਾਉਣਾ ਚਾਹੁੰਦੇ ਹੋ, ਇਕੱਠੇ ਰਹਿੰਦੇ ਹੋ, ਯੂਟਿਲਿਟੀ ਬਿਲਸ, ਹੈ ਨਾ, ਬੈਂਕ ਸਟੇਟਮੈਂਟ, ਇੰਸ਼ੋਰੈਂਸ ਰੈਕਡ, ਸਾਰਾ ਕੁਛ। 2 ਆਪਸ਼ਨਸ ਇਹ ਹੈਗੀਆਂ ਕਿ ਪਹਿਲਾਂ ਤਾਂ ਤੁਸੀਂ ਇਹ ਡਿਵੋਰਸ ਵੇਵਰ, ਉਹਦੇ ਵਿੱਚ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਵਿਆਹ ਜੈਨੂਇਨ ਸੀਗਾ, ਤੁਹਾਡੇ ਵੱਲੋਂ ਕੋਈ ਫਾਲਟ ਨਹੀਂ ਸੀ, ਇਮੀਗ੍ਰੈਂਟ ਵੱਲੋਂ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਈਵਨ ਤੁਸੀਂ ਉਹਦੇ ਵਿੱਚ ਕਾਉਂਸਲਿੰਗ ਕੀਤੀ, ਮਿਊਚੁਅਲੀ ਗਏ ਕਪਲਸ ਕਾਉਂਸਲਿੰਗ ਲਈ, ਤੁਸੀਂ ਉਹ ਵੀ ਰੈਕਡ ਪਾ ਸਕਦੇ ਹੋ ਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਚੱਲਿਆ ਨਹੀਂ, ਅਤੇ ਫਿਰ ਤੁਹਾਡਾ ਡਿਵੋਰਸ ਹੋ ਗਿਆ। ਉਹਨੂੰ ਡਿਵੋਰਸ ਡਿਕਰੀ ਦੇ ਨਾਲ ਤੁਸੀਂ ਫਾਈਲ ਕਰਕੇ ਡਿਵੋਰਸ ਵੇਵਰ ਦੇ ਥੱਲੇ ਤੁਸੀਂ ਆਪਣਾ ਫਾਈਲ ਕਰ ਸਕਦੇ ਹੋ ਪਰਮਾਨੈਂਟ ਗ੍ਰੀਨ ਕਾਰਡ। ਅਤੇ ਕਈ ਵਾਰੀ ਲੋਕਾਂ ਕੋਲ ਡਿਵੋਰਸ ਦੀ ਵੀ ਆਪਸ਼ਨ ਨਹੀਂ ਹੁੰਦੀ, ਹੈ ਨਾ। ਉਹਨਾਂ ਦੇ ਹਾਲਾਤ ਇੱਦਾਂ ਦੇ ਹੋ ਜਾਂਦੇ ਨੇ, ਉਹਨਾਂ ਨਾਲ ਕਰੂਐਲਿਟੀ ਹੋਈ ਹੁੰਦੀ ਹੈ ਜਾਂ ਧੱਕਾ ਹੋਇਆ ਹੁੰਦਾ, ਹਾਂਜੀ ਅਤੇ ਫਿਰ ਉਹਨਾਂ ਨੂੰ ਜਿਹੜੀ ਹੈ ਐਕਸਟ੍ਰੀਮ ਕਰੂਐਲਿਟੀ ਸ਼ੋਅ ਕਰਨੀ ਪੈਂਦੀ ਹੈ। ਜਿੱਦਾਂ ਆਪਾਂ ਵਾਵਾ ਦੇ ਕੇਸ ਜਾਂ ਯੂ ਵੀਜ਼ੇ ਦੇ ਕੇਸ ਦੇ ਵਿੱਚ ਕਰਦੇ ਹਾਂ, ਇੱਦਾਂ ਹੀ ਸੇਮ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਦੇ ਵਿੱਚ ਜੇ ਤੁਹਾਡਾ ਵਿਆਹ ਜੈਨੂਇਨ ਸੀਗਾ, ਤੁਸੀਂ ਇਹ ਸ਼ੋਅ ਕਰ ਸਕਦੇ ਹੋ। ਅਤੇ ਨਾਲ ਤੁਸੀਂ ਜੇ ਇਹ ਪ੍ਰੂਵ ਕਰੋ ਕਿ ਤੁਹਾਡੇ ਨਾਲ ਧੱਕਾ ਹੋਇਆ, ਕਰੂਐਲਿਟੀ ਹੋਈ ਹੈ, ਕੁੱਟਮਾਰ ਹੋਈ ਹੈ, ਉਹਦੇ ਲਈ ਇਮੀਗ੍ਰੇਸ਼ਨ ਐਵੀਡੈਂਸ ਮੰਗੂਗੀ, ਹੈ ਨਾ, ਪੁਲਿਸ ਦੀ 911 ਦੀ ਰਿਪੋਰਟ ਜਾਂ ਹੋਰ ਡਾਕਟਰ ਦੇ ਮੈਡੀਕਲ ਦੇ ਐਵੀਡੈਂਸ, ਹੋਰ ਐਫੀਡੇਵਿਟਸ ਵਗੈਰਾ ਤੁਹਾਨੂੰ ਕੇਸ ਪ੍ਰੂਵ ਕਰਨਾ ਪੈਂਦਾ, ਅਤੇ ਉਹਦੇ ਨਾਲ ਤੁਹਾਡਾ ਪਰਮਾਨੈਂਟ ਗ੍ਰੀਨ ਕਾਰਡ ਆ ਜਾਂਦਾ ਫਿਰ। ਜੀ
ਸੋ ਇਹ ਹੋਊਗੀ ਮਤਲਬ ਜੇ ਧੱਕਾ ਹੋਇਆ ਇਹ ਸਿੰਗਲ ਫਾਈਲਿੰਗ ਹੋ ਗਈ ਅਤੇ ਜੁਆਇੰਟ ਫਾਈਲਿੰਗ ਨੇ ਦੋ ਪ੍ਰੋਸੈਸ ਹੈਗੇ ਆ। ਜੀ। ਸੋ ਇਹਨਾਂ 'ਚ ਇਹ ਫ਼ਰਕ ਕੀ ਹੈਗਾ ਆ? ਜੁਆਇੰਟ ਫਾਈਲਿੰਗ 'ਚ ਇਹ ਹੈ ਕਿ ਦੋਨਾਂ ਨੂੰ ਦੋਨੋਂ ਸਪਾਊਸਸ ਨੂੰ ਸਾਈਨ ਕਰਨਾ ਪੈਂਦਾ। ਹਾਂਜੀ ਜਿਹੜਾ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਸਪਾਊਸ ਹੈ ਉਹਨੂੰ ਵੀ, ਅਤੇ ਇਮੀਗ੍ਰੈਂਟ ਸਪਾਊਸ ਨੂੰ ਵੀ। ਜੀ ਅਤੇ ਜਿਹੜੀ ਸਿੰਗਲ ਫਾਈਲਿੰਗ ਹੈ, ਸਿੰਗਲ ਫਾਈਲਿੰਗ ਦੇ ਵਿੱਚ ਓਬਵੀਅਸਲੀ ਸਿੰਗਲ ਦਾ ਮਤਲਬ ਕਿ ਉਹਨਾਂ ਨੇ ਰਿਫਿਊਜ਼ ਕਰਤਾ ਸਾਈਨ ਤੋਂ, ਅਤੇ ਤੁਸੀਂ ਇਕੱਲੇ ਹੀ ਫਾਈਲ ਕਰ ਰਹੇ ਹੋ। ਜੀ ਜਿਹੜੀ ਜੁਆਇੰਟ ਫਾਈਲਿੰਗ ਹੈ ਉਹ ਤੁਹਾਨੂੰ 90 ਦਿਨ ਦੇ ਪੀਰੀਅਡ ਦੇ ਵਿੱਚ ਹੀ ਫਾਈਲ ਕਰਨੀ ਪੈਂਦੀ ਹੈ, ਜੀ ਐਕਸਪਾਇਰ ਹੋਣ ਤੋਂ ਜਿਹੜਾ 90 ਦਿਨ ਦਾ ਪੀਰੀਅਡ ਜਿੱਦਾਂ ਦੱਸਿਆ। ਅਤੇ ਜਿਹੜੀ ਸਿੰਗਲ ਫਾਈਲਿੰਗ ਹੈ ਉਹ ਤੁਸੀਂ ਪਹਿਲਾਂ ਵੀ ਫਾਈਲ ਕਰ ਸਕਦੇ ਹੋ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ। ਜੇ ਤੁਹਾਡਾ ਪਹਿਲਾਂ ਡਿਵੋਰਸ ਹੋ ਗਿਆ ਹਾਂਜੀ ਜਾਂ ਤੁਹਾਨੂੰ ਪਹਿਲਾਂ ਹੀ ਕੁੱਟਮਾਰ ਪਈ ਹੈ ਤਾਂ ਤੁਹਾਨੂੰ ਪੂਰੇ ਐਂਡ ਤੱਕ 2 ਸਾਲ ਤੱਕ ਜਾਣ ਦੀ ਲੋੜ ਨਹੀਂ, ਤੁਸੀਂ ਜਿੱਥੇ ਵੀ ਰਾਈਟ ਵੇ ਕਰ ਸਕਦੇ ਹੋ। ਜੀ। ਅਤੇ ਜਿੱਦਾਂ ਤੁਸੀਂ ਕਹਿ ਰਹੇ ਸੀ ਜੁਆਇੰਟ ਫਾਈਲਿੰਗ ਤੋਂ ਵੇਵਰ ਕਰਨ ਲਈ, ਜਿੱਦਾਂ ਸਿੰਗਲ ਫਾਈਲਿੰਗ ਕਰ ਲਏ, ਇਹਦੇ ਲਈ ਕੀ ਸਬੂਤ ਕਰਨੀ ਪੈਂਦੀ, ਕੀ ਪ੍ਰੂਵ ਕਰਨਾ ਪੈਂਦਾ? ਤੁਸੀਂ ਤਾਂ ਮੈਂਸ਼ਨ ਕੀਤਾ ਸੀਗਾ। ਜੀ ਪਹਿਲਾਂ ਤਾਂ ਇਨ ਜਨਰਲ ਜਦੋਂ ਤੁਸੀਂ ਆਪਣਾ ਵਿਆਹ ਜਿਹੜਾ ਪ੍ਰੂਵ ਕਰਨਾ ਹੈ, ਸਾਡੇ ਆਫਿਸ ਵੱਲੋਂ ਰეკਮੈਂਡੇਸ਼ਨ ਇਹ ਹੁੰਦੀ ਹੈ ਕਿ ਤੁਸੀਂ ਆਪਣੀ ਇੱਕ ਫੋਟੋ ਐਲਬਮ ਬਣਾਓ ਵਧੀਆ ਜੀ, ਪੂਰੀ ਉਹਦੀ ਟਾਈਮਲਾਈਨ ਇਸਟੈਬਲਿਸ਼ ਕਰੋ ਕਿ ਕਿੱਥੇ ਮਿਲੇ ਸੀਗੇ, ਪਹਿਲੀ ਮੀਟਿੰਗ ਕਿੱਦਾਂ ਸੀਗੀ, ਜਾਂ ਪਹਿਲੀ ਡੇਟ ਕਿੱਦਾਂ ਸੀਗੀ, ਪ੍ਰਪੋਜ਼ਲ ਕਿੱਦਾਂ ਸੀਗਾ। ਜੀ ਜੇ ਕਿਸੇ ਨੇ ਟ੍ਰੈਡੀਸ਼ਨਲ ਵਿਆਹ ਕੀਤਾ ਉਹਦਾ ਉਹੀ ਰੋਕਾ ਸੈਰੇਮਨੀ, ਰਿੰਗ ਸੈਰੇਮਨੀ, ਸਾਰੇ ਆਪਣੇ ਜਿਹੜੇ ਫੰਕਸ਼ਨ ਹੈ ਉਹ ਸਾਰੇ ਐਕਸਪਲੇਨ ਕਰੋ। ਜਿਹੜੇ ਵੀ ਰਿਸ਼ਤੇਦਾਰਾਂ ਨੇ ਅਟੈਂਡ ਕੀਤਾ ਸੀਗਾ ਸਾਰਿਆਂ ਨੂੰ ਦੱਸੋ ਕਿ ਕੌਣ ਕੌਣ ਆਇਆ ਸੀਗਾ। ਜੀ ਫਿਰ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਦੱਸੋ ਕਿ ਕਿੱਥੇ ਕਿੱਥੇ ਘੁੰਮਣ ਗਏ ਸੀਗੇ, ਕੀ ਕੀਤਾ ਸੀਗਾ, ਹੈ ਨਾ। ਜੀ ਉਹ ਸਾਰੀ ਜਿਹੜੀ ਟਾਈਮਲਾਈਨ ਹੈ ਫੋਟੋਗ੍ਰਾਫਸ ਰਾਹੀਂ ਤੁਸੀਂ ਪੂਰੀ ਡਿਟੇਲ ਕਰ ਸਕਦੇ ਹੋ। ਕਈ ਵਾਰੀ ਹੁਣ ਆਪਾਂ ਲੋਕੀ ਦੇਖਦੇ ਉਹਨਾਂ ਦੇ ਕੇਸ ਵਿਚਾਰਿਆਂ ਦੇ ਐਵੇਂ ਨਜਾਇਜ਼ ਹੀ ਡਿਨਾਈ ਹੋਏ ਹੁੰਦੇ ਨੇ ਕਿ ਸਾਡੇ ਕੋਲ ਕੋਈ ਐਵੀਡੈਂਸ ਹੈਗਾ ਨਹੀਂ, ਆਪਾਂ ਤਾਂ ਕੁਛ ਕੀਤਾ ਨਹੀਂ, ਪਰ ਇਹ ਸਾਰਾ ਜਿਹੜਾ ਤੁਹਾਡਾ ਵਿਆਹ ਤੱਕ ਦਾ ਹੈ ਅਤੇ ਵਿਆਹ ਤੋਂ ਬਾਅਦ ਵਾਲਾ ਇਹ ਕਾਫੀ ਚੰਗਾ ਗੁੱਡ ਐਵੀਡੈਂਸ ਹੈ। ਜੀ ਫਿਰ ਜਿਹੜੇ ਵੀ ਲੋਕੀ ਤੁਹਾਡੇ ਵਿਆਹ ਦੇ ਵਿੱਚ ਅਟੈਂਡ ਕੀਤਾ ਸੀਗਾ ਜਿਨ੍ਹਾਂ ਨੇ, ਉਹ ਸਾਰਿਆਂ ਦੇ ਫੋਟੋ ਦੇ ਨਾਲ ਉਹਨਾਂ ਦੀ ਵਿਆਹ ਵਾਲੀ ਫੋਟੋ ਲਾਓ, ਨਾਲ ਉਹਨਾਂ ਤੋਂ ਐਫੀਡੇਵਿਟ ਲਓ। ਜੇ ਤੁਸੀਂ ਕਿਸੇ ਦੇ ਡਿਨਰ ਕਰਨ ਗਏ ਸੀਗੇ ਘਰ ਦੇ, ਉਹਨਾਂ ਦੇ ਵੀ, ਜੇ ਤੁਹਾਡੇ ਘਰੇ ਕੋਈ ਗੈਸਟ ਆਇਆ ਉਹਨਾਂ ਦਾ ਵੀ ਡਿਨਰ ਵਗੈਰਾ ਲਓ। ਜੀ ਇਸ ਤੋਂ ਇਲਾਵਾ ਹੁਣ ਅੱਜ ਦੀ ਡੇਟ 'ਚ ਬਾਕੀਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਇਹ ਨੌਲੇਜ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਉੱਥੋਂ ਦੀ ਇੱਥੇ ਆਉਂਦੇ ਹੋ, US ਦੇ ਵਿੱਚ ਆਉਂਦੇ ਹੋ, ਅਤੇ ਮੇਕ ਸ਼ੋਰ ਕਰੋ ਕਿ ਤੁਸੀਂ ਕਾਫੀ ਸਾਰੇ ਜੁਆਇੰਟ ਡਾਕੂਮੈਂਟਸ ਕ੍ਰੀਏਟ ਕਰੋ ਕਿ ਲੀਜ਼ ਦੇ ਵਿੱਚ ਆਪਣਾ ਨਾਮ ਪਵਾਓ। ਇਹ ਨਹੀਂ ਕਿ ਕਿਸੇ ਦੀ ਪਹਿਲਾਂ ਹੀ ਚੱਲ ਰਹੀ ਹੈ, $50-100 ਖਰਚ ਕੇ ਆਪਣਾ ਨਾਮ ਉਹਦੇ ਵਿੱਚ ਐਡ ਕਰਾਓ। ਕ੍ਰੈਡਿਟ ਕਾਰਡ ਦੇ ਵਿੱਚ ਆਪਣਾ ਨਾਮ ਐਡ ਕਰਾਓ, ਜੁਆਇੰਟ ਹੈਲਥ ਇੰਸ਼ੋਰੈਂਸ ਉਹਦੇ ਵਿੱਚ ਨਾਮ ਐਡ ਕਰਾਓ। ਜਿਹੜੇ ਵੀ ਤੁਹਾਡੇ ਚਿੱਠੀ ਪੱਤਰ ਆਉਂਦੇ ਨੇ, ਤੁਸੀਂ ਕੋਈ ਸ਼ਾਪਿੰਗ ਕਰਦੇ ਹੋ ਐਮਾਜ਼ੋਨ ਤੋਂ, ਔਨਲਾਈਨ ਕਿਤੋਂ ਵੀ ਸ਼ਾਪਿੰਗ ਕਰਦੇ ਹੋ, ਜਿਹੜਾ ਤੁਹਾਡੇ ਉਹ ਇਹ ਪ੍ਰੂਫ ਦਿਖਾਓ ਉਹਨਾਂ ਨੂੰ ਕਿ ਇੱਕੋ ਘਰ 'ਚ ਤੁਸੀਂ ਰਹਿੰਦੇ ਸੀਗੇ, ਤੁਹਾਨੂੰ ਉੱਥੇ ਤੁਹਾਡੀ ਮੇਲ ਵਗੈਰਾ ਆਈਆਂ, ਯੂਟਿਲਿਟੀ ਬਿੱਲ ਵਗੈਰਾ ਆਏ ਆ, ਜੀ ਫੋਨ ਬਿੱਲ ਵਗੈਰਾ ਆਏ ਆ। ਅਤੇ ਇਹ ਇੱਦਾਂ ਦੇ ਡਾਕੂਮੈਂਟਸ ਰਾਹੀਂ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਤੁਹਾਡਾ ਵਿਆਹ ਜੈਨੂਇਨ ਸੀਗਾ। ਜੀ ਸੋ ਸੇਮ ਥਿੰਗ ਹੁਣ ਜੈਨੂਇਨ ਵਿਆਹ ਕਰਨਾ, ਪ੍ਰੂਵ ਕਰਨਾ ਥੋੜ੍ਹਾ ਜਿਹਾ ਈਜ਼ੀ ਹੈ, ਪਰ ਕਈ ਵਾਰੀ ਨਾ ਲੋਕਾਂ ਕੋਲ ਜਿਹੜੀ ਕਰੂਐਲਿਟੀ ਹੈ ਜਾਂ ਧੱਕਾ ਹੋਇਆ ਹੋਣਾ ਨਾ, ਉਹ ਨਹੀਂ ਪ੍ਰੂਵ ਕਰ ਸਕਦੇ। ਉਹਦਾ ਰੀਜ਼ਨ ਇਹ ਹੈ ਕਿ ਪਹਿਲਾਂ ਕਈ ਵਾਰੀ ਉਹ ਕਹਿੰਦੇ ਨੇ ਚੱਲ ਵਿਆਹ ਚੱਲਦਾ ਰਹੇ ਸਾਡਾ, ਠੀਕ ਹੋ ਜਾਊਗਾ ਸਾਰਾ, ਇੱਕ ਦਿਨ ਹਾਂਜੀ ਠੀਕ ਹੋ ਬਾਅਦ 'ਚ ਜਾਊਗਾ। ਠੀਕ ਹੋ ਜੂ। ਅਤੇ ਹੁਣ ਉਹ ਜਿਹੜੀ ਨੋਰਮਲ ਰੂਟੀਨ ਲਾਈਫ ਦੇ ਵਿੱਚ ਉਹ ਆਪਣੇ ਸਬੂਤ ਨਹੀਂ ਇਕੱਠੇ ਕਰਦੇ, ਕਿਉਂਕਿ ਉਹਨਾਂ ਦਾ ਜੀ ਧਿਆਨ ਇਸ ਵੱਲ ਨਹੀਂ ਹੁੰਦਾ ਹੈ ਨਾ, ਉਹਨਾਂ ਦਾ ਹਾਂਜੀ ਇਹ ਨਹੀਂ ਉਹਨਾਂ ਦੇ ਮਨ 'ਚ ਹੁੰਦਾ ਕਿ ਇੱਕ ਦਿਨ ਆਪਾਂ ਇੱਦਾਂ ਕਰਕੇ ਗ੍ਰੀਨ ਇਕੱਠੇ ਕਾਰਡ ਹੋ ਲੈਣਾ। ਗਏ। ਜੀ ਅਤੇ ਉਹ ਫਿਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਐਜ਼ ਅ ਲਾਇਰ ਕੰਪਲੈਕਸ ਸਿਚੁਏਸ਼ਨ ਹੋ ਜਾਂਦੀ ਹੈ ਕਿ ਉਹ ਆਉਂਦੇ ਨੇ ਅਤੇ ਕਾਫੀ ਧੱਕਾ ਹੋਇਆ ਹੁੰਦਾ, ਕਈ ਵਾਰੀ ਆਲਮੋਸਟ ਘਰੋਂ ਬਾਹਰ ਕੱਢ ਦਿੱਤਾ ਗਿਆ ਹੁੰਦਾ, ਜੀ ਅਤੇ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੁੰਦਾ। ਬਸ ਕਈ ਵਾਰੀ ਜਿਹੜਾ ਉਹਨਾਂ ਨੇ ਦਿਖਾ ਨਹੀਂ ਸਕਦੇ। ਹਾਂਜੀ ਕਈ ਵਾਰੀ ਉਹਨਾਂ ਨੇ ਲਾਇਰ ਵੀ ਆਪਣਾ ਕੰਸਲਟ ਨਹੀਂ ਕੀਤਾ ਹੁੰਦਾ, ਹਾਂਜੀ ਅਤੇ ਜਿਹੜੇ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈ ਉਹਨਾਂ ਨੇ ਆਪਣਾ ਲਾਇਰ ਪਾਇਆ ਹੁੰਦਾ। ਹੁਣ ਕਈਆਂ ਕੋਲ ਪਤਾ ਵੀ ਨਹੀਂ ਕਿ ਲਾਇਰ ਕੌਣ ਆ ਉਹਨਾਂ ਨੂੰ, ਜਾਂ ਪੈਸੇ ਨਹੀਂ ਹੁੰਦੇ ਕਿ ਕਿੱਥੇ ਜਾਣਾ, ਹੈ ਨਾ। ਬਿਲਕੁਲ ਹਾਂਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੇ ਤੁਸੀਂ ਹਰੇਕ ਚੀਜ਼ ਜੇ ਡਾਕੂਮੈਂਟ ਕਰ ਸਕਦੇ ਹੋ, ਤੁਸੀਂ ਉਹਨੂੰ ਜ਼ਰੂਰ ਡਾਕੂਮੈਂਟ ਕਰੋ। ਜਿਹੜੇ ਇਹ ਲੜਾਈ ਝਗੜੇ ਆ ਤੁਸੀਂ ਉਹਨੂੰ ਵੀ ਜ਼ਰੂਰ ਡਾਕੂਮੈਂਟ ਕਰੋ। ਤੁਸੀਂ ਉਹਨੂੰ ਡਾਕੂਮੈਂਟ ਕਿੱਦਾਂ ਕਰ ਸਕਦੇ ਹੋ? ਤੁਸੀਂ ਟੈਕਸਟ ਰਾਹੀਂ ਡਾਕੂਮੈਂਟ ਕਰ ਸਕਦੇ ਹੋ। ਹੁਣ ਤੁਸੀਂ ਕਹਿੰਦੇ ਹੋ ਕਿ ਕੋਈ ਤੁਹਾਨੂੰ ਮੂੰਹ ਜ਼ਬਾਨੀ ਅਪੋਲੋਜਾਈਜ਼ ਕਰਦਾ ਹੈ, ਜੀ ਤੁਸੀਂ ਉਹਨੂੰ ਇੱਦਾਂ ਨਹੀਂ, ਤੁਸੀਂ ਉਹਨੂੰ ਰਿਟਨ ਦੇ ਵਿੱਚ ਟੈਕਸਟ ਦੇ ਥਰੂ ਕਰੋ ਕਿ ਹੈ ਨਾ ਇੱਦਾਂ ਮੇਰੇ ਨਾਲ ਹੋਇਆ ਸੀ, ਉਹਨੂੰ ਕਨਫਰਮ ਕਰੋ ਕਿ ਆਹ ਚੀਜ਼ ਇੱਦਾਂ ਆ, ਦੁਬਾਰਾ ਨਹੀਂ ਇੱਦਾਂ ਹੋਣੀ ਚਾਹੀਦੀ। ਜੀ ਜਿਹੜੇ ਤੁਹਾਡੇ ਸਕੇ ਸੰਬੰਧੀ ਹੈ, ਦੋਸਤ ਰਿਸ਼ਤੇਦਾਰ ਹੈ, ਉਹਨਾਂ ਨਾਲ ਸ਼ੇਅਰ ਕਰੋ, ਉਹਨਾਂ ਨੂੰ ਮੈਸੇਜ ਭੇਜੋ, ਉਹਨਾਂ ਦੇ ਰੈਕਰਡ 'ਚ ਹੋਣਾ ਚਾਹੀਦਾ ਹੈ, ਤਾਂ ਕਿ ਜੀ ਕੱਲ੍ਹ ਨੂੰ ਤੁਸੀਂ ਉਹਨਾਂ ਦੀ ਜਦੋਂ ਗਵਾਹੀ ਲਵਾਉਣੀ ਹੈ ਅਤੇ ਉਹ ਕਨਫਰਮ ਕਰ ਸਕਣ ਕਿ ਇੰਸੀਡੈਂਟ ਤੁਹਾਡੇ ਨਾਲ ਹੋਇਆ ਸੀਗਾ। ਜੀ ਬਾਕੀ ਮੇਰੀ ਸੋਚ ਇਹਦੇ ਵਿੱਚ ਇਹ ਹੈ ਕਿ ਜੇ ਕੋਈ ਕਿਸੇ ਦੇ ਉੱਤੇ ਹੱਥ ਚੱਕਦਾ ਹੈ, ਇਹ ਹੁਣ ਇੱਕ ਸਿਵਲਾਈਜ਼ ਸੋਸਾਇਟੀ ਹੈਗੀ ਹੈ ਨਾ, ਹਾਂਜੀ ਮਤਲਬ ਕਿਤੇ ਵੀ ਨਹੀਂ ਚੱਕਣਾ ਚਾਹੀਦਾ, ਪਰ ਜੇ ਕੋਈ ਵੀ ਸਪਾਊਸ ਹੈ ਨਾ, ਇਹ ਨਹੀਂ ਕਿ ਮੇਲ ਹੀ ਚੱਕਦਾ, ਫੀਮੇਲ ਵੀ ਜੇ ਹੱਥ ਚੱਕਦੀ ਹੈ ਹਾਂਜੀ ਅਤੇ ਤੁਹਾਨੂੰ ਹੈਜ਼ੀਟੇਟ ਕਰਨ ਦੀ ਲੋੜ ਨਹੀਂ। ਤੁਸੀਂ ਇੱਕ ਵਾਰੀ ਜੇ ਇੱਦਾਂ ਹੁੰਦਾ ਹੈ ਅਤੇ ਤੁਸੀਂ ਉਹਲੇ ਪਾਥ 'ਤੇ ਜਾਂਦੇ ਹੋ, ਅਤੇ ਜੀ ਜ਼ਿਆਦਾਤਰ ਫਿਰ ਤੁਹਾਡੇ ਨਾਲ ਦੁਬਾਰਾ ਹੋਣ ਦੇ ਵੀ ਚਾਂਸਿਸ, ਜਿਹੜਾ ਇਹਨਾਂ ਦਾ ਸਟੈਟਸ ਹੈਗੇ ਉਹ ਕਾਫੀ ਐਕਸਟ੍ਰੀਮਲੀ ਹਾਈ ਹੈ ਕਿ ਜੇ ਇੱਕ ਵਾਰੀ ਇੱਦਾਂ ਹੁੰਦਾ ਹੈ ਅਤੇ ਉਹ ਡੋਮੈਸਟਿਕ ਵਾਇਲੈਂਸ ਜਿਹੜਾ ਰੁਕਦਾ ਨਹੀਂ ਹੈ। ਜੀ ਅਤੇ ਤੁਸੀਂ ਪੁਲਿਸ ਨੂੰ ਕਾਲ ਕਰੋ, ਪੂਰੀ ਆਪਣੀ ਰਿਪੋਰਟ ਦਿਓ, ਸਾਰਾ ਦੱਸੋ ਉਹਨਾਂ ਨੂੰ ਕੀ ਤੁਹਾਡੇ ਨਾਲ ਹੋਇਆ ਹੈ ਨਾ। ਜੀ ਅਤੇ
ਹੋਰ ਕਾਫੀ ਸਾਰੇ ਉਹ ਤੁਹਾਨੂੰ ਆਪਸ਼ਨਸ ਅਵੇਲੇਬਲ ਕਰਾ ਦਿੰਦੇ ਨੇ। ਪੁਲਿਸ ਤੁਹਾਨੂੰ ਰਿਸੋਰਸਿਸ ਪ੍ਰੋਵਾਈਡ ਕਰ ਦਿੰਦੇ ਨੇ। ਫ੍ਰੀ ਲੀਗਲ ਹੈਲਪ ਵੀ ਕਈ ਵਾਰੀ ਤੁਹਾਡੀ ਅਰੇਂਜ ਕਰਦੇ ਨੇ। ਸ਼ੈਲਟਰ ਹੋਮਸ ਵਗੈਰਾ ਹੁੰਦੇ ਨੇ, ਉੱਥੇ ਤੁਹਾਨੂੰ ਉਹ ਅਕੋਮੋਡੇਟ ਕਰ ਦਿੰਦੇ ਨੇ। ਜੀ ਉੱਥੇ ਤੁਸੀਂ ਜਾ ਕੇ ਰਹਿ ਸਕਦੇ ਹੋ। ਤੁਹਾਨੂੰ ਕੋਈ ਇੱਦਾਂ ਦਾ ਨਹੀਂ ਕਿ ਹੁਣ ਮੈਂ ਰਹੂੰਗਾ ਜਾਂ ਰਹੂੰਗੀ ਕਿੱਥੇ, ਹੈ ਨਾ। ਅਤੇ ਜਿਹੜਾ ਇੱਥੇ US ਦਾ ਇਨਫਰਾਸਟਰਕਚਰ ਹੈ, ਕਾਫੀ ਸਟਰੋਂਗ ਇਨਫਰਾਸਟਰਕਚਰ ਹੈ। ਜੇ ਤੁਸੀਂ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਹੈ ਅਤੇ ਜੀ ਉਹ ਜੇ ਪੁਲਿਸ ਨੂੰ ਦੱਸੇ, ਅਤੇ ਪੁਲਿਸ ਨੂੰ ਸਟੇਟ ਨੇ ਕਾਫੀ ਜਿਹੜੀ ਟੈਕਸ ਪੇਅਰ ਮਨੀ ਹੁੰਦਾ ਉਹਦੇ ਨਾਲ ਕਾਫੀ ਸਾਰੇ ਉਹਨਾਂ ਕੋਲ ਰਿਸੋਰਸਿਸ ਹੁੰਦੇ ਨੇ। ਉਹ ਤੁਹਾਡੀ ਰਹਿਣ ਦੀ ਵੀ ਤੁਹਾਡਾ ਇੰਤਜ਼ਾਮ ਤੁਹਾਡਾ ਟੈਂਪਰੇਰੀ ਕਰ ਦਿੰਦੇ ਨੇ। ਜੀ ਅਤੇ ਕਾਫੀ ਸਾਰੀਆਂ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਵੀ ਤੁਹਾਡੀ ਫ੍ਰੀ ਹੈਲਪ ਕਰ ਸਕਦੀਆਂ। ਅਤੇ ਜੀ ਤੁਸੀਂ ਜੇ ਇੱਦਾਂ ਦੀ ਸਿਚੁਏਸ਼ਨ 'ਚ ਹੋ ਤਾਂ ਤੁਸੀਂ ਹਾਂਜੀ ਬਿਨਾਂ ਡਰੇ ਉਹਨਾਂ ਨੂੰ ਕਾਲ ਕਰੋ, ਪੂਰਾ ਆਪਣਾ ਸਮਝਾਓ ਕੀ ਹੈ ਕਿੱਦਾਂ ਹੋਇਆ। ਜੀ ਬਿਲਕੁਲ ਇਹ ਗੱਲ ਹੈਗੀ ਹੈ ਵਧੀਆ ਵੀ ਇੱਥੇ ਰਿਸੋਰਸਿਸ ਬਹੁਤ ਹੈਗੇ ਆ। ਸੋ ਜਿਹੜਾ ਜੀ ਇਕੱਲਾ ਬੰਦਾ ਇੱਦਾਂ ਨਹੀਂ ਲੋਡ ਫੀਲ ਕਰਦੇ ਵੀ ਮੈਨੂੰ ਇੱਥੇ ਹੀ ਰਹਿਣਾ ਪੈਣਾ ਆ। ਜੀ ਸੋ ਔਖੇ ਵਾਲੀ ਧੱਕਾ ਖਾਣਾ ਪੈਣਾ ਐਵਰੀ ਡੇ। ਜੀ ਸੋ ਇਹ ਵਧੀਆ ਗੱਲ ਆ। ਸੋ ਇਹ ਮੇਰੇ ਖਿਆਲ ਇਹ ਆ ਵੀ ਜਾਂਦਾ ਜਿਹੜਾ ਵਾਵਾ ਦੇ ਅੰਡਰ ਹੈ ਨਾ, ਵਾਇਲੈਂਸ ਅਗੇਂਸਟ ਵੂਮਨ ਐਕਟ। ਸੋ ਇਹ ਵਾਵਾ ਹੈ ਕੀ ਜਿਹੜਾ ਐਗਜ਼ੈਕਟਲੀ ਫਿਰ ਅਸੀਂ ਐਕਸਪਲੇਨ ਜੀ ਕਰਦੇ ਡਿਫਰੈਂਸ। ਜੀ ਵਾਵਾ ਕੀ ਹੈ ਕਿ ਵਾਇਲੈਂਸ ਅਗੇਂਸਟ ਵੂਮਨਸ ਐਕਟ ਇਹਨਾਂ ਨੇ ਇੱਕ ਲਾਅ ਪਾਸ ਕੀਤਾ ਸੀਗਾ। ਉਹਦੇ ਜੀ ਥੱਲੇ ਹੁਣ ਕਈ ਵਾਰੀ ਕੀ ਸੀਗਾ ਕਿ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਵਿਆਹ ਕਰ ਲੈਂਦੇ ਨੇ ਅਤੇ ਉਹਨਾਂ ਪੇਪਰ ਨਹੀਂ ਕਦੀ ਉਹਨਾਂ ਦੇ ਫਾਈਲ ਕਰਦੇ। ਇੱਦਾਂ ਹੀ ਜਿੱਦਾਂ ਕੰਟਰੋਲਿੰਗ ਉਹਨਾਂ ਨੂੰ ਰੱਖਦੇ ਨੇ ਜਾਂ ਐਂਡ ਮੌਕੇ ਤੱਕ ਲਟਕਾਈ ਰੱਖਦੇ ਨੇ ਕਿ ਹੁਣ ਜਿਹਦਾ ਗ੍ਰੀਨ ਕਾਰਡ ਫਾਈਲ ਹੀ ਨਹੀਂ ਹੋਇਆ ਜਾਂ ਜਿਹਦਾ ਕੰਡੀਸ਼ਨਲ ਗ੍ਰੀਨ ਕਾਰਡ ਨਹੀਂ ਆਇਆ, ਉਹ ਜੀ ਪਰਮਾਨੈਂਟ ਗ੍ਰੀਨ ਕਾਰਡ ਵਾਸਤੇ ਤਾਂ ਅਪਲਾਈ ਕਰ ਨਹੀਂ ਸਕਦਾ ਕਿਉਂਕਿ ਕੰਡੀਸ਼ਨਲ ਵੀ ਨਹੀਂ ਆਇਆ। ਅਤੇ ਉਹਨਾਂ ਨੂੰ ਫਿਰ ਇੱਕ ਵਾਵਾ ਦੇ ਥੱਲੇ ਜਾਣਾ ਪੈਂਦਾ ਹੈ। ਵਾਵਾ ਦੇ ਥੱਲੇ ਤੁਹਾਡੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਾਲ ਤੁਹਾਡਾ ਵਿਆਹ ਹੋਣਾ ਚਾਹੀਦਾ। ਜੀ ਅਤੇ ਬੇਸਿਕਲੀ ਤੁਹਾਡੇ ਨਾਲ ਜੇ ਪਹਿਲਾਂ ਹੀ ਧੱਕਾ ਹੋ ਜਾਂਦਾ ਆਉਂਦਾ ਹੀ ਹੈ ਨਾ, ਪਹਿਲੇ ਦੂਜੇ ਤੀਜੇ ਮਹੀਨੇ ਹੀ, ਅਤੇ ਫਿਰ ਤੁਹਾਨੂੰ ਇੱਦਾਂ ਡਰ ਕੇ ਰਹਿਣ ਦੀ ਲੋੜ ਨਹੀਂ ਕਿ ਹੁਣ ਮੈਨੂੰ ਪਹਿਲਾਂ ਜਦ ਤੱਕ ਮੇਰਾ ਕੰਡੀਸ਼ਨਲ ਗ੍ਰੀਨ ਕਾਰਡ ਨਹੀਂ ਆਉਂਦਾ ਤਦ ਤੱਕ ਮੈਂ ਕੁੱਟ ਖਾਈ ਜਾਣੀ ਹੈ ਨਾ। ਹਾਂਜੀ ਤੁਸੀਂ ਉਦੋਂ ਹੀ ਫਿਰ ਰਾਈਟ ਵੇ ਤੁਸੀਂ ਵਾਵਾ ਦੇ ਥੱਲੇ ਅਪਲਾਈ ਕਰ ਸਕਦੇ ਹੋ। ਜੀ ਤੁਹਾਨੂੰ ਇੱਕ ਦਿਨ ਵੀ ਵੇਟ ਕਰਨ ਦੀ ਲੋੜ ਨਹੀਂ ਕਿ ਪਹਿਲਾਂ ਕੰਡੀਸ਼ਨਲ ਗ੍ਰੀਨ ਕਾਰਡ ਆਵੇ ਫਿਰ ਮੈਂ ਪੁਲਿਸ ਨੂੰ ਰਿਪੋਰਟ ਕਰਨਾ। ਜੀ ਅਤੇ ਤੁਸੀਂ ਰਾਈਟ ਵੇ ਵਾਵਾ ਦੇ ਥੱਲੇ ਰਿਲੀਫ ਫਾਈਲ ਕਰ ਸਕਦੇ ਹੋ। ਅਤੇ ਜੀ ਉਹਦੇ ਜੇ ਤੁਹਾਡਾ ਵਾਵਾ ਪਾਸ ਹੋ ਜਾਵੇ, 360 ਪਟੀਸ਼ਨ ਪਾਸ ਹੋ ਜਾਵੇ, ਅਤੇ ਉਹਦੇ ਵਿੱਚ ਵੀ ਤੁਸੀਂ ਗ੍ਰੀਨ ਕਾਰਡ ਜਿਹੜੀ ਐਡਜਸਟਮੈਂਟ ਆਫ ਸਟੇਟਸ ਹੈ ਉਹ ਰਾਈਟ ਵੇ ਨਾਲ ਹੀ ਫਾਈਲ ਕਰ ਸਕਦੇ ਹੋ ਵਾਵਾ ਦੇ। ਜੀ ਅਤੇ ਉਹਦਾ ਪ੍ਰੋਸੈਸ ਵੀ ਜਿੱਦਾਂ ਕੁਛ ਫਰਕ ਤਾਂ ਨਹੀਂ ਪੈਂਦਾ ਤੁਹਾਡਾ ਗ੍ਰੀਨ ਕਾਰਡ ਦਾ, ਜਿੱਦਾਂ ਟਾਈਮ ਫਰੇਮ ਉਨਾ ਹੀ ਹੁੰਦਾ ਹੈ ਜੇ ਤੁਸੀਂ ਵਾਵਾ ਦੇ ਅੰਡਰ ਹੋਗੇ ਜਾਂ ਵਾਵਾ ਦੇ ਵਿੱਚ ਤੁਹਾਨੂੰ ਸਿੱਧਾ ਹੀ ਵਾਵਾ ਦੇ ਵਿੱਚ ਤੁਸੀਂ ਵਾਵਾ ਪਟੀਸ਼ਨ ਅਤੇ ਐਡਜਸਟਮੈਂਟ ਆਫ ਸਟੇਟਸ ਇਕੱਠੇ ਰਾਈਟ ਵੇ ਫਾਈਲ ਕਰ ਦਿੰਦੇ ਹੋ। ਹਾਂਜੀ ਟਾਈਮ ਫਰੇਮ ਐਡਜਸਟਮੈਂਟ ਦਾ ਰਫਲੀ ਅਬਾਊਟ ਸੇਮ ਹੀ ਹੈ, ਤਕਰੀਬਨ 1.5-2 ਸਾਲ ਤੁਹਾਡੇ ਲੱਗ ਸਕਦੇ ਨੇ। ਜੀ ਪਰ ਇਹ ਹੈ ਕਿ ਵਾਵਾ ਦੇ ਵਿੱਚ ਤੁਸੀਂ ਕਿਸੇ 'ਤੇ ਡਿਪੈਂਡੈਂਟ ਨਹੀਂ ਹੋ, ਤੁਹਾਡੀ ਆਪਣੀ ਪਟੀਸ਼ਨ ਹੈ, ਤੁਸੀਂ ਸਿੱਧੇ ਡਾਇਰੈਕਟਲੀ ਗ੍ਰੀਨ ਕਾਰਡ ਲੈ ਸਕਦੇ ਸਿੰਗਲ ਹੋ। ਹਾਂਜੀ ਇਕੱਲੇ ਕਰ ਰਹੇ ਹਾਂ ਜੀ। ਅਤੇ ਇਹ ਲੋਕਾਂ ਨੇ ਇਹ ਵੀ ਸੁਣਿਆ ਹੋਣਾ ਵਾਵਾ ਜਿਹਦੇ 'ਚ ਵਿਆਹ ਦੇ ਵਿੱਚ ਜਿੱਦਾਂ ਧੱਕਾ ਪੈਂਦਾ ਅਤੇ ਕਹੋ ਯੂ ਵੀਜ਼ਾ ਅਤੇ ਜਿਹੜਾ ਵਾਵਾ ਉਹਦੇ 'ਚ ਕੀ ਫਰਕ ਹੈ, ਇਹ ਵੀ ਦੱਸ ਦਿਓ ਯੂ ਵੀਜ਼ਾ ਹੈ ਕੀ। ਜੀ ਜਿਹੜਾ ਵਾਵਾ ਹੈ ਉਹ ਸਿਰਫ ਤੁਸੀਂ ਉਦੋਂ ਕਰ ਸਕਦੇ ਹੋ ਜਦੋਂ ਤੁਹਾਨੂੰ US ਸਿਟੀਜ਼ਨ ਸਪਾਊਸ ਨੇ ਜਾਂ ਗ੍ਰੀਨ ਕਾਰਡ ਸਪਾਊਸ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ ਨਾ, ਜੀ ਹੋਰ ਨਹੀਂ ਉਹਦੇ ਵਿੱਚ ਕੋਈ ਆਉਂਦਾ। ਜੀ ਜਿਹੜਾ ਯੂ ਵੀਜ਼ਾ ਉਹ ਤੁਸੀਂ ਤਾਂ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਕ੍ਰਾਈਮ ਦੇ ਵਿਕਟਿਮ ਹੋਏ ਹੋ। ਤੁਹਾਨੂੰ ਜੀ ਸੱਸ ਸਹੁਰੇ ਨੇ ਕੁੱਟਤਾ, ਕਿਸੇ ਨੇ ਕੁੱਟਤਾ, ਉਹ ਸਾਰਾ ਜਿਹੜੇ ਆਉਂਦੇ ਨੇ ਉਹ ਤੁਸੀਂ ਯੂ ਵੀਜ਼ੇ ਦੇ ਥੱਲੇ ਵੀ ਫਾਈਲ ਕਰ ਸਕਦੇ ਹੋ। ਯੂ ਵੀਜ਼ੇ ਨੂੰ ਕਾਫੀ ਲੰਬਾ ਟਾਈਮ ਲੱਗਦਾ ਹੈ। ਹੁਣ ਕਈ ਯੂ ਵੀਜ਼ੇ ਦੇ ਵਿੱਚ ਇਹ ਦੱਸ ਦਿੰਦਾ ਕਿ ਜਿਹੜਾ ਵਾਵਾ ਹੈ ਉਹਦੇ ਲਈ ਤੁਹਾਡਾ ਜਿਹੜਾ ਸਪਾਊਸ ਹੈ ਉਹ ਗ੍ਰੀਨ ਕਾਰਡ ਹੋਲਡਰ ਹੈ ਜਾਂ US ਸਿਟੀਜ਼ਨ ਚਾਹੀਦਾ ਹੈ। ਜੀ ਪਰ ਹੁਣ ਤੁਸੀਂ ਕਹੋ ਕਿ ਮੰਨ ਲਓ ਕੋਈ H1B ਵਰਕ ਵੀਜ਼ੇ ਵਾਲਾ, ਇੱਕ ਖੁਦ ਹੀ ਵਰਕ ਵੀਜ਼ੇ ਵਾਲਾ, ਜਾਂ ਕੋਈ ਹਾਂਜੀ ਆਪ ਅਸਾਈਲਮ 'ਤੇ ਸੀਗਾ, ਉਹਨੇ ਆਪਣੀ ਘਰ ਵਾਲੀ ਨੂੰ ਜਾਂ ਘਰ ਵਾਲੇ ਨੂੰ ਕੁੱਟਤਾ ਹੈ ਨਾ, ਜੀ ਉਸ ਕੇਸ 'ਚ ਤੁਸੀਂ ਕੀ ਕਰੋਗੇ? ਵਾਵਾ ਦਾ ਤੁਸੀਂ ਕਰ ਨਹੀਂ ਸਕਦੇ, ਨਾ ਤੁਹਾਨੂੰ ਗ੍ਰੀਨ ਹੂੰ ਕਾਰਡ ਮਿਲ ਸਕਦਾ ਕਿਉਂਕਿ ਤੁਹਾਡੇ ਆਪਣੇ ਸਪਾਊਸ ਕੋ ਨਹੀਂ ਹੈਗਾ। ਹਾਂਜੀ ਅਤੇ ਉਸ ਕੇਸ ਦੇ ਵਿੱਚ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਥੱਲੇ ਯੂ ਵੀਜ਼ਾ ਫਾਈਲ ਕਰ ਸਕਦੇ ਹੋ। ਜੀ ਅਤੇ ਇਹਦੇ ਲਈ ਵੀ ਜਿੰਨੀ ਜਿੱਦਾਂ ਪ੍ਰੂਫ ਚਾਹੀਦੀ ਹੁੰਦੀ, ਕਾਫੀ ਪ੍ਰੂਫ ਚਾਹੀਦੀ ਹੁੰਦੀ ਹੈ, ਕਿੱਦਾਂ ਕੀ ਐਕਸਪੈਕਟ ਕਰਦੀ ਹੁੰਦੀ ਆ ਹਾਂਜੀ ਦੋਨੋਂ ਚੀਜ਼ਾਂ ਤੁਹਾਨੂੰ ਪ੍ਰੂਫ ਕਰਨੀਆਂ ਪੈਣੀਆਂ ਕਿ ਵਿਆਹ ਤੁਹਾਡਾ ਜੈਨੂਇਨ ਸੀਗਾ, ਜਿੱਦਾਂ ਆਪਾਂ ਡਿਸਕਸ ਕੀਤਾ ਕਿ ਐਵੀਡੈਂਸ ਲਗਾਉਣਾ ਪੈਣਾ ਜਿਹੜਾ ਆਪਾਂ ਡਿਸਕਸ ਜੀ ਕੀਤਾ। ਅਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਣਾ ਪੈਣਾ ਕਿ ਤੁਹਾਡੇ ਨਾਲ ਧੱਕਾ ਹੋਇਆ, ਕਿਉਂਕਿ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਫਰੋਡ ਹੈ। ਕਈ ਲੋਕਾਂ ਨੇ ਇਹਨੂੰ ਵੀ ਬੜਾ ਅਬਿਊਜ਼ ਕੀਤਾ, ਇੱਦਾਂ ਦੇ ਪ੍ਰੋਗਰਾਮ ਨੂੰ ਵੀ ਹਾਂਜੀ ਬੜਾ ਅਬਿਊਜ਼ ਕੀਤਾ ਜਿਹੜਾ ਲੋਕਾਂ ਦੀ ਹੈਲਪ ਕਰਨ ਲਈ ਬਣਾਇਆ ਸੀਗਾ। ਜੀ ਨਕਲੀ ਕੇਸ ਬਣਾ ਬਣਾ ਕੇ ਲਗਾਏ ਨੇ, ਲਗਾਉਂਦੇ ਵੀ ਨੇ ਕਾਫੀ ਲੋਕ ਇੱਦਾਂ ਦੇ ਕੰਮ ਕਰਦੇ ਨੇ। ਹਾਂਜੀ ਅਤੇ ਸ਼ਰੇਆਮ ਫਰਮਸ ਖੋਲ੍ਹੀਆਂ ਹੋਈਆਂ ਵਾ ਨਿਊਯਾਰਕ ਦੇ ਵੱਲ, $50,000-60,000 ਲੈਂਦੇ ਨੇ ਸੁਣਿਆ। ਜਿਹੜੇ ਹਾਂਜੀ ਯੂ ਵੀਜ਼ਾ ਦੇ ਨਕਲੀ ਯੂ ਵੀਜ਼ਾ ਕੇਸ ਦੇ ਹਾਂਜੀ। ਅਤੇ ਆ ਕੇ US ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਨੂੰ ਖਰਾਬ ਵੀ ਬੜਾ ਕਰਦੇ ਨੇ ਲੋਕ, ਕਈਆਂ ਨੇ ਖਰਾਬ ਵੀ ਬੜਾ ਕੀਤਾ ਕਿ ਆ ਕੇ ਇਰਾਦਾ ਕੋਈ ਸੀਗਾ ਨਹੀਂ ਰਹਿਣ ਦਾ, ਵਿਆਹ ਕਰਾ ਲਿਆ ਅਤੇ ਫਿਰ ਪਤਾ ਲੱਗਿਆ ਕਿ ਯੂ ਵੀਜ਼ਾ 'ਤੇ ਵਾਵਾ ਹੈਗਾ, ਹਾਂਜੀ ਅਤੇ ਇੱਦਾਂ ਦੇ ਨਕਲੀ ਕੇਸ ਲਗਾ ਦਿੰਦੇ ਨੇ। ਜੀ ਅਤੇ ਓਬਵੀਅਸਲੀ ਇਮੀਗ੍ਰੇਸ਼ਨ ਨੂੰ ਇਹ ਸਾਰਾ ਪਤਾ ਹੈ ਅਤੇ ਹੁਣ ਉਹ ਕਾਫੀ ਇਹਦੀ ਜਾਂਚ ਪੜਤਾਲ ਕਰਦੀ ਹੈ। ਜੀ
ਸੋ ਨਕਲੀ ਕੇਸ ਵੀ ਬਹੁਤ ਹੁੰਦੇ, ਪਰ ਸੋ ਇਹ ਜਿਹੜਾ ਪਰ ਟਾਈਮ ਫਰੇਮ ਇਹਦਾ ਯੂ ਵੀਜ਼ੇ ਦਾ ਜਿੱਦਾਂ ਗ੍ਰੀਨ ਕਾਰਡ ਵਾਂਗ ਹੁੰਦਾ ਜਦੋਂ ਥੋੜ੍ਹਾ ਲੰਬਾ ਹੋ ਜਾਂਦਾ? ਯੂ ਵੀਜ਼ੇ ਦਾ ਤਾਂ ਕਾਫੀ ਲੰਬਾ ਟਾਈਮ ਫਰੇਮ ਹੈ, 7-10 ਜ਼ਿਆਦਾ? ਸਾਲ ਲੱਗ ਜਾਂਦੇ ਨੇ ਤੁਹਾਨੂੰ ਅੱਛਾ ਜੀ। ਆਉਂਦੇ। ਜੀ। ਅਤੇ ਸੋ ਜੇ ਕਿਸ ਕੋ ਆਪਸ਼ਨ ਹੈਗੀ ਆ I-751 ਦੀ ਓਵਰ ਵਾਵਾ, ਉਹ ਕਿਉਂ ਚੂਜ਼ ਕਰੋਗੇ ਫਾਈਲ ਕਰਨ ਲਈ? 751 ਜਿਹਦੇ ਕੋਲ ਆਲਰੇਡੀ ਕੰਡੀਸ਼ਨਲ ਗ੍ਰੀਨ ਕਾਰਡ ਹੈਗਾ ਹੈ, ਉਹ ਪਰਮਾਨੈਂਟ ਗ੍ਰੀਨ ਕਾਰਡ ਵਾਸਤੇ ਉਹ ਜਾਊਗਾ। ਉਹਨੂੰ ਵਾਵਾ ਫਾਈਲ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਆਲਰੇਡੀ ਇੱਕ ਕੰਡੀਸ਼ਨਲ ਰੈਜ਼ੀਡੈਂਟ ਹੈਗਾ ਆਲਰੇਡੀ ਜੀ। ਅਤੇ ਜੇ ਉਹਨੂੰ ਉਹ ਸਿੱਧੇ ਡਿਵੋਰਸ ਨਾਲ ਵੀ, ਕਿਉਂਕਿ 2 ਆਪਸ਼ਨਸ ਆ, ਤੁਸੀਂ ਡਿਵੋਰਸ ਨਾਲ ਵੀ ਕਰ ਸਕਦੇ ਹੋ, ਤੁਸੀਂ ਕਰੂਐਲਟੀ ਨਾਲ ਵੀ ਕਰ ਸਕਦੇ ਹੋ। ਜ਼ਿਆਦਾਤਰ ਕੀ ਹੁੰਦਾ ਕਿ 751 ਪਹਿਲਾਂ ਜਿੱਦਾਂ ਕਿਸੇ ਨੇ ਕਰੂਐਲਟੀ ਨਾਲ ਕੀਤਾ ਹੈ ਨਾ ਜੀ। ਹੁਣ ਕਈ ਸਾਡੇ ਕੇਸ ਸੀਗੇ, ਉਹ ਨਾ ਇਮੀਗ੍ਰੇਸ਼ਨ ਨੇ ਫੋਰ ਐਗਜ਼ਾਮਪਲ ਹੈ ਪਿਛਲੇ ਵੀਕ ਹੀ ਸੀਗਾ ਮੇਰਾ ਇੱਕ ਕੇਸ, ਉਹ ਕਹਿੰਦੇ ਕਿ ਕਰੂਐਲਟੀ ਵਾਲਾ ਨਾ ਤੁਸੀਂ ਪ੍ਰੂਵ ਨਹੀਂ ਕਰ ਸਕੇ। ਅਤੇ ਮੈਂ ਕਿਹਾ ਠੀਕ ਹੈ, ਕੋਈ ਪ੍ਰੋਬਲਮ ਨਹੀਂ, ਸਾਡੇ ਕੋਲ ਡਿਵੋਰਸ ਬਾਏ ਦਾ ਟਾਈਮ ਡਿਵੋਰਸ ਸੀਗਾ, ਅਤੇ ਇਹ ਡਿਵੋਰਸ ਆ ਗਿਆ, ਸਾਡਾ ਸਲੈਮ ਡੰਕ ਕੇਸ ਹੋ ਗਿਆ, ਆਪਾਂ ਸਿੱਧੇ ਹੁਣ ਆਪਾਂ ਡਿਵੋਰਸ ਦੇ ਥੱਲੇ ਜਾ ਰਹੇ ਹਾਂ। ਅਤੇ ਮਤਲਬ 751 ਦੇ ਕੋਲ ਤੁਹਾਡੇ ਕੋਲ ਡਿਵੋਰਸ ਵਾਲੀ ਆਪਸ਼ਨ ਵੀ ਆ ਜਾਏਗੀ ਨਾਲ। ਜੀ। ਸੋ ਅਤੇ ਨਾਲ ਅਸੀਂ ਇੱਕ ਵੀ ਕੁਐਸਚਨ ਸੀਗਾ, ਜੇ ਡਿਵੋਰਸ ਫਾਈਨਲਾਈਜ਼ ਨਹੀਂ ਹੋਇਆ ਹੋਵੇ ਉਹਨਾਂ ਲਈ ਵੀ ਕੋਈ ਕੀ ਜਿੱਦਾਂ ਤੁਸੀਂ ਪਹਿਲਾਂ ਫਾਈਲ ਕਰੋ, ਕਿਉਂਕਿ ਜਿੱਦਾਂ ਮੈਂ ਦੱਸਿਆ ਇਹਨਾਂ ਨੂੰ 1.5 ਸਾਲ ਲੱਗ ਹੀ ਜਾਂਦਾ 751 ਨੂੰ ਡਿਸਾਈਡ ਕਰਦੇ ਕਰਦੇ। ਹਾਂਜੀ। ਇੰਟਰਵਿਊ ਵਗੈਰਾ ਦਿੰਦੇ, ਅਤੇ ਡਿਵੋਰਸ ਨੂੰ ਇੱਥੇ 6 ਮਹੀਨੇ ਲੱਗਦੇ ਨੇ। ਤੁਸੀਂ ਫਾਈਲ ਕਰੋ ਡਿਵੋਰਸ ਵੇਵਰ ਦੇ ਥੱਲੇ, ਡਿਵੋਰਸ ਫਾਈਲ ਕਰਕੇ ਜੀ ਫਾਈਲ ਕਰ ਦਿਓ। ਜਦ ਤੱਕ ਇਮੀਗ੍ਰੇਸ਼ਨ ਨੇ ਉਹਨੂੰ ਪਹੁੰਚਣਾ ਉੱਥੇ ਤੱਕ ਡਿਸਾਈਡ ਕਰਨ ਦੇ ਇਸ ਫੇਸ ਤੱਕ, ਤਦ ਤੱਕ ਤੁਹਾਡਾ ਡਿਵੋਰਸ ਆ ਜਾਣਾ, ਅਤੇ ਫਿਰ ਤੁਸੀਂ ਡਿਵੋਰਸ ਵੇਵਰ ਥੱਲੇ ਕਨਵਰਟ ਕਰ ਸਕਦੇ ਹੋ ਕੇਸ ਆਪਣਾ। ਜੀ। ਸੋ ਇਹ ਹੈਗੇ ਸੀ ਅੱਜ ਦੀ ਟੌਪਿਕ, ਵਿਸ਼ਾ ਜਿਹੜੀ ਸੀਗੀ ਗ੍ਰੀਨ ਕਾਰਡ ਪ੍ਰੋਸੈਸ ਜਿਹੜਾ ਮੈਰਿਜ ਦੇ ਥਰੂ। ਅਤੇ ਸੋ ਹੁਣ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਅਤੇ ਬ੍ਰੇਕ ਤੋਂ ਬਾਅਦ ਜਿਹੜੇ ਸਾਰੇ ਸਰੋਤਿਆਂ ਦੇ ਸਵਾਲ ਆ, ਕੋਈ ਵੀ ਇਮੀਗ੍ਰੇਸ਼ਨ ਦੇ ਸਵਾਲ ਆ, ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਸਾਡਾ ਸਟੂਡੀਓ ਦਾ ਫ਼ੋਨ ਨੰਬਰ ਹੈਗਾ 4082725200 408-272-5200, ਅਤੇ ਤੁਸੀਂ ਇਮੀਗ੍ਰੇਸ਼ਨ ਦਾ ਸਵਾਲ ਪੁੱਛ ਸਕਦੇ ਹੋ। ਇਹ ਵੀ ਇੱਕ ਵਾਰੀ ਬੇਨਤੀ ਕਰਦੇ ਹਾਂ ਜੀ, ਪਲੀਜ਼ ਤੁਸੀਂ, ਕਿਉਂਕਿ ਕਾਫੀ ਕਾਲਾਂ ਆਉਂਦੀਆਂ, ਸੋ ਅਸੀਂ ਚਾਹੁੰਦੇ ਹਾਂ ਜਿੰਨੀਆਂ ਵੀ ਕਾਲਾਂ ਲੈ ਸਕਦੇ ਲੈ ਲਈਏ। ਸੋ ਜ਼ਰੂਰ ਸਿਰਫ ਇੱਕ ਕੁਐਸਚਨ ਹੀ ਪੁੱਛਿਓ। ਸੋ ਅਸੀਂ ਹੁਣ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਜੁੜਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੇਕਰ ਭਿਆਨਕ ਚੋਟ, ਹਾਰਟ ਅਟੈਕ, ਸਟ੍ਰੋਕ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ ਨੂੰ ਆ ਰਹੀ ਆਮਦਨ ਰੁਕ ਸਕਦੀ ਹੈ? ਆਮਦਨ ਅਤੇ ਘਰੇਲੂ ਬਿੱਲਾਂ ਨੂੰ ਸੁਰੱਖਿਅਤ ਰੱਖਣ ਲਈ ਮਾਡਰਨ ਇੰਸ਼ੋਰੈਂਸ ਪਲਾਨਸ ਔਖੇ ਸਮੇਂ ਤੁਹਾਡੀ ਸਹਾਇਤਾ ਕਰ ਸਕਦੇ ਹਨ। ਪਤਾ ਕਰਨ ਲਈ ਕਾਲ ਕਰੋ MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਵਾਲੇ ਜੈਸੀ ਥੰਦੀ ਨੂੰ, ਜਿਨ੍ਹਾਂ ਦਾ ਫਾਈਨੈਂਸ਼ੀਅਲ ਸਰਵਿਸਿਜ਼ ਵਿੱਚ 10 ਸਾਲ ਤੋਂ ਵੱਧ ਦਾ ਤਜਰਬਾ ਹੈ। ਇਹ ਰਿਟਾਇਰਮੈਂਟ ਪਲਾਨਸ, IRA, SEP IRA, Roth IRA, ਲਾਈਫ ਇੰਸ਼ੋਰੈਂਸ ਅਤੇ ਫਿਊਨਰਲ ਇੰਸ਼ੋਰੈਂਸ ਆਦਿ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ। ਫੋਨ ਨੰਬਰ ਨੋਟ ਕਰੋ 916-740-6400। ਮੈਕਸ ਏਜੈਂਟ ਫਾਈਨੈਂਸ਼ੀਅਲ ਨੂੰ ਐਕਸਪੀਰੀਅੰਸ ਜਾਂ ਪੜ੍ਹੇ ਲਿਖੇ ਇੰਸ਼ੋਰੈਂਸ ਏਜੰਟਸ ਦੀ ਵੀ ਲੋੜ ਹੈ। ਮੈਕਸ ਏਜੈਂਟ ਫਾਈਨੈਂਸ਼ੀਅਲ ਇਨਕੋਰਪੋਰੇਸ਼ਨ, ਡੂਇੰਗ ਬਿਜ਼ਨਸ ਐਜ਼ MAF Financial and Insurance Services, provides you virtual platform, up to 100% compensation, residual income and passive income। ਹੋਰ ਜਾਣਕਾਰੀ ਲਈ ਕਾਲ ਕਰੋ ਜੈਸੀ ਥੰਦੀ 916-740-6400। MAF California Department of Insurance, license number OM 92002। Visit maflife.com। ਡਾਕਟਰ ਗੁਰਵਿੰਦਰ ਕੌਰ ਬਾਠ, DC ਅਤੇ ਜੀਓ ਹੈਲਥ ਸੈਂਟਰ। ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916-550-0350 2628 El Camino Avenue Suite C1 Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ
ਖਾਲਸਾ ਇੰਸ਼ੋਰੈਂਸ ਏਜੰਸੀ ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਜਾਂ ਕੰਮ ਚੇਂਜ ਕਰਨਾ ਚਾਹੁੰਦੇ ਹੋ ਤਾਂ ਵੈਸਟ ਸੈਕਰਾਮੈਂਟੋ ਦੇ ਗੈਸ ਸਟੇਸ਼ਨ ਦੇ ਉੱਤੇ ਸਵੇਰ ਅਤੇ ਰਾਤ ਦੀਆਂ ਸ਼ਿਫਟਸ ਦੇ ਲਈ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ। 40 ਸਾਲ ਤੋਂ ਵੱਧ ਦੇ ਮਰਦ ਅਤੇ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ। ਚੰਗੀ ਤਨਖਾਹ ਦਿੱਤੀ ਜਾਵੇਗੀ। ਕਾਲ 5307138445 530 713 8445। ਮੇਡ ਇਨ ਇੰਡੀਆ ਰੈਸਟੋਰੈਂਟ। ਇੱਥੋਂ ਤੁਸੀਂ ਵੈਜ ਤੇ ਨਾਨ ਵੈਜ, ਟਿਪੀਕਲ ਇੰਡੀਅਨ ਤੇ ਚਾਈਨੀਜ਼ ਫੂਡ ਲੈ ਸਕਦੇ ਹੋ। ਫੂਡ ਟੇਕ ਆਊਟ ਕਰੋ ਜਾਂ ਫਿਰ ਬੈਠ ਕੇ ਖਾਓ। ਇੱਥੋਂ ਤੁਸੀਂ ਬੁਫੇ ਵੀ ਖਾ ਸਕਦੇ ਹੋ। ਬੁਫੇ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਖੁੱਲਦਾ ਹੈ। ਫੂਡ ਆਰਡਰ ਵੀ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ 916 587 2828 9165872828 ਤੇ ਇਹਨਾਂ ਦਾ ਐਡਰੈਸ ਹੈ 8649 ਐਲ ਗਰੋਵ, ਕੈਲੀਫੋਰਨੀਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 4082725200। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ। ਹੌਲੀਡੇਜ਼ ਦੇ ਮੌਕੇ ਦੇ ਉੱਤੇ ਲੱਗ ਚੁੱਕੀ ਹੈ ਭਾਰੀ ਸੇਲ। 50 ਤੋਂ 70% ਤੱਕ ਆਫ। ਕੁਈਨ ਮੈਮਰੀ ਫੋਮ ਮੈਟਰਸ 199। ਪੰਜਾਬ ਸਟਾਈਲ ਪੇਟੀ ਬੈੱਡ ਵੀ ਮੌਜੂਦ ਹਨ। ਸਟਾਕ ਦੇ ਵਿੱਚ ਹਨ। ਵੇਟਿੰਗ ਨਹੀਂ ਹੋਵੇਗੀ। ਫਾਈਨੈਂਸਿੰਗ ਦੀਆਂ ਆਪਸ਼ਨਸ ਵੀ ਉਪਲਬਧ ਹਨ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। R&H ਟਰੱਕਿੰਗ ਮਡੇਰਾ ਵਾਲਿਆਂ ਨੂੰ ਇਸ ਮੌਕੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕੋਰਡ ਹੋਵੇ। ਟੀਮ ਡਰਾਈਵਰਸ ਨੂੰ 58 ਸੈਂਟ ਪਰ ਮਾਈਲ ਮਿਲਣਗੇ। ਮਡੇਰਾ ਕੈਲੀਫੋਰਨੀਆ ਤੋਂ ਸੈਨ ਐਂਟੋਨੀਓ ਟੈਕਸਸ ਅਤੇ ਫਲੋਰੀਡਾ ਦੇ ਪੱਕੇ ਹੁੱਕ ਐਂਡ ਡ੍ਰੌਪ ਲੋਡ ਹਨ। ਇਸ ਮੌਕੇ ਓਨਰ ਆਪਰੇਟਰਸ ਵੀ ਹਾਇਰ ਕਰ ਰਹੇ ਹਨ। ਬ੍ਰੋਕਰ ਇਨਵਾਇਸ ਦੇ ਉੱਤੇ 8% ਡਿਸਪੈਚ, ਨੋ ਹਿਡਨ ਕਾਸਟ। ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663। R&H ਟਰੱਕਿੰਗ। ਸ਼ਾਇਦ ਤੁਹਾਨੂੰ ਸ਼ੱਕ ਹੋਵੇ ਕਿ ਕੋਵਿਡ-19 ਦੇ ਟੀਕੇ ਮੇਰੇ ਵਰਗੇ ਪੰਜਾਬੀ ਲੋਕਾਂ ਵਾਸਤੇ ਸੁਰੱਖਿਅਤ ਹਨ। ਕੋਈ ਗੱਲ ਨਹੀਂ। ਜ਼ਿਆਦਾ ਸਵਾਲ ਜਵਾਬ ਦਾ ਮਤਲਬ ਹੈ ਮਨ ਦਾ ਚੈਨ। ਸੱਚ ਇਹ ਹੈ ਕਿ ਇਸ ਟੀਕੇ ਨੂੰ ਵੱਖ-ਵੱਖ ਉਮਰ, ਲਿੰਗ, ਮੂਲ, ਜਾਤਾਂ, ਨਸਲਾਂ, ਸਿਹਤ ਦੇ ਹਾਲਾਤਾਂ ਵਾਲੇ ਹਜ਼ਾਰਾਂ ਹੀ ਵਿਭਿੰਨ ਲੋਕਾਂ ਨੇ, ਜਿਨ੍ਹਾਂ 'ਚ ਏਸ਼ੀਅਨ ਵੀ ਸਨ, ਨੇ ਖੁਦ ਲਗਵਾ ਕੇ ਪਰਖਿਆ ਹੈ। ਇਹ ਟੀਕਾ ਲਗਵਾਉਣ ਵਾਲਿਆਂ ਦੀ ਵਿਭਿੰਨਤਾ ਉਦਾਂ ਹੀ ਹੈ ਜਿੱਦਾਂ ਕੈਲੀਫੋਰਨੀਆ ਦੀ ਜਾਂ ਤੁਹਾਡੇ ਗਵਾਂਢ ਦੀ। ਲੱਖਾਂ ਹੀ ਕੈਲੀਫੋਰਨੀਆ ਦੇ ਨਿਵਾਸੀਆਂ ਵਾਂਗ ਤੁਸੀਂ ਵੀ ਇਹ ਟੀਕਾ ਲਗਵਾਓ। ਇਸ ਮਹਾਮਾਰੀ ਨੂੰ ਮੁਕਾਉਣਾ ਤੁਹਾਡੇ ਇੱਕ ਫੈਸਲੇ ਤੇ ਹੈ। ਆਓ ਸਾਰੇ ਆਪਣਾ ਹਿੱਸਾ ਪਾਈਏ ਤੇ ਸੁਰੱਖਿਆ ਵੱਲ ਵਧੀਏ। ਹੋਰ ਜਾਣਕਾਰੀ ਲਈ vaccinatall58.com ਤੇ ਜਾਓ। ਇਹ ਸੰਦੇਸ਼ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵੱਲੋਂ ਹੈ। परिवार चाहता है अच्छा टेस्ट ते मैं चाहती हाँ उन्हां दी अच्छी सेहत। इसलिए मेरा भरोसा है हंस मल्टीग्रेन आटा। जिवें कि तुसी जानदे ही हो बाकी आटियां विच सिर्फ 10% ही मल्टीग्रेन हुंदे ने, पर हुण पाओ 30% वध मल्टीग्रेन ते रिच फाइबर नाल हंस मल्टीग्रेन आटा, जिस विच हन काला चना, सोया, जौ, रागी, ओट्स, मेथी सीड्स, बाजरी ते इसबगोल, जो कि तुहाडी सेहत नूं बरकरार रखण विच मदद करदे ने। सो ਅੱਜ ਹੀ ਪਾਓ ਆਪਣੇ ਨਜ਼ਦੀਕੀ ਗਰੋਸਰੀ ਸਟੋਰ ਤੋਂ ਹੰਸ ਮਲਟੀਗ੍ਰੇਨ ਆਟਾ। ਹੰਸ ਬ੍ਰਾਂਡ, ਭਰੋਸਾ ਪਰਿਵਾਰ ਦੀ ਸਿਹਤ ਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KIID ਸੈਕਰਾਮੈਂਟੋ 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM। ਜੀ ਹਾਂ, ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ
ਅਪਡੇਟ ਅਮਰੀਕਾ ਅੱਜ ਸ਼ਨੀਵਾਰ ਯੂਐਸ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਹਾਂ। ਸੋ ਹੁਣ ਸਮਾਂ ਹੋ ਗਿਆ, ਅਸੀਂ ਸਵਾਲ ਲਵਾਂਗੇ ਸਾਰੇ ਸਰੋਤਿਆਂ ਦੇ ਨਾਲ। ਸੋ ਅਸੀਂ ਦੁਬਾਰਾ ਸਵਾਗਤ ਕਰਦੇ ਹਾਂ। ਸਾਡੇ ਨਾਲ ਇਨ ਸਟੂਡੀਓ ਜੁੜੇ ਨੇ ਇਮੀਗ੍ਰੇਸ਼ਨ ਅਟਰਨੀ ਜੇ ਟਰਕੀਆਨਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਵੀ ਇੱਕ ਵਾਰੀ ਅਨਾਉਂਸ ਕਰ ਦਈਏ, ਜੇ ਤੁਹਾਡੇ ਕੋਲ ਕੋਈ ਵੀ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕੀਆਨਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਆਫਿਸ ਨੂੰ ਕਾਲ ਕਰੋ 4159090503 4159090503 ਇਹਨਾਂ ਨੂੰ ਕਾਲ ਕਰ ਸਕਦੇ ਹੋ। ਸੋ ਤੇ ਹੁਣ ਅਸੀਂ ਸਵਾਲ ਲੈ ਰਹੇ ਹਾਂ। ਸੋ ਅਸੀਂ ਇੱਕ ਵਾਰੀ ਬੇਨਤੀ ਕਰਦੇ ਹਾਂ ਵੀ ਪਲੀਜ਼ ਤੁਸੀਂ ਸਿਰਫ ਇੱਕ ਸਵਾਲ ਹੀ ਪੁੱਛਿਓ। ਸੋ ਅਸੀਂ ਸਾਰਿਆਂ ਦੇ ਸਵਾਲ ਜਿੰਨੇ ਵੀ ਲੋਕ ਦੇ ਲੈ ਸਕਦੇ ਹਾਂ। ਸੋ ਸਾਡੇ ਨਾਲ ਜੇ ਟਰਕੀਆਨਾ ਜੀ, ਸਾਡੇ ਨਾਲ ਸਾਡੇ ਪਹਿਲੇ ਕਾਲਰ ਜੁੜੇ ਨੇ ਕੇਵਲ ਸਿੰਘ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੱਸੋ ਜੀ। ਹਾਂ, ਮੇਰਾ ਕੁਐਸਚਨ ਹੈ ਜੀ, ਮੈਂ ਆਪਣੀ ਲੜਕੀ ਦਾ 13 ਚ ਕੀਤਾ ਸੀ ਅਪਲਾਈ ਜੀ, ਅਨਮੈਰਿਡ ਹੈ ਉਹ, ਜੀ ਤੇ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਵੀ ਕਦੋਂ ਪੇਪਰ ਨਿਕਲਣਗੇ ਜੀ ਉਹਨਾਂ ਦੇ। ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਕਿ ਸਿਟੀਜ਼ਨ? ਨਹੀਂ, ਮੈਂ ਪਹਿਲਾਂ ਗ੍ਰੀਨ ਕਾਰਡ ਤੇ ਅਪਲਾਈ ਕੀਤਾ ਸੀ, ਫਿਰ ਮੈਂ ਹੁਣ ਸਿਟੀਜ਼ਨ ਹੈ ਜੀ। ਅੱਛਾ, ਤੁਸੀਂ ਅਪਡੇਟ ਕਰਤਾ ਉਹਨਾਂ ਨੂੰ? ਹਾਂਜੀ ਹਾਂਜੀ, ਅਪਡੇਟ ਕਰ ਦਿੱਤਾ ਸੀਗਾ ਜੀ। ਚਲੋ ਫਿਲਹਾਲ ਤਾਂ ਜਿਹੜੇ ਐਡਲਟ ਬੱਚੇ ਸੀਗੇ ਉਹਨਾਂ ਦਾ ਤਾਂ ਕੋਵਿਡ ਦੇ ਵਿੱਚ ਕੋਈ ਪ੍ਰੋਸੈਸਿੰਗ ਨਹੀਂ ਸੀਗੀ, ਪਰ ਇਹ ਹੈ ਕਿ ਹੁਣ ਹਾਂਜੀ ਉਹਨਾਂ ਨੇ ਰਿਸਟ੍ਰਿਕਸ਼ਨ ਜਿਹੜੀ ਹੈ ਉਹ ਹਟਾ ਦਿੱਤੀਆਂ ਹੈ ਨਾ। ਹੁਣ ਅੱਗੇ ਅੱਗੇ ਹੌਲੀ ਹੌਲੀ ਸਾਰਿਆਂ ਨੂੰ ਜਿਹੜੀਆਂ ਈਮੇਲਸ ਉਹ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਦੇਖਦੇ ਹਾਂ ਅੱਛਾ ਜੀ। ਕਿ ਕਿੰਨਾ ਟਾਈਮ ਲੱਗਦਾ। ਹਾਂਜੀ, ਕਿੰਨਾ ਕੁ ਟਾਈਮ ਲੱਗ ਜੂਗਾ ਫਿਰ ਵੀ? ਜਿਹੜੇ ਹੁਣ ਉਹਨਾਂ ਦੇ ਕੇਸ ਚੱਲ ਰਹੇ ਨੇ 2014 ਵਾਲੇ ਚੱਲ ਰਹੇ ਨੇ। ਅਸੀਂ 13 ਦਾ ਅਪਲਾਈ ਕੀਤਾ ਹੈ ਜੀ। ਹਾਂਜੀ, ਸਾਲ ਕੁ ਹੋਰ ਲੱਗੂਗਾ। ਅੱਛਾ ਜੀ, ਅੱਛਾ, ਓਕੇ ਜੀ, ਥੈਂਕ ਯੂ। ਓਕੇ ਜੀ। ਹਾਂਜੀ, ਸਾਡੇ ਨਾਲ ਹੁਣ ਅਗਲੇ ਕਾਲਰ ਜੁੜੇ ਨੇ ਕੁਲਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ ਆਇਆ ਸੀਗਾ ਜੀ ਆਪਣੇ 93 ਦਾ ਆਇਆ ਜੀ। ਮੈਂ ਜੀ ਆਪਣੇ ਮੇਰਾ ਅਸਾਰਮ ਦਾ ਕੇਸ ਜਿੱਦਾਂ ਜੀ ਆਪਣਾ ਸਾਰਾ ਨਹੀਂ ਹੋਇਆ, ਡਿਪੋਟੇਸ਼ਨ ਲੱਗੀ ਹੋਇਆ ਜਿੱਦਾਂ ਜੀ। ਜੀ ਤੇ ਫਿਰ ਵਾਈਫ ਬੱਚੇ ਸਿਟੀਜ਼ਨ ਆ, ਤੇ I-30 ਪਟੀਸ਼ਨ ਵੀ ਪ੍ਰੂਫ ਹੋਈ ਵਾ, ਜੀ ਤੇ 212 ਜਿਹੜਾ ਉਹ ਵੀ ਪ੍ਰੂਫ ਹੋ ਗਿਆ ਜੀ ਮਈ ਦੇ ਵਿੱਚ 2020 ਦੇ। ਹੁਣ ਕੀਤਾ ਜੀ 601A। ਜੀ ਤੇ ਉਹਨੂੰ ਕਿੰਨਾ ਕੁ ਟਾਈਮ ਲੱਗੂਗਾ? ਤੇ ਜੇ ਮੈਂ ਇੰਡੀਆ ਵੀਜ਼ਾ ਲੈਣ ਗਿਆ ਤਾਂ ਮਹੀਨੇ ਦੇ ਵਿੱਚ ਉੱਥੋਂ ਜਾ ਕੇ ਮੈਂ ਵਾਪਸ ਆ ਸਕਦਾ? ਤਾਂ ਕਿਹੜਾ ਕੁਐਸਚਨ ਮੈਨੂੰ ਤੇ ਪੁੱਛਣਗੇ, ਜਾਂ ਅਸਰਮ ਦੇ ਵਿੱਚੋਂ ਵੀ ਪੁੱਛਣਗੇ, ਜਾਂ ਜੀ ਆਪਣਾ ਕੀ ਹਾਂਜੀ ਪੁੱਛਣਗੇ, ਇਹਦਾ ਦੱਸੋ। ਪ੍ਰੋਸੈਸਿੰਗ ਟਾਈਮ 601A ਦੀ ਡਿਪੈਂਡ ਕਰਦੀ ਹੈ, ਵੈਰੀ ਕਰਦੀ ਹੈ। 6 ਤੋਂ 8 ਮਹੀਨੇ ਉਹਨਾਂ ਦੀ ਵੈਬਸਾਈਟ 'ਤੇ ਲਿਖਿਆ ਹੋਇਆ ਇਸ ਵੇਲੇ। ਅਤੇ ਜਦੋਂ ਹਾਂਜੀ, ਤੁਸੀਂ ਜਦੋਂ ਮੈਂ ਚੈੱਕ ਕਰਦਾ ਔਨਲਾਈਨ ਤੇ ਉਹ ਫਿੰਗਰਪ੍ਰਿੰਟ ਵਾਜ ਰਿਸੀਵ ਲਿਖ ਉਹਨਾਂ ਆਉਂਦਾ ਜੀ ਨਵੰਬਰ ਦਾ। ਹਾਂਜੀ, ਅਤੇ ਹਾਂਜੀ ਤੁਹਾਡਾ ਕੇਸ ਪ੍ਰੋਸੈਸਿੰਗ ਦੇ ਵਿੱਚ ਹੀ ਹੈ। ਹੈਲੋ ਜਦੋਂ ਤੁਹਾਡਾ 601 ਤੁਹਾਡਾ ਅਪਰੂਵ ਹੋ ਜਾਂਦਾ, ਉਸ ਤੋਂ ਹੈਲੋ ਬਾਅਦ ਹਾਂਜੀ ਇੱਕ ਸੈਕਿੰਡ ਸੁਣ ਰਿਹਾ ਜੀ? ਹੈਲੋ ਹਾਂਜੀ ਇੱਕ ਸੈਕਿੰਡ ਜੀ। ਜਦੋਂ ਤੁਹਾਡਾ ਨਾ 601 ਅਪਰੂਵ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਅੰਬੈਸੀ ਦੇ ਵਿੱਚ ਜਾਂਦੇ ਹੋ। ਅੰਬੈਸੀ ਦੇ ਵਿੱਚ ਜਾ ਕੇ ਹਾਂਜੀ ਤੁਹਾਨੂੰ ਉਹ ਜਿਹੜੇ ਸਵਾਲ ਜਵਾਬ ਹੈ ਤੁਹਾਡੇ ਨੋਰਮਲ ਜਿਹੜੇ ਵਿਆਹ ਦੇ ਰਿਲੇਟਡ ਪੁੱਛ ਸਕਦੇ ਆ। ਤੁਹਾਡੇ ਜਿਹੜੇ ਉੱਥੇ ਕੁਐਸਚਨਸ ਹੋਣੇ ਨੇ ਕਿ ਅਰੈਸਟ ਕਿੰਨੀ ਵਾਰੀ ਹੋਈ ਸੀਗੀ, ਉਹ ਸਾਰੇ ਤੁਸੀਂ ਕੁਐਸਚਨ ਆਪਣੀ ਜਿਹੜੀ ਸਟੇਟਮੈਂਟ ਸੀਗੀ ਉਹਦੇ ਹਿਸਾਬ ਨਾਲ ਤੁਸੀਂ ਦੱਸਣਾ। ਅਤੇ ਜੇ ਤੁਹਾਡੇ ਉਹ ਸਾਰੇ ਜਿਹੜੇ ਕੁਐਸਚਨਸ ਹੈ ਉਹ ਸਾਰੇ ਸਹੀ ਰਹਿੰਦੇ ਨੇ, ਤਾਂ ਫਿਰ ਤੁਹਾਨੂੰ ਸਿੱਧੇ ਡਾਇਰੈਕਟਲੀ ਵੀਜ਼ਾ ਮਿਲ ਜਾਏਗਾ। ਪਰ ਜੇ ਤੁਹਾਡੇ ਕੁਐਸਚਨਸ ਦੇ ਵਿੱਚ ਉਹਨਾਂ ਨੂੰ ਕੁਛ ਲੱਗਿਆ ਕਿ ਮਿਸਰੈਪ੍ਰਜੈਂਟੇਸ਼ਨ ਹੈ, ਫਰੋਡ ਹੈ, ਅਤੇ ਤੁਹਾਨੂੰ ਉੱਥੇ ਰੋਕ ਕੇ ਰੱਖ ਸਕਦੇ ਨੇ। ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਵੇਵਰ 601 ਵੇਵਰ ਕਰਨਾ ਪਊਗਾ ਉੱਥੇ, ਜਿਹਨੂੰ ਫਿਰ ਅਗੇਨ 6 ਤੋਂ 10 ਮਹੀਨੇ ਲੱਗੂਗੇ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਵੀਜ਼ਾ ਲੈ ਕੇ ਆ ਸਕਦੇ ਹੋ। ਜੀ ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਰਿਸ਼ਪਾਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਆਪਣਾ ਸਾਈਲਮ ਦਾ ਕੇਸ ਪਰਮਾਨੈਂਟਲੀ ਕਲੋਜ਼ ਕਰਨ ਦਿੱਤਾ ਹੈ ਕੋਰਟ ਦੇ ਵਿੱਚ। ਜੀ ਉਹਦੇ ਬਾਰੇ ਪੁੱਛਣਾ ਹੈਗਾ, ਕੋਰਟ ਓਪਨ ਆ ਹੁਣ? ਕਲੋਜ਼ ਕਿਉਂ ਕਰਾ ਰਹੇ ਹੋ ਤੁਸੀਂ? ਭਾਜੀ ਮੈਂ ਮੈਰਿਜ ਬੇਸ ਤੇ ਕਿੱਦਾਂ ਕੀਤਾ, ਮੇਰੀ ਇੰਟਰਵਿਊ ਬੰਬੇ ਆਈ ਸੀਗੀ ਇੱਦਾਂ। ਅੱਛਾ ਜੀ। ਉਹਦੇ ਲਈ ਮੈਨੂੰ 2 ਵਾਰ ਰੀਸਕੈਜੂਲ ਕਰਨਾ ਪਿਆ ਕੋਰਟ 'ਚ। ਮੇਰਾ ਕੇਸ 2 ਵਾਰ ਕੋਵਿਡ ਕਰਕੇ ਡੇਟ ਅੱਗੇ ਕਰਤੀ ਉਹਨੇ, ਹੁਣ 2023 ਦੀ ਕਰਤੀ ਉਹਨੇ। 2023 ਦੀ? ਹਾਂਜੀ, ਹੁਣ ਇਹ ਹੈ ਕਿ ਹਾਂਜੀ ਐਡਮਿਨ ਕਲੋਜ਼ਰ ਵਗੈਰਾ ਦੇ ਰਹੇ ਨੇ, ਟਰਮੀਨੇਟ ਕਰਦੇ ਆ ਕਿ ਨਹੀਂ ਕਰਦੇ ਉਹ ਡਿਪੈਂਡ ਕਰਦਾ ਹੈ। ਪਰ ਹਾਂਜੀ ਬਿਲਕੁਲ, ਤੁਸੀਂ ਜੇ ਮੋਸ਼ਨ ਪਾਈ ਹੈ ਉਹਨਾਂ ਨੂੰ ਤਾਂ ਜ਼ਰੂਰ ਤੁਹਾਨੂੰ ਉਹ ਜਵਾਬ ਦੇਣਗੇ ਉਹਦੇ ਉੱਤੇ।
ਮੋਸ਼ਨ ਪਾਈ ਨੂੰ ਭਾਜੀ ਆਲਮੋਸਟ 2 ਮਹੀਨੇ ਹੋ ਗਏ ਜੀ। ਪਹਿਲੀ ਫਰਵਰੀ ਸੀਗੀ ਪਹਿਲਾਂ ਮੇਰੀ ਡੇਟ ਇਸ ਜੀਅਰ ਦੇ ਵਿੱਚ। ਅੱਛਾ, ਉਹ ਤਾਂ ਭਾਜੀ ਹਾਂਜੀ, ਤੁਹਾਨੂੰ ਵੈਸੇ ਕੋਈ ਰਿਸਪੌਂਸ ਆਇਆ ਨਹੀਂ। ਉਹ ਫੋਲੋ ਅਪ ਕਰਨਾ ਪੈਣਾ। ਕੋਈ ਐਸਾ ਉਹਨਾਂ ਦੇ ਕੋਲ ਟਾਈਮ ਲਾਈਨ ਨਹੀਂ ਕਿ ਉਹਨਾਂ ਨੇ ਕਿੰਨੀ ਦੇਰ 'ਚ ਉਹਨੂੰ ਡਿਸਾਈਡ ਕਰਨਾ ਹੈ। ਪਰ ਹਾਂਜੀ 2 ਮਹੀਨੇ ਦਾ ਤਾਂ ਥੋੜ੍ਹਾ ਜ਼ਿਆਦਾ ਹੀ ਲੱਗੂਗਾ, ਕਿਉਂਕਿ ਇਹ ਕਿਹੜਾ ਕੋਈ ਛੋਟੀ ਮੋਟੀ ਮੋਸ਼ਨ ਹੈ ਨਾ ਕਿ ਚੇਂਜ ਵੈਨਿਊ ਕਰਨਾ ਜਾਂ ਵਕੀਲ ਚੇਂਜ ਕਰਨਾ। ਸੋ ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗ ਸਕਦਾ। ਓਕੇ ਭਾਜੀ, ਆਪਾਂ ਬੰਬੇ ਦੀ ਇੰਟਰਵਿਊ ਕਿੰਨੀ ਵਾਰ ਰੀਸ਼ੈਡਿਊਲ ਕਰ ਸਕਦੇ, ਕੋਈ ਟਾਈਮ ਹੈ ਉਹਦਾ ਜਾਂ? ਤੁਸੀਂ ਉਹਨਾਂ ਨੂੰ ਸਾਲ ਦੇ ਵਿੱਚ ਬਸ ਕੰਟੈਕਟ ਕਰਦੇ ਰਹਿਣਾ ਅਤੇ ਦੱਸੀ ਜਾਣਾ ਕਿ ਤੁਸੀਂ ਇੰਟਰਸਟਿਡ ਹੋ, ਅਤੇ ਜਿੰਨੀ ਵਾਰੀ ਮਰਜ਼ੀ ਰੀਸ਼ੈਡਿਊਲ ਕਰੋ। ਹਾਂਜੀ ਜੀ, ਉਹਨਾਂ ਨੂੰ ਸਿੱਧਾ ਈਮੇਲ ਲਿਖ ਦਿਓ ਕਿ ਭਾਜੀ। ਇਹਨੂੰ ਹੋਲਡ 'ਤੇ ਪਾ ਦਿਓ, ਜਦੋਂ ਮੇਰਾ ਟਰਮੀਨੇਟ ਹੋਊਗਾ ਇੱਥੋਂ ਦੀ ਫਿਰ ਮੈਂ ਤੁਹਾਨੂੰ ਦੱਸ ਦਊਂਗਾ, ਹੈ ਨਾ। ਅਤੇ ਉਹਨੂੰ ਬੇਸਿਕਲੀ ਇਹ ਹੈ ਕਿ ਸਾਲ ਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਤਰੀਕੇ ਦਾ ਉਹਨਾਂ ਨੂੰ ਸੰਪਰਕ ਜ਼ਰੂਰ ਕਰਨਾ। ਜੀ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸਰਬਜੀਤ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਜਿਹੜੇ ਆ ਕੇ ਇੱਥੇ ਅਪਲਾਈ ਕਰਦੇ ਉਹਨਾਂ ਬਾਰੇ ਦੱਸਦੇ, ਪਰ ਜਿਹੜੇ ਸਿਟੀਜ਼ਨ ਦੇ ਨਾਲ ਕਿਸੇ ਦਿਨ ਧੋਖਾ ਹੋਇਆ ਹੋਵੇ, ਵਿਆਹ ਹੋਇਆ ਹੋਵੇ, ਫਿਰ ਮੁੰਡਾ ਕਹਿੰਦਾ ਹੋਵੇ ਮੈਂ ਨਹੀਂ, ਹੁਣ ਮੈਨੂੰ ਡਿਵੋਰਸ ਚਾਹੀਦਾ ਆ, ਮੈਂ ਨਹੀਂ ਵਿਆਹ ਰੱਖਣਾ, ਇਹ 2 ਸਾਲ ਦਾ ਗ੍ਰੀਨ ਕਾਰਡ ਆਇਆ ਪਰ ਉਸ ਤੋਂ ਬਾਅਦ ਹੁਣ ਅਪਲਾਈ ਕਰੂ, ਫਿਰ ਉਹਦੇ ਵਿੱਚ ਸਿਟੀਜ਼ਨ ਦੇ ਕੀ ਰਾਈਟਸ ਆ? ਸਿਟੀਜ਼ਨ ਆਪਣੇ ਲੈਵਲ 'ਤੇ ਚਿੱਠੀ ਲਿਖ ਸਕਦਾ ਹੈ, ਇਮੀਗ੍ਰੇਸ਼ਨ ਨੂੰ ਐਕਸਪਲੇਨ ਕਰ ਸਕਦਾ ਹੈ ਕਿ ਫਰੋਡ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਡਿਵੋਰਸ ਜਿਹੜਾ ਤੁਸੀਂ ਲੈਂਦੇ ਹੋ, ਡਿਵੋਰਸ ਦੀ ਜਗ੍ਹਾ ਤੁਸੀਂ ਅਨਲਮੈਂਟ ਫਾਈਲ ਕਰ ਸਕਦੇ ਹੋ। ਅਨਲਮੈਂਟ ਹੁੰਦਾ ਹੈ ਕਿ ਕੋਰਟ ਤੁਹਾਨੂੰ ਡਿਕਰੀ ਦੇ ਦਿੰਦਾ, ਉਹ ਦੱਸਦਾ ਕਿ ਜਿੱਦਾਂ ਵਿਆਹ ਹੋਇਆ ਹੀ ਨਹੀਂ ਸੀਗਾ। ਹੁਣ ਇਹ ਕੋਰਟ ਨੇ ਡਿਸਾਈਡ ਕਰਨਾ ਕਿ ਵਿਆਹ ਜੈਨੂਇਨ ਸੀਗਾ ਕਿ ਨਹੀਂ ਸੀਗਾ। ਉਹਦੇ ਵਿੱਚ ਤੁਹਾਡੀ ਪੂਰੀ ਫੁੱਲ ਸੁਣਵਾਈ ਹੁੰਦੀ ਹੈ ਕੋਰਟ ਜੱਜ ਮੂਹਰੇ, ਅਤੇ ਤੁਸੀਂ ਜੇ ਉੱਥੇ ਜੱਜ ਨੂੰ ਕਨਵਿੰਸ ਕਰ ਸਕੋ ਕਿ ਤੁਹਾਡਾ ਵਿਆਹ ਨਕਲੀ ਸੀਗਾ, ਇਮੀਗ੍ਰੇਸ਼ਨ ਫਰੋਡ ਕਰਕੇ ਇਹਨਾਂ ਨੇ ਕਰਾਇਆ ਹੈ, ਅਤੇ ਜੇ ਅਨਲਮੈਂਟ ਮਿਲ ਜਾਂਦੀ ਹੈ ਫਿਰ ਤੁਸੀਂ ਉਹ ਜਿਹੜੀ ਅਨਲਮੈਂਟ ਦੀ ਕਾਪੀ ਹੈ ਉਹਨੂੰ ਇਮੀਗ੍ਰੇਸ਼ਨ ਦੇ ਕੋਲ ਭੇਜ ਦਿਓ, ਅਤੇ ਇਮੀਗ੍ਰੇਸ਼ਨ ਜਿਹੜਾ ਉਹ ਹੈਗਾ ਉਹਨਾਂ ਦਾ ਅੱਗੇ ਗ੍ਰੀਨ ਕਾਰਡ ਨਹੀਂ ਅਪਰੂਵ ਕਰੂਗੀ। ਓਕੇ, ਜੇ ਇਮੀਗ੍ਰੇਸ਼ਨ ਨੂੰ ਦੱਸਿਆ ਹੋਵੇ ਵੀ ਹਾਂ ਇਹ ਫਰੋਡ ਸੀ ਪਰ ਕੋਰਟ ਤਾਂ ਨਹੀਂ ਹੈਗਾ। ਨਹੀਂ, ਇਮੀਗ੍ਰੇਸ਼ਨ ਹੁਣ ਬਿਆਨ ਨਹੀਂ ਨਾ ਲੈ ਸਕਦੀ। ਹੁਣ ਇੱਕ ਬੰਦਾ ਕਹਿ ਰਿਹਾ ਕਿ ਮੇਰੇ ਨਾਲ ਧੱਕਾ ਹੋਇਆ ਜਾਂ ਮੇਰੇ ਨਾਲ ਕਰੂਐਲਟੀ ਹੋਈ ਹੈ, ਹੁਣ ਇਮੀਗ੍ਰੇਸ਼ਨ ਜਿਹੜਾ ਕਰੂਐਲਟੀ ਕਰ ਰਿਹਾ ਉਹਨੂੰ ਨਹੀਂ ਪੁੱਛੂਗੀ, ਉਹਨਾਂ ਦੀ ਪ੍ਰੋਟੋਕਾਲ ਹੈ ਹੈ ਨਾ, ਉਹ ਡੇਂਜਰ 'ਚ ਨਹੀਂ ਪਾਊਗੀ ਲਾਈਫ ਦੂਜੇ ਸਪਾਊਸ ਦੀ। ਅਤੇ ਤੁਹਾਨੂੰ ਇਹ ਕੋਰਟ ਮੂਹਰੇ ਤੁਸੀਂ ਪ੍ਰੂਵ ਕਰੋ, ਫਿਰ ਇਮੀਗ੍ਰੇਸ਼ਨ ਤੁਹਾਡੀ ਗੱਲ ਸੁਣੂਗੀ। ਅਨਲਮੈਂਟ ਤੁਸੀਂ ਕਹਿੰਦੇ ਅਨਲਮੈਂਟ, ਹਾਂਜੀ ਅਨਲਮੈਂਟ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ। ਜੀ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਭੁਪਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਦੱਸੋ ਜੀ। ਭਾਜੀ ਮੇਰਾ ਕੁਐਸਚਨ ਸੀਗਾ ਜੀ, 2 ਕੁਐਸਚਨ ਨੇ ਪਲੀਜ਼ ਜੀ। ਇੱਕ ਤੇ ਜੀ ਅਸੀਂ 2013 ਦੇ ਵਿੱਚ ਆਏ ਸੀਗੇ ਜੀ, ਹੈ ਨਾ, ਸਤੰਬਰ ਦੇ ਮਹੀਨੇ 'ਚ ਜੀ, ਸਾਰੀ ਫੈਮਿਲੀ ਵੀਜ਼ਾ ਲਵਾ ਕੇ, ਤੇ ਬਟ ਅਸੀਂ 2013 ਤੋਂ ਲੈ ਕੇ 2015 ਦੇ ਦੂਜੇ ਮਹੀਨੇ ਤੱਕ ਅਸੀਂ ਫਾਰਮ 'ਤੇ ਕੰਮ ਕੀਤਾ ਸੀਗਾ ਜੀ। ਉਦੋਂ ਸਾਡੇ ਕੋਲ ਪੇਪਰ ਹੈ ਨਹੀਂ ਸੀਗੇ, ਹੈ ਨਾ ਜੀ। ਤੇ ਉਹਦੇ ਵਿੱਚ ਕੋਈ ਪ੍ਰੋਸੈਸ ਹੈਗਾ ਜੀ, ਜਿਵੇਂ ਹੁਣ ਕਹਿ ਰਹੇ ਨੇ ਫਾਰਮ ਵਾਲਿਆਂ ਨੂੰ ਪੱਕੇ ਕਰ ਰਹੇ ਨੇ? ਅਜੇ ਜੀ ਫਾਰਮ ਵਾਲਾ ਨਾ ਪਾਸ ਨਹੀਂ ਹੋਇਆ, ਲਾਅ ਪਾਸ ਨਹੀਂ ਹੋਇਆ, ਅਤੇ ਜੇ ਪਾਸ ਹੁੰਦਾ ਵੀ ਆ ਉਹਦੇ ਵਿੱਚ ਇਹਨਾਂ ਨੇ ਪ੍ਰੋਸੈਸ ਇਹ ਬਣਾਉਣਾ ਸੀਗਾ ਕਿ ਜਿਹੜੇ ਮਾਰਚ 2019 ਤੋਂ ਲੈ ਕੇ ਮਾਰਚ 2021 ਦੇ ਵਿੱਚ ਜਿਨ੍ਹਾਂ ਨੇ ਘੱਟੋ ਘੱਟ 6 ਮਹੀਨੇ ਕੰਮ ਕੀਤਾ ਹੈ ਜਾਂ 1035 ਘੰਟੇ ਕੰਮ ਕੀਤਾ ਹੈ, ਉਹਨਾਂ ਨੂੰ ਉਹ ਆਪਸ਼ਨ ਦੇਣਗੇ ਅੱਗੇ। ਇਹ ਹੁਣ ਤੱਕ ਦਾ ਉਹਨਾਂ ਨੇ ਅੱਧਾ ਜਿਹੜਾ ਲਾਅ ਬਣਿਆ ਉਹ 'ਤੇ ਦੱਸਿਆ, ਪਰ ਇਹ ਲਾਅ ਅਜੇ ਪੂਰਾ ਪਾਸ ਨਹੀਂ ਹੋਇਆ। ਫਾਈਨਲ ਆਪਾਂ ਦੇਖਦੇ ਹਾਂ ਕਿ ਕਿੱਦਾਂ ਦਾ ਲਾਅ ਬਣ ਕੇ ਸਾਹਮਣੇ ਆਉਂਦਾ। ਓਕੇ, ਤੇ ਜਿਵੇਂ ਮਤਲਬ ਕਹਿ ਰਹੇ ਨੇ ਵੀ ਸਾਰੇ ਜਿਵੇਂ ਕੱਚੇ ਸੀਗੇ ਸਾਰਿਆਂ ਨੂੰ ਪੇਪਰ ਦਿੱਤੇ ਜਾਣਗੇ, ਜਿਵੇਂ ਫਾਰਮਾਂ ਦੇ ਕੰਮ ਕੀਤਾ। ਹਾਂਜੀ, ਤੇ ਸੈਲਮ ਕੀਤਾ ਹੋਇਆ ਜੀ, ਹੈ ਨਾ, ਜਿਵੇਂ ਸੈਲਮ ਹੈ ਸਾਡਾ। ਹਾਂਜੀ, ਹਾਂਜੀ। ਨਹੀਂ ਉਹ ਤਾਂ ਲਾਅ ਤੁਹਾਨੂੰ ਦੱਸਿਆ ਨਾ, ਦੇਖਦੇ ਹਾਂ ਕਿ ਕਦੋਂ ਲਾਅ ਪਾਸ ਹੁੰਦਾ ਅਤੇ ਕਿੱਦਾਂ ਲਾਅ ਪਾਸ ਹੁੰਦਾ, ਅਤੇ ਉਹਦੇ ਥੱਲੇ ਕੀ ਲਾਅ ਬਣਾਉਂਦੇ ਨੇ, ਫਿਰ ਦੇਖਦੇ ਹਾਂ। ਅਜੇ ਕੋਈ ਲਾਅ ਪਾਸ ਨਹੀਂ ਹੋਇਆ। ਓਕੇ, ਤੇ ਇੱਕ ਦੂਜਾ ਸੀਗਾ ਜੀ, ਮੇਰਾ ਜਿਹੜਾ ਛੋਟਾ ਬੇਟਾ ਸੀਗਾ ਜੀ, ਉਹ ਨਾ ਸਤੰਬਰ ਅਸੀਂ ਜਦੋਂ ਆਏ ਸੀਗੇ 2013 ਦੇ ਵਿੱਚ, ਤੇ ਉਦੋਂ ਉਹ ਮਤਲਬ 2 ਮਹੀਨੇ ਘੱਟ ਸੀਗੇ 18 ਸਾਲਾਂ ਦੇ ਜੀ, ਉਹਦੀ ਏਜ ਅੰਡਰ ਏਜ ਆਇਆ ਸੀਗਾ ਜੀ। ਜੀ, ਉਹ ਡਾਕਟਰ 'ਚ ਆ ਸਕਦਾ ਜੀ? ਨਹੀਂ, ਉਹਦੇ ਵਿੱਚ ਤੁਸੀਂ 2013 'ਚ ਆਏ ਸੀ, ਨਹੀਂ ਉਹ ਨਹੀਂ ਆ ਸਕਦਾ। ਉਹਦੀ ਰਿਕੁਆਇਰਮੈਂਟ ਹੁੰਦੀ ਹੈ ਡਾਕਾ ਦੀ, ਤੁਹਾਨੂੰ ਟਾਈਮ ਫਰੇਮਸ ਨਹੀਂ ਤੁਸੀਂ ਮੀਟ ਕਰਦੇ। ਜੀ, ਸੋ ਅਸੀਂ ਹੁਣ ਅਗਲੇ ਕਾਲਰ ਵੱਲ ਜਾਂਦੇ ਨੇ। ਸਾਡੇ ਨਾਲ ਜੁੜੇ ਨੇ ਨਸੀਬ ਸਿੰਘ ਜੀ। ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਾਂਜੀ, ਅਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹਾਂ ਜੀ, ਕੋਈ ਫਲਾਈਟ ਸਾਨੂੰ ਸ਼ੋ ਨਹੀਂ ਹੋ ਰਹੀ। ਆਸਟ੍ਰੇਲੀਆ ਦਾ ਨਹੀਂ ਜੀ ਸਾਨੂੰ ਪਤਾ, ਆਪਾਂ ਇਮੀਗ੍ਰੇਸ਼ਨ US ਦੀ ਕਰਦੇ ਹਾਂ ਸਿਰਫ। ਅੱਛਾ ਜੀ, ਥੈਂਕ ਯੂ। ਓਕੇ ਜੀ। ਓਕੇ।
ਜੀ। ਸੋ ਅਗਲੇ ਕਾਲਰ ਵੱਲ ਜਾਂਦੇ ਆ, ਦਵਿੰਦਰ ਸਿੰਘ ਜੀ ਸਟਾਕਟਨ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਦੱਸੋ ਭਾਜੀ। ਹਾਂਜੀ ਭਾਜੀ, ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ। ਮੈਂ ਭਾਜੀ 2017 ਦੇ ਵਿੱਚ USA ਵਿੱਚ ਆ ਗਿਆ ਜਿੱਦਾਂ ਵਿਜ਼ਟਰ ਵੀਜ਼ੇ 'ਤੇ। ਮੈਂ ਅਤੇ ਮੇਰੀ ਵਾਈਫ ਸੀ ਦੋਨੋਂ। ਜੀ। ਅਤੇ ਅਸੀਂ ਭਾਜੀ ਇੱਥੇ ਆ ਕੇ ਜਿੱਦਾਂ ਮਤਲਬ ਕੇਸ ਫਾਈਲ ਕਰ ਦਿੱਤਾ। ਜੀ। ਅਤੇ ਭਾਜੀ ਹੁਣ ਮੈਨੂੰ 2 ਵਾਰ ਵਰਕ ਪਰਮਿਟ ਆ ਚੁੱਕਾ ਹੈ ਅਤੇ ਮੈਨੂੰ ਹੁਣ ਜਿੱਦਾਂ 5ਵਾਂ ਸਾਲ ਲੱਗ ਗਿਆ। ਜੀ। ਭਾਜੀ ਕੋਈ ਵੀ ਅਪਡੇਟ ਨਹੀਂ ਮੈਨੂੰ ਜਿੱਦਾਂ ਉਸਦੇ ਬਾਰੇ ਮਿਲੀ ਕੇਸ ਦੀ, ਨਾ ਕੋਈ ਪਹਿਲੀ ਤਰੀਕ ਪਈ ਜਾਂ ਕਿੱਦਾਂ ਕੁਛ ਵੀ। ਇਹਦਾ ਭਾਜੀ ਮੈਨੂੰ ਹਾਲੇ ਤੱਕ ਪਤਾ ਨਹੀਂ ਲੱਗਿਆ। ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਆਪਣਾ ਕੇਸ ਐਕਸਪੀਡਾਈਟ ਕਰ ਸਕਦੇ ਹੋ, ਅਤੇ ਸਾਲਮ ਆਫਿਸ ਨੂੰ ਤੁਸੀਂ ਕੰਟੈਕਟ ਕਰੋ, ਤੁਹਾਨੂੰ ਤਰੀਕ ਦੇ ਸਕਦੇ ਨੇ। ਠੀਕ ਹੈ ਜੀ। ਅਤੇ ਉਹ ਮੈਨੂੰ ਅਸਾਈਲਮ ਆਫਿਸ ਵਾਲਿਆਂ ਨੂੰ ਕਾਲ ਕਰਨੀ ਪਊਗੀ? ਤੁਹਾਡੇ ਵਕੀਲ ਨੂੰ ਰਿਟਨ ਉਹਨਾਂ ਨੂੰ ਲਿਖ ਕੇ ਦੇਣਾ ਪਊਗਾ, ਰਿਕੁਐਸਟ ਕਰਨੀ ਪਊਗੀ। ਓਕੇ, ਕਾਲ ਕਰਕੇ ਨਹੀਂ ਹੋਣਾ। ਓਕੇ ਰਿਕੁਐਸਟ, ਓਕੇ ਜੀ, ਰਿਕੁਐਸਟ ਪਾਉਣੀ ਪਊਗੀ ਭਾਈ? ਜੀ। ਓਕੇ ਭਾਜੀ, ਇੱਕ ਹੋਰ ਸੀ ਮੇਰਾ ਛੋਟਾ ਜਿਹਾ ਸਵਾਲ। ਭਾਈ ਜਦੋਂ ਮੈਂ ਇੱਥੇ ਆਉਣ ਤੋਂ ਬਾਅਦ ਮੈਂ ਜਿੱਦਾਂ ਖੇਤਾਂ ਦੇ ਵਿੱਚ ਕੰਮ ਕੀਤਾ 18 ਅਤੇ 19 ਦੇ ਵਿੱਚ, ਜੀ, ਅਤੇ ਜਿਸ ਤਰ੍ਹਾਂ ਮੈਂ ਭਾਈ ਤੁਹਾਡੇ ਟਿਕਟੋਕ ਦੇ ਉੱਤੇ ਵੀਡੀਓ ਦੇਖੀ ਸੀ, ਅਤੇ ਤੁਸੀਂ ਕਹਿ ਰਹੇ ਸੀ ਵੀ ਜਿੱਦਾਂ ਇਹਨਾਂ ਦੇ ਵਾਸਤੇ ਕੁਛ ਅਪਡੇਟ ਆਈ ਹੈ ਨਾ, ਜਿਹਨਾਂ ਨੇ ਕੰਮ ਕੀਤਾ ਹੋਇਆ, ਅਤੇ ਇਸ ਤਰ੍ਹਾਂ ਕੋਈ ਹੋ ਸਕਦਾ ਵਿੱਚ ਮਤਲਬ ਆਪਣੇ ਵਾਸਤੇ? ਜੇ ਤੁਸੀਂ ਮਾਰਚ 19 ਤੋਂ ਬਾਅਦ 6 ਮਹੀਨੇ ਕੰਮ ਕੀਤਾ ਹੈ ਤਾਂ ਹਾਂਜੀ, ਜੇ ਬਿੱਲ ਪਾਸ ਹੁੰਦਾ ਤਾਂ ਤੁਹਾਡਾ ਉਹਦੇ ਵਿੱਚ ਫਾਇਦਾ ਹੋ ਸਕਦਾ ਜੀ। ਸੋ ਅਸੀਂ ਅਗਲੇ ਕਾਲਰ ਵੱਲ ਜਾਂਦੇ ਹਾਂ। ਸਾਡੇ ਨਾਲ ਜੁੜੇ ਨੇ ਬਲਬੀਰ ਕੌਰ ਥਿੰਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੱਸੋ ਜੀ। ਰੇਡੀਓ ਦੀ ਆਵਾਜ਼ ਘਟਾ ਦਿਓ ਮਾੜੀ ਜੀ। ਹਾਂਜੀ। ਹਾਂਜੀ, ਸਵਾਲ ਕੀ ਹੈ ਜੀ? ਹੈਲੋ। ਹਾਂਜੀ, ਕੀ ਸਵਾਲ ਹੈ ਜੀ? ਮੇਰਾ ਸਵਾਲ ਜੀ, ਮੈਂ 15 ਸਾਲ ਦੇ ਵਿੱਚ ਸਿਟੀਜ਼ਨ ਆ ਜੀ। ਮੈਂ ਆਪਣੇ ਬੱਚੇ ਨੂੰ ਅਪਲਾਈ ਕੀਤਾ ਸੀਗਾ, ਫਿਰ ਮੁੜ ਕੇ ਕੋਈ ਚਿੱਠੀ ਨਹੀਂ ਆਈ ਜੀ। ਜੀ, ਉਹਨਾਂ ਨੂੰ ਤੁਹਾਡਾ ਜਿਹੜੇ ਕੇਸ ਹੈਗੇ ਉਹ 2008 ਤੇ 9 ਚੱਲ ਰਹੇ ਨੇ, ਤੁਹਾਨੂੰ ਵੇਟ ਕਰਨੀ ਪੈਣੀ ਹੈ ਜੀ। ਤੇ ਚਿੱਠੀ ਦਾ ਕਿੱਦਾਂ ਜੀ? ਚਿੱਠੀ ਨਹੀਂ ਆਈ ਕੋਈ, ਪ੍ਰੂਫ ਹੋਇਆ ਜਾਂ ਨਹੀਂ? ਉਹ ਤੁਹਾਨੂੰ ਕੰਟੈਕਟ ਕਰਨਾ ਪੈਣਾ, ਉਹਨਾਂ ਨੂੰ ਕਾਲ ਕਰੋ ਅਗਲੇ ਹਫਤੇ। ਤੇ ਆਉਣੀ ਚਾਹੀਦੀ ਹੈ ਨਾ ਚਿੱਠੀ ਜੀ? ਚਿੱਠੀ ਆਉਣੀ ਚਾਹੀਦੀ ਹੈ। ਠੀਕ ਹੈ। ਥੈਂਕ ਯੂ ਜੀ। ਜੀ, ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਹਰਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀ, ਭਾਜੀ ਮੈਂ 2020 ਵਿੱਚ 24 ਜੂਨ ਨੂੰ ਮੈਨੂੰ ਉਹਨਾਂ ਦੀ ਈਮੇਲ ਆਈ ਸੀਗੀ ਕਿ ਤੁਹਾਡੀ ਇੰਟਰਵਿਊ ਹੋ ਗਈ ਦੁਬਾਰਾ ਜੀ, ਤੇ ਉਹਦੇ ਬਾਅਦ ਮੈਨੂੰ ਕੋਈ ਅਪਡੇਟ ਕੋਈ ਨਹੀਂ ਆਈ। ਉਹਨਾਂ ਦੇ ਕਿਹਨਾਂ ਦੀ ਭਾਜੀ? ਪੂਰਾ ਦੱਸੋ, ਕੇਸ ਕਿੱਥੇ ਹੈ ਨਾ, ਕਿਹਦੀ ਗੱਲ? ਇਮੀਗ੍ਰੇਸ਼ਨ ਦੀ, ਜਿੱਦਾਂ ਮੈਰਿਜ ਬੇਸ ਤੇ, ਜਿੱਦਾਂ 10 ਸਾਲ ਦੀ ਗ੍ਰੀਨ ਵਾਸਤੇ। ਅੱਛਾ ਜੀ। ਉਹਨਾਂ ਨੇ ਕਿਹਾ, ਉਹਨਾਂ ਨੇ ਤੁਹਾਨੂੰ ਡੇਟ ਨਹੀਂ ਨਾ ਦਿੱਤੀ? 2 ਸਾਲ ਦਾ ਮੇਰਾ ਐਕਸਪਾਇਰ ਹੋ ਗਿਆ ਸੀ, ਉਹਦੇ ਬਾਅਦ ਉਹਨੇ 18 ਮਹੀਨੇ ਦੇ ਤਾਂ ਉਹ ਵੀ ਐਕਸਪਾਇਰ ਹੋ ਗਿਆ। ਹੁਣ ਮੈਂ ਸਟੈਂਪ ਲਵਾ ਕੇ ਆਇਆ ਭਾਜੀ। ਹਾਂਜੀ, ਪਾਸਪੋਰਟ ਤੇ ਬਸ ਤੁਹਾਨੂੰ ਭਾਜੀ ਵੇਟ ਕਰਨੀ ਪੈਣੀ ਹੈ ਜਦ ਤੱਕ ਇੰਟਰਵਿਊ ਨਹੀਂ ਆਉਂਦੀ। ਜੇ ਉਹਨਾਂ ਨੇ ਤੁਹਾਨੂੰ ਕਿਹਾ ਕਿ ਸਕੈਜੂਲ ਕਰਾਂਗੇ ਤਾਂ ਮਤਲਬ ਇਹ ਹੈ ਕਿ ਤੁਸੀਂ ਲਾਈਨ 'ਚ ਹੈਗੇ ਆ। ਜਦੋਂ ਉਹਨਾਂ ਨੂੰ ਮੌਕਾ ਲੱਗਦਾ ਫਿਰ ਉਹ ਤੁਹਾਡੀ ਕਰੂਗੇ ਇੰਟਰਵਿਊ ਸਕੈਜੂਲ। ਜੀ, ਥੈਂਕ ਯੂ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਨਵੀਨ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੀ ਵਾਈਫ ਵਾਸਤੇ ਅਪਲਾਈ ਕੀਤਾ ਸੀ ਪਿਛਲੇ ਸਾਲ ਮਈ ਦੇ ਵਿੱਚ ਜੀ, ਤੇ ਪੇਪਰ ਵਰਕ ਮੇਰਾ ਸਾਰਾ ਕੰਪਲੀਟ ਹੋ ਗਿਆ ਤੇ ਇੰਟਰਵਿਊ ਵਾਸਤੇ ਹੁਣ ਕਹਿੰਦੇ ਹੈਗੇ ਕਿ ਵੇਟ ਕਰੋ। ਕਿੰਨਾ ਟਾਈਮ ਲੱਗੂਗਾ? ਭਾਜੀ ਟਾਈਮ ਦੀ ਕੋਈ ਪ੍ਰੈਡਿਕਸ਼ਨ ਨਹੀਂ, ਤੁਹਾਨੂੰ ਵੇਟ ਹੀ ਕਰਨਾ ਪੈਣਾ। ਦੇਖਦੇ ਹਾਂ ਕਿੱਦਾਂ ਹੁਣ ਅੱਗੇ ਖੁੱਲ੍ਹਦਾ ਹੈ, ਕਿ ਕੇਸ ਪੇਸ ਨਾ ਜਾਂਦੇ ਆ, ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਮੈਂ ਸਿਟੀ ਨਾ ਹੈਗਾ ਇੱਥੇ ਨਾ। ਹਾਂਜੀ, ਪਰ ਕਾਫੀ ਸਿਟੀਜ਼ਨ ਦੇ ਨਾ ਕੇਸ ਵਿੱਚ ਵੇਟ ਹੋ ਜਾਊਗਾ। ਕੁਛ ਨਹੀਂ ਕਹਿ ਸਕਦੇ ਭਾਜੀ, ਕਾਫੀ ਸਿਟੀਜ਼ਨ ਲੋਕਾਂ ਦੇ ਕੇਸ ਲਟਕੇ ਹੋਏ ਆ। ਦੇਖਦੇ ਹਾਂ ਕਿੱਦਾਂ ਚੱਲਦਾ ਜੀ। ਓਕੇ ਜੀ, ਥੈਂਕ ਯੂ ਜੀ। ਓਕੇ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਬਲਬੀਰ ਸਿੰਘ ਜੀ ਨਿਊ ਜਰਸੀ ਤੋਂ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ। ਪੁੱਛਣਾ ਬੰਬੇ ਇੰਟਰਵਿਊ ਡੇਟਾਂ ਆ ਰਹੀਆਂ ਕਿ ਨਹੀਂ ਅਜੇ? ਆ ਰਹੀਆਂ ਜੀ। ਅੱਛਾ ਜੀ, ਕੋਈ ਫਾਸਟ ਕੀਤਾ ਕਿ ਨਾਰਮਲ ਚੱਲ ਰਿਹਾ? ਨਾਰਮਲੀ ਚੱਲ ਰਿਹਾ ਜੇ, ਸਲੋ, ਫਾਸਟ ਨਹੀਂ ਕੀਤਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਜੀ, ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਰਮਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਜਿੱਦਾਂ ਆਪਾਂ ਕੈਲੀਫੋਰਨੀਆ 'ਚ ਦੇਖ ਰਹੇ ਕਿ ਮੈਰਿਜ ਬੇਸ ਤੇ US ਸਿਟੀਜ਼ਨ ਨੂੰ 18 ਤੋਂ 25 ਮਹੀਨੇ ਦਾ ਟਾਈਮ ਸ਼ੋ ਹੋ ਰਿਹਾ ਹੈਗਾ ਜੀ,
ਤੇ ਜੇ ਟੈਕਸਿਸ ਤੇ ਸਰਵਿਸ ਸੈਂਟਰ 'ਚ ਦੇਖਣਾ ਉੱਥੇ 5-7 ਮਹੀਨੇ ਸ਼ੋ ਹੋ ਰਿਹਾ, ਤਾਂ ਕੀ ਮੈਂ ਕੈਲੀਫੋਰਨੀਆ 'ਚ ਰਹਿੰਦੇ ਹੋਏ ਆਪਣੇ ਕਿਸੇ ਟੈਕਸਿਸ ਵਾਲੇ ਫਰੈਂਡ ਦਾ ਐਡਰੈਸ ਯੂਜ਼ ਕਰਕੇ ਪਟੀਸ਼ਨ ਫਾਈਲ ਕਰ ਸਕਦਾ ਸਪਾਊਸ ਨੂੰ ਨਹੀਂ, ਇੰਡੀਆ ਤੋਂ ਬੁਲਾਉਣ ਦੀ? ਬਿਲਕੁਲ ਨਹੀਂ, ਬਿਲਕੁਲ ਇੱਦਾਂ ਨਾ ਕਰਿਓ, ਕਿਉਂਕਿ ਜਿਹੜਾ ਵਿਆਹ ਵਾਲਾ ਗ੍ਰੀਨ ਕਾਰਡ ਹੈ ਉਹਦੇ ਵਿੱਚ ਸਾਰੀ ਜਿਹੜੀ ਤੁਹਾਡੀ ਲਾਈਨ ਆਫ ਕੁਐਸਚਨਿੰਗ ਹੈ ਉਹ ਇੱਥੇ ਹੁੰਦੀ ਹੈ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਇਕੱਠੇ ਰਹਿ ਰਹੇ ਹੋ, ਨਹੀਂ ਰਹਿ ਰਹੇ ਹੋ। ਅਤੇ ਕੋਈ ਵੀ ਤੁਹਾਡੀ ਐਡਰੈਸ 'ਚ ਗੜਬੜ ਹੋਈ, ਐਕਸਪਲੇਨ ਨਹੀਂ ਹੋਈ, ਉਹਨਾਂ ਨੇ ਤੁਹਾਡੇ ਵਿਆਹ 'ਤੇ ਸਿੱਧੇ ਸ਼ੱਕ ਕਰਨਾ ਅਤੇ ਪਟੀਸ਼ਨ ਖਰਾਬ ਹੋ ਸਕਦੀ ਹੈ। ਤੁਹਾਡੇ ਬਿੱਲ ਬਾਰੇ ਸਾਰੇ, ਤੁਹਾਡੇ ਜੋਬ ਨਾ, ਹੁਣ ਮੈਂ ਕਿਹਾ ਜਿੱਦਾਂ ਉਹਨਾਂ ਨੂੰ ਫਿਰ ਇਹ ਸ਼ੱਕ ਪੈਣਾ ਤੁਹਾਡੇ 'ਤੇ ਕਿ ਤੁਸੀਂ ਇਕੱਠੇ ਰਹਿੰਦੇ ਨਹੀਂ, ਤੁਸੀਂ ਝੂਠ ਬੋਲਦੇ ਆ, ਅਤੇ ਇੱਦਾਂ ਨਾ ਕਰਿਓ। ਓਕੇ ਠੀਕ ਹੈ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ, ਥੈਂਕ ਯੂ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸਰਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਪੁੱਛਣਾ ਸੀ ਆਪਣਾ ਜਿਹੜਾ ਅਸਾਲਮ ਕੇਸ ਤੇ ਜਿਹਦਾ ਗ੍ਰੀਨ ਕਾਰਡ ਹੋਵੇ ਬੰਦੇ ਦਾ, ਤੇ ਉਹ ਤੇ ਵਿਆਹ ਦੇ ਲਈ ਕੁੜੀ ਨੂੰ ਸਪਾਂਸਰ ਕਰ ਸਕਦਾ, ਬੁਲਾ ਸਕਦਾ ਇੰਡੀਆ ਤੋਂ ਜਾਂਦੇ? ਵਿਆਹ ਤੁਹਾਨੂੰ ਮਤਲਬ ਤੁਸੀਂ ਹੁਣ ਇੰਡੀਆ ਤਾਂ ਜਾ ਨਹੀਂ ਸਕਦੇ, ਜੇ ਅਸਾਲਮ ਉੱਥੋਂ ਦੀ ਲਈ ਹੈ, ਤੁਸੀਂ ਪ੍ਰੋਟੈਕਸ਼ਨ ਕਲੇਮ ਕੀਤੀ ਹੈ, ਤੁਸੀਂ ਜੇ ਥਰਡ ਪਾਰਟੀ ਜਾ ਕੇ ਕੰਟਰੀ ਕਿਤੇ ਥਾਈਲੈਂਡ ਵਗੈਰਾ ਕਿਤੇ ਵਿਆਹ ਕਰਦੇ ਹੋ ਨਾ, ਜਿਹੜੀ ਵੀ ਕੰਟਰੀ 'ਚ ਦਾ ਤੁਹਾਨੂੰ ਵੀਜ਼ਾ ਮਿਲਦਾ ਹੈ, ਹਾਂਜੀ, ਅਤੇ ਫਿਰ ਤੁਸੀਂ ਹਾਂਜੀ ਬਿਲਕੁਲ ਸਪਾਂਸਰ ਕਰ ਸਕਦੇ ਹੋ। ਬਸ ਇਹ ਹੈ ਕਿ ਕੁਐਸਚਨ ਇਹ ਹੈ ਕਿ ਵਿਆਹ ਕਿੱਦਾਂ ਕਰੋਗੇ, ਤੁਸੀਂ ਕਿਹੜੀ ਕੰਟਰੀ 'ਚ ਕਰੋਗੇ। ਮਤਲਬ ਇੱਥੇ ਨਹੀਂ ਆਪਾਂ ਸਿੱਧਾ ਉਸ ਤਰ੍ਹਾਂ ਨਹੀਂ ਬੁਲਾ ਸਕਦੇ? ਨਹੀਂ, ਇੱਦਾਂ ਤਾਂ ਨਹੀਂ, ਉਹ ਤਾਂ ਨਹੀਂ, ਸਿਟੀਜ਼ਨ ਵੀ ਨਹੀਂ ਬੁਲਾ ਸਕਦੇ। ਸਿਟੀਜ਼ਨ ਨੂੰ ਵੀ ਜਾ ਕੇ ਮਿਲ ਕੇ ਇੰਗੇਜਮੈਂਟ ਕਰਨੀ ਪੈਂਦੀ ਹੈ, K1 ਫਿਆਂਸੇ ਵੀਜ਼ਾ ਜਾਂ ਇੱਦਾਂ ਬਿਨਾਂ ਮਿਲੇ ਪ੍ਰੋਕਸੀ ਨਹੀਂ ਕਰ ਸਕਦੇ ਤੁਸੀਂ, ਮਤਲਬ ਮਿਲਣਾ ਜ਼ਰੂਰੀ ਹੈ। ਅੱਛਾ, ਥਾਈਲੈਂਡ ਜਾ ਕੇ ਆਪਣਾ ਜਿਹੜਾ USA ਦੀ ਐਮਬੈਸੀ ਉਹਦੇ ਵਿੱਚ ਕੁਝ ਕਰਾਉਣਾ ਪੈਂਦਾ ਆਪਾਂ ਨੂੰ ਰਜਿਸਟਰ ਜਾ ਕੇ ਜਾਂ ਨਹੀਂ? ਤੁਸੀਂ ਵਿਆਹ ਕਰਾ ਸਕਦੇ ਹੋ ਬਾਹਰ, ਜਿੱਦਾਂ ਨੋਰਮਲ ਕਰਾਉਂਦੇ ਆ ਥਾਈਲੈਂਡ 'ਚ ਲੋਕੀ, ਅਤੇ ਰਜਿਸਟਰ ਕੁਛ ਨਹੀਂ ਕਰਾਉਣਾ। ਇੱਕ ਵਾਰੀ ਤੁਹਾਡਾ ਵਿਆਹ ਹੋ ਜਾਵੇ, ਤੁਸੀਂ ਫਿਰ ਆਪਣਾ ਪੇਪਰ ਵਰਕ ਫਾਈਲ ਕਰ ਸਕਦੇ ਹੋ। ਓਕੇ। ਔਰ ਦੂਸਰਾ ਕੁਐਸਚਨ ਇਹ ਸੀ ਭਾਜੀ, ਅਗਰ ਮੰਨ ਲਓ ਇੱਥੇ ਟੂਰਿਸਟ ਆ ਕੇ ਮੈਰਿਜ ਕਰਾ ਲੈਂਦੇ ਆ, ਅਗਰ 6 ਮਹੀਨੇ ਦੇ ਵਿੱਚ ਜਿਹੜੀ ਡੇਟ ਨਹੀਂ ਮਿਲਦੀ, ਤੇ ਮੰਨ ਲਓ 6 ਮਹੀਨੇ ਦੇ ਵਿੱਚ ਵਾਪਸ ਨਹੀਂ ਜਾਂਦੀ ਕੁੜੀ, ਫਿਰ ਉਹਦੇ ਲਈ ਕੀ ਪ੍ਰੋਬਲਮ ਆ ਸਕਦੀ ਬਾਅਦ ਵਿੱਚ? ਪਹਿਲਾਂ ਤਾਂ ਇਹ ਹੈ ਕਿ ਜਿਹੜਾ ਟੂਰਿਸਟ ਹੈ ਉਹ ਇਸ ਇਰਾਦੇ ਨਾਲ ਆ ਨਹੀਂ ਸਕਦਾ ਕਿ ਮੈਂ ਵਿਆਹ ਕਰਾਉਣਾ, ਉਹਨੂੰ ਕੁਐਸਚਨ ਕਰਦੇ ਨੇ, ਅਤੇ ਮੰਨ ਲਓ ਜੇ ਆਉਂਦੀ ਹੈ ਟੈਂਪਰੇਰੀ ਪਹਿਲਾਂ ਇਰਾਦੇ ਨਾਲ, ਅਤੇ ਬਾਅਦ 'ਚ 90 ਦਿਨ ਬਾਅਦ ਉਹਦਾ ਮਨ ਚੇਂਜ ਹੋ ਜਾਂਦਾ ਕਿ ਮੈਂ ਇੱਥੇ ਰੁਕਣਾ, ਮੈਂ ਵਿਆਹ ਕਰਾਉਣਾ, ਅਤੇ ਫਿਰ ਤੁਸੀਂ ਪੇਪਰ ਵਰਕ ਫਾਈਲ ਕਰਦੇ ਹੋ, ਕੋਈ ਪ੍ਰੋਬਲਮ ਨਹੀਂ ਆਉਂਦੀ। ਫਿਰ ਜੇ ਇੱਕ ਵਾਰੀ ਗ੍ਰੀਨ ਕਾਰਡ ਫਾਈਲ ਹੋ ਗਿਆ ਤਾਂ ਕੋਈ ਪ੍ਰੋਬਲਮ ਨਹੀਂ ਹੈ। ਜੀ, ਸੋ ਇਹ ਵੀ ਨਾਲ ਦੀ ਨਾਲ ਬੋਲਦੀ ਹੈ, ਜੇ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਆ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਇਮੀਗ੍ਰੇਸ਼ਨ ਅਟਰਨੀ ਜੇ ਟਰਕੀਆਨਾ ਜੀ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਦੇ ਆਫਿਸ ਨੂੰ ਕਾਲ ਕਰ ਸਕਦੇ ਹੋ, ਅੱਜ ਵੀ ਕਾਲ ਕਰ ਸਕਦੇ ਹੋ, ਮੇਰੇ ਕੋਲ ਅਪਾਇੰਟਮੈਂਟ ਸੈੱਟ ਕਰਨ ਲਈ। ਸੋ ਅੱਜ ਵੀ ਖੁੱਲ੍ਹੇ ਆ 415-909-0503। ਅਗੇਨ ਫੋਨ ਨੰਬਰ ਹੈਗਾ ਆ 415-909-0503। ਅਤੇ ਹਾਂਜੀ ਜੇ ਜੀ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸੁਰਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਡੀ ਕੁੜੀ ਨੇ ਅਸੀਂ 9 'ਚ ਸਾਡੇ ਪੇਪਰ ਲੱਗੇ, ਹਾਂਜੀ 10 ਲੱਗੇ ਆ। ਹਾਂਜੀ, ਕੁੜੀ ਦੋਨੇ ਆ ਗਏ ਆ, ਜਿੱਦਾਂ ਛੋਟੀ ਦਾ ਫਿਰ ਅਸੀਂ ਇੱਧਰ ਆ ਕੇ ਅਪਲਾਈ ਕੀਤਾ। ਬੜੀ ਜਿਹੜੀ ਵਿਆਹੀ ਹੋਈ ਕੁੜੀ ਆ ਨਾ, ਹਾਂਜੀ, ਉੱਧਰ ਜਾ ਕੇ ਵੀ ਵਿਆਹ ਕਰਕੇ ਆਈ, ਉਹਦਾ 5 ਸਾਲ ਹੋ ਗਏ। ਹਾਂਜੀ, ਤਾਂ ਉਹ ਪ੍ਰਾਹੁਣੇ ਦਾ ਕੋਈ ਫੋਟੋਆਂ ਵਗੈਰਾ ਵੀ ਲਾ ਕੇ ਦੇਣੀਆਂ ਚਾਹੀਦੀਆਂ? ਕੋਈ ਭੈਣ ਨੇ ਅਪਲਾਈ ਕੀਤਾ ਹੈ? ਨਹੀਂ, ਕੁਛ ਇੱਦਾਂ ਦਾ ਕੁਛ ਨਹੀਂ ਲਾਉਣਾ। ਜਦੋਂ ਉਹਨਾਂ ਦਾ ਨੰਬਰ ਆਊਗਾ, ਐਮਬੈਸੀ 'ਚ ਇੰਟਰਵਿਊ ਆਊਗੀ, ਉਦੋਂ ਮੈਰਿਜ ਸਰਟੀਫਿਕੇਟ ਅਤੇ ਫੋਟੋ ਵਗੈਰਾ ਉਦੋਂ ਨਾਲ ਲੈ ਕੇ ਜਾਣੀ। ਇੱਦਾਂ ਕੁਛ ਨਹੀਂ ਲਾਉਣ ਦੀ ਲੋੜ ਇਸ ਵੇਲੇ। ਜੀ, ਸੋ ਅਸੀਂ ਅਗਲੇ ਕਾਲਰ ਵੱਲ ਜਾਂਦੇ ਹਾਂ। ਸਾਡੇ ਨਾਲ ਜੁੜੇ ਨੇ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ। ਭਾਜੀ ਮੈਂ US ਗ੍ਰੀਨ ਕਾਰਡ ਹੋਲਡਰ ਹਾਂ ਜੀ। ਵਾਈਫ ਦੀ ਲਾਸਟ ਈਅਰ ਮਾਰਚ ਵਿੱਚ ਉਹਨਾਂ ਦੀ ਇੰਟਰਵਿਊ ਸੀ ਤੇ ਕੈਂਸਲ ਹੋ ਗਈ ਸੀਗੀ ਜੀ। ਉਸ ਤੋਂ ਬਾਅਦ ਸਾਨੂੰ ਹਜੇ ਤੱਕ ਕੋਈ ਅਪਡੇਟ ਨਹੀਂ, ਕੋਈ ਈਮੇਲ ਨਹੀਂ ਆਈ। ਕੰਟੈਕਟ ਕਰ ਲਓ ਭਾਜੀ, ਹੋ ਗਿਆ ਆ। ਕੰਟੈਕਟ ਕਰ ਲਓ ਉਹਨਾਂ ਨੂੰ, ਵੇਟ ਹੀ ਕਰਨਾ ਪੈਣਾ। ਇੰਟਰਵਿਊ ਉਹਨਾਂ ਨੇ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦਿੱਤੀਆਂ। ਭਾਜੀ ਕੰਟੈਕਟ ਕੀਤਾ ਸੀ, ਉਹ ਕਹਿੰਦੇ ਤੁਹਾਡਾ ਕੇਸ ਸਾਡੇ ਕੋਲ ਨਹੀਂ ਹੈਗਾ, ਵੀ ਤੁਹਾਡਾ ਕੇਸ ਅੰਬੈਸੀ ਕੋਲ ਚਲੇ ਗਿਆ, ਉਹਨਾਂ ਨਾਲ ਕੰਟੈਕਟ ਕਰੋ। ਹਾਂਜੀ, ਹਾਂਜੀ, ਉਹਨਾਂ ਨੂੰ ਕਰਦੇ ਆ, ਕੋਈ ਚੱਕਦੇ ਨਹੀਂ ਕਾਲ ਜੀ। ਉਹਨਾਂ ਦੇ ਨਾ ਬੰਬੇ ਵਾਲਿਆਂ ਦੇ ਉੱਥੇ ਕੰਟੈਕਟ ਸੈਕਸ਼ਨ 'ਚ ਜਾ ਕੇ ਦੇਖੋ, ਈਮੇਲ ਵੀ ਦਿੱਤੀ ਹੋਈ ਆ ਉਹਨੇ US ਟਰੈਵਲ ਡੌਕਸ ਵਾਲਿਆਂ 'ਤੇ, ਉਹਨਾਂ ਨੂੰ ਉੱਥੇ ਕੰਟੈਕਟ ਕਰੋ। ਮੈਥਡ ਲਿਖਿਆ ਹੋਣਾ ਨੇ ਈਮੇਲ 'ਚ ਵੀ ਸਰ ਉਹਨੇ ਇਕੱਲਾ ਸਿਟੀਜ਼ਨ ਵਾਲਿਆਂ ਦਾ ਦਿੱਤਾ ਆ ਉੱਤੇ। ਜੇ ਅਸੀਂ ਮਤਲਬ ਗ੍ਰੀਨ ਕਾਰਡ ਹੋਲਡਰ ਵੀ ਕਰਦੇ ਹਾਂ, ਰਿਪਲਾਈ ਕਰੂਗੇ ਕੋਈ? ਦਊਗੇ? ਹਾਂਜੀ, ਬਿਲਕੁਲ ਰਿਪਲਾਈ ਕਰੂਗੇ। ਓਕੇ, ਥੈਂਕ ਯੂ ਭਾਜੀ। ਓਕੇ ਜੀ।
ਜੀ ਥੈਂਕ ਯੂ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਦੀਪ ਸਿੰਘ, ਮੈਨੂੰ ਲੱਗਦਾ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ। ਸਾਡੇ ਨਾਲ ਜੁੜੇ ਨੇ ਮਨੀ ਜੀ। ਹਾਂਜੀ ਮਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਮੈਂ ਨਾ ਜੂਨ 2017 ਵਿੱਚ ਕੰਡੀਸ਼ਨਲ ਗ੍ਰੀਨ ਕਾਰਡ ਤੇ ਆਇਆ ਸੀ 2 ਸਾਲ ਵਾਲੇ ਤੇ ਮੈਰਿਜ ਬੇਸ ਤੇ ਜੀ, ਤੇ ਮੇਰੀ ਉਹ ਗ੍ਰੀਨ ਕਾਰਡ ਮੇਰਾ ਐਕਸਪਾਇਰ ਹੋ ਗਿਆ ਸੀਗਾ 2019 ਦੇ ਵਿੱਚ ਜੀ। ਤੇ ਉਦੋਂ ਆਪਾਂ ਫੀਸ ਭਰਤੀ ਸੀ, ਮੇਰੀ ਫੀਸ ਅਪਰੂਵ ਹੋ ਗਈ। ਉਸ ਤੋਂ ਬਾਅਦ ਫਿਰ ਮੈਂ ਸਿਟੀਜ਼ਨ ਲਈ ਵੀ ਐਲੀਜੀਬਲ ਸੀਗਾ 20 ਦੇ ਵਿੱਚ, ਮੈਂ ਜੂਨ 'ਚ ਉਹਦੀ ਫੀਸ ਵੀ ਭਰ ਦਿੱਤੀ ਮੈਂ ਜੀ 2020 ਦੇ ਵਿੱਚ ਲਾਸਟ ਈਅਰ ਜੀ। ਤੇ ਮੈਨੂੰ ਉਹਨਾਂ ਦੀ ਲੈਟਰ ਆਈ ਸੀਗੀ ਆਪਣੇ ਜਨਵਰੀ ਵਿੱਚ ਇਸ ਸਾਲ ਹੀ ਵੀ ਤੁਹਾਡੀ ਜਿਹੜੀ ਆ ਤੁਹਾਡੀ ਜਿਹੜੀ ਫਿੰਗਰਪ੍ਰਿੰਟ ਸੀਗੀ ਤੁਹਾਡੇ ਜਿਹੜੇ ਪਹਿਲੇ ਹੀ ਵਰਤੇ ਜਾਣਗੇ ਜੀ, ਪਰ ਉਸ ਤੋਂ ਬਾਅਦ ਦੁਬਾਰਾ ਕੋਈ ਕਾਲ ਨਹੀਂ ਆਈ। ਭਾਜੀ ਅੰਡਰ ਪ੍ਰੋਸੈਸ ਹੀ ਹੈ, ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਸਕਦੇ ਹੋ ਜੇ ਤੁਹਾਡਾ ਕੇਸ ਆਊਟਸਾਈਡ ਪ੍ਰੋਸੈਸਿੰਗ ਟਾਈਮ ਹੈ, ਅਦਰਵਾਈਜ਼ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਐਕਚੁਅਲੀ ਮੇਰਾ ਗ੍ਰੀਨ ਕਾਰਡ ਭਾਈ ਐਕਸਪਾਇਰ ਹੋ ਗਿਆ ਮੇਰਾ ਜਨਵਰੀ ਵਿੱਚ ਹੀ, ਜਿਹੜੀ ਮੈਨੂੰ ਐਕਸਟੈਂਸ਼ਨ ਦਿੱਤੀ ਸੀ 18 ਮਹੀਨੇ ਦੀ ਨਾ ਐਕਸਪਾਇਰ ਹੋ ਗਈ ਆ। ਕੀ ਕਰਨਾ ਹੈ ਕਿ ਉਹਨਾਂ ਦੇ ਨਾ ਲੋਕਲ ਜਿਹੜਾ ਫੀਲਡ ਆਫਿਸ ਹੁੰਦਾ ਉਹਨਾਂ ਅਪਾਇੰਟਮੈਂਟ ਬਣਾਓ ਕਾਲ ਕਰਕੇ, ਤੇ ਉੱਥੇ ਜਾ ਕੇ ਨਾ ਤੁਹਾਡੇ 1 ਸਾਲ ਦੀ ਸਟੈਂਪ ਲਾ ਦੋਗੇ ਤੁਹਾਡੇ ਪਾਸਪੋਰਟ ਉੱਤੇ, 1 ਸਾਲ ਦੀ ਐਕਸਟੈਂਸ਼ਨ ਦੇ ਦੋਗੇ ਤੁਹਾਨੂੰ ਆਟੋਮੈਟਿਕਲੀ। ਉਹ ਤੁਸੀਂ ਜਦ ਤੱਕ ਤੁਹਾਡਾ ਪੈਂਡਿੰਗ ਹੈ ਤੁਸੀਂ 1-1 ਸਾਲ ਕਰਕੇ ਲੈ ਸਕਦੇ ਹੋ ਅੱਗੇ ਜੀ। ਠੀਕ ਹੈ ਜੀ। ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਅਵਤਾਰ ਸਿੰਘ ਜੀ। ਹਾਂਜੀ ਅਵਤਾਰ ਜੀ। ਭਾਜੀ 5 ਦੇ ਭਰੇ ਹੋਏ ਆ, 15 ਸਾਲ ਹੋ ਗਏ ਆ, ਕੱਲ੍ਹ ਨਿਕਲਣਗੇ ਪੇਪਰ। 5 ਵਾਲਾ ਤਾਂ ਤੁਹਾਡਾ ਭਾਜੀ ਲਾਈਨ ਦੇ ਵਿੱਚ ਹੀ ਹੈ, ਤੁਹਾਡਾ ਆ ਜਾਣਾ ਚਾਹੀਦਾ ਨੰਬਰ ਹੁਣ ਜਦੋਂ ਅੰਬੈਸੀਆਂ ਚੱਲਦੀਆਂ ਸਾਲ ਕੁ ਦੇ ਅੰਦਰ ਆ ਜਾਣਾ ਚਾਹੀਦਾ। ਥੈਂਕ ਯੂ ਜੀ। ਓਕੇ ਥੈਂਕ ਯੂ ਜੀ। ਜੀ ਅਗਲੇ ਕਾਲਰ ਜੁੜੇ ਨੇ ਸਮਾਲੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ। ਸਰ ਮੈਂ ਆਪਣੇ ਹਸਬੈਂਡ ਨਾਲ ਆਈ ਸੀ 2015 ਦੇ ਵਿੱਚ ਅਸਾਈਲਮ ਬੇਸ ਤੇ, ਪਰ ਮੈਂ ਉਹਨਾਂ ਤੋਂ ਸੈਪਰੇਟ ਹੋ ਗਈ ਸੀ 2018 ਦੇ ਵਿੱਚ, ਤੇ ਮੈਂ ਇੱਥੇ ਸਿਟੀਜ਼ਨ ਨਾਲ ਮੈਰਿਜ ਕੀਤੀ ਸੀ 2018 ਅਕਤੂਬਰ 'ਚ, ਤੇ ਫਰਵਰੀ 2019 'ਚ ਅਸੀਂ I-130 ਵਾਸਤੇ ਪਟੀਸ਼ਨ ਲਾਈ ਸੀ, ਪਰ ਸਟਿਲ ਮੈਨੂੰ ਹਜੇ ਤੱਕ ਉਹਦਾ ਕੁਝ ਵੀ ਰਿਸਪੌਂਸ ਨਹੀਂ ਆਇਆ। ਜੇ ਅਟੋਰਨੀ ਨੂੰ ਪੁੱਛੋ ਕਹਿ ਦਿੰਦਾ ਹੈ ਕਿ ਜੀ ਕਰੋਨਾ ਕਰਕੇ, ਪਰ ਮੇਰਾ ਕੇਸ ਬਿਫੋਰ 2019 'ਚ ਮੈਂ ਪੁੱਟ ਕੀਤਾ ਸੀ, ਕਰੋਨਾ ਆਇਆ 2020 ਤੱਕ। ਮੈਂ ਇਹਦੇ ਲਈ ਕੀ ਕਰ ਸਕਦੀ ਹਾਂ? ਤੁਹਾਡੇ ਕੋਲ ਰਿਸੀਟ ਨੋਟਿਸ ਹੈਗਾ? ਹਾਂਜੀ। ਤੁਸੀਂ ਕਾਲ ਕਰ ਸਕਦੇ ਹੋ ਇਮੀਗ੍ਰੇਸ਼ਨ ਨੂੰ, ਸਰਵਿਸ ਰਿਕੁਐਸਟ ਪਲੇਸ ਕਰ ਦਿਓ, ਉਹ ਤੁਹਾਨੂੰ ਦੱਸ ਦੇਣਗੇ ਕਿ ਕੇਸ ਤੁਹਾਡਾ ਪੈਂਡਿੰਗ ਹੈ ਜਾਂ ਕੀ ਪ੍ਰੋਬਲਮ ਹੈ। ਮੈਂ 2-3 ਵਾਰੀ USCIS ਦੇ ਵਿੱਚ ਕਾਲ ਲਾਈ, ਲੇਕਿਨ ਉਹ ਕਹਿੰਦੇ ਕਿ ਸਿਰਫ ਅਸੀਂ ਜਿਹੜਾ ਇੱਕ ਉਹ ਹੁੰਦਾ ਕਿ ਤੁਹਾਨੂੰ ਪਰਸਨਲ ਅਪਾਇੰਟਮੈਂਟ ਮਿਲ ਜਾਂਦੀ ਹੈ, ਉਹ ਕਹਿੰਦੇ ਕਿ ਬਸ ਇਹ ਤਾਂ ਜਿਹੜਾ ਤੁਸੀਂ ਆਪਣਾ ਵਿਜ਼ਿਟ ਟੂਰਿਸਟ ਆਪਣਾ ਲੈਣਾ ਹੋਵੇ ਕੋਈ ਡਾਕੂਮੈਂਟ ਵਗੈਰਾ ਜਾਂ ਵਰਕ ਪਰਮਿਟ ਵਾਸਤੇ, ਉਹਦੇ ਲਈ ਅਸੀਂ ਦਿੰਦੇ ਇੱਦਾਂ ਹਾਂ। ਕੁਛ ਨਹੀਂ ਹੈਗਾ, ਤੁਸੀਂ ਉਹਨਾਂ ਨੂੰ ਕਾਲ ਲਾਓ, ਤੁਸੀਂ ਬਸ ਕਹੋ ਕਿ ਮੈਂ ਇਨਕੁਆਇਰੀ ਕਰ ਰਹੀ ਹਾਂ ਆਪਣੇ ਕੇਸ ਦੀ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਪੈਂਡਿੰਗ ਹੈ ਕਿ ਕੋਈ ਪ੍ਰੋਬਲਮ ਹੈ, ਉਹ ਤੁਹਾਨੂੰ ਜਵਾਬ ਦੇ ਦੇਣਗੇ, ਤੁਹਾਨੂੰ ਦੱਸ ਦੇਣਗੇ ਇਹੋ ਕਿ ਪੈਂਡਿੰਗ ਹੈ ਕਿ ਨਹੀਂ ਹੈ। ਜੀ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਜੱਸੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਮੇਰੇ 2 ਕੁਐਸਚਨ ਹੈ ਜੀ। ਇੱਕ ਤਾਂ ਮੈਂ ਆਪਣੀ ਫੈਮਿਲੀ ਦੀ ਪਟੀਸ਼ਨ ਕੀਤੀ ਸੀ ਬ੍ਰਦਰ ਸਿਸਟਰ ਦੀ ਜੀ, ਤੇ ਉਹਦੇ ਵਿੱਚ ਪਹਿਲੀ ਗੱਲ ਤਾਂ ਇੱਕ ਸਿਸਟਰ ਦੀ ਅਪਰੂਵਲ ਲੈਟਰ ਆ ਗਈ ਸੀ, ਬ੍ਰਦਰ ਦੀ ਨਹੀਂ ਆਈ ਸੀ। ਉਸ ਤੋਂ ਬਾਅਦ ਅਸੀਂ ਪਤਾ ਕੀਤਾ ਤੇ ਕਹਿੰਦੇ ਸੀ ਕੇਸ ਪ੍ਰੂਵ ਹੋ ਚੁੱਕਾ ਹੈ ਆਲਰੇਡੀ। ਸਟਿਲ ਉਸ ਤੋਂ ਬਾਅਦ ਪ੍ਰੋਸੈਸਿੰਗ ਜਾ ਰਹੀ ਸੀ ਆਲਰੇਡੀ, ਤੇ ਪਰ NVC ਨੇ ਵੀ ਉਹ ਨਵੇਂ ਕੇਸ ਨੰਬਰ ਦੇ ਦਿੱਤੇ ਸੀ NWD ਵਾਲੇ ਤੋਂ ਬਾਅਦ ਜਿਹੜੇ ਮਿਲਦੇ ਆ। ਤੇ ਅੱਜ ਕੱਲ੍ਹ ਕੀ ਹੋ ਰਿਹਾ ਹੁਣ ਕੋਵਿਡ ਤੋਂ ਬਾਅਦ, ਤੇ ਉਹ ਜਿੱਦਾਂ ਅਪਡੇਟ ਦੇਖਦੇ ਹਾਂ ਕੰਪਿਊਟਰ ਤੇ ਸ਼ੋ ਨਹੀਂ ਹੁੰਦੀ, ਤੇ ਆਪਾਂ ਜਦੋਂ ਕਾਲ ਕੀਤੀ ਤੇ ਉਹਨੇ ਲੇਡੀ ਨੇ ਮੈਨੂੰ ਪਹਿਲੇ ਨੰਬਰ ਦੇ ਦਿੱਤੇ NWD ਵਾਲੇ, ਤੇ ਮੈਂ ਪੁੱਛਿਆ ਇਹ ਕਿ ਮੇਰੇ ਕੋਲ ਨਿਊ ਨੰਬਰ ਸੀਗੇ ਆਹ ਵਾਲੇ, ਤਾਂ ਨਹੀਂ ਕਹਿੰਦੇ ਤੁਸੀਂ ਜਦੋਂ ਪੁੱਛਣਾ ਤਾਂ ਆਹ ਨੰਬਰ ਦੇ ਕੇ ਪੁੱਛਣਾ। ਆਈ ਡੋਨਟ ਨੋ ਬਟ ਹੈਪਨ ਮੈਨੂੰ ਸਮਝ ਨਹੀਂ ਆਇਆ ਕੁਛ। ਤੁਸੀਂ ਫਾਈਲ ਕਿਹਦੇ ਲਈ ਕੀਤਾ ਸੀਗਾ? ਭੈਣ ਭਾਈ ਲਈ ਕੀਤਾ ਸੀਗਾ? ਭੈਣ ਭਰਾ ਲਈ। ਕਿਹੜੇ ਸਾਲ ਕੀਤਾ ਸੀਗਾ? 2007। ਨਹੀਂ ਉਹ ਤੁਹਾਡਾ ਤਾਂ ਜੇ 2005 ਵਾਲੇ ਕਰ ਰਹੇ, ਤੁਹਾਨੂੰ ਅਜੇ ਵੇਟ ਕਰਨੀ ਪੈਣੀ ਹੈ। ਨਹੀਂ ਪਰ ਉਹਨੇ ਨੰਬਰ ਤਾਂ ਪਹਿਲਾਂ ਦਿੱਤੇ ਹੋਏ ਸੀ ਨਾ NBC ਵਾਲੇ ਜਿਹੜੇ ਨੰਬਰ ਹੁੰਦੇ। ਕਾਲ ਕਰ ਸਕਦੇ ਹੋ, ਪਰ ਤੁਹਾਡਾ ਜਦ ਤੱਕ ਪਹਿਲੇ ਵਾਲੇ ਤੁਹਾਡੀ ਲਾਈਨ ਵਾਲੇ ਜਿਹੜੇ ਉਹ ਨਹੀਂ ਕਲੀਅਰ ਹੁੰਦੇ, ਤੇ ਫਿਰ ਤਦ ਤੱਕ ਤੁਹਾਡਾ ਨੰਬਰ ਨਹੀਂ ਲੱਗਣਾ। ਜੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ, ਰਿਕੁਐਸਟ ਪਾ ਕੇ ਪੁੱਛ ਸਕਦੇ ਹੋ ਕਿ ਕੇਸ ਸਹੀ ਸਲਾਮਤ ਹੈ, ਪੈਂਡਿੰਗ ਹੈ। ਅਤੇ ਜਿਹੜਾ NVC ਵਾਲਿਆਂ ਨੂੰ ਵੀ ਤੁਸੀਂ ਇਨਕੁਆਇਰੀ ਕਰ ਸਕਦੇ ਹੋ, ਜਿਹੜੇ ਕੌਂਸਲੇਟ ਹੈ ਉਹਨਾਂ ਨੂੰ ਵੀ ਇਨਕੁਆਇਰੀ ਕਰ ਸਕਦੇ ਹੋ। ਦੋਨਾਂ ਨੂੰ ਤੁਸੀਂ NVC ਅਤੇ ਕੌਂਸਲੇਟ ਦੋਨਾਂ ਨੂੰ ਇਨਕੁਆਇਰੀ ਪਾ ਦਿਓ ਆਪਣੀ, ਤਾਂ ਕਿ ਕੋਈ ਤੁਸੀਂ ਨੋਟਿਸ ਨਾ ਮਿਸ ਕੀਤਾ ਹੋਵੇ, ਅਤੇ ਜੇ ਕੁਛ ਪ੍ਰੋਬਲਮ ਹੈ ਕੇਸ 'ਚੋਂ ਤੁਹਾਨੂੰ ਦੱਸ ਦੋਗੇ, ਅਦਰਵਾਈਜ਼ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਜੀ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸਨੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ।
ਬਾਈ ਜੀ ਮੈਂ ਨਾ 2015 ਚ ਮੇਰਾ ਵਿਆਹ ਹੋਇਆ ਸੀ। ਮੇਰੀ ਵਾਈਫ ਸੀਗੀ ਜਿਹੜੀ ਆਈ ਆਪਣੇ ਫਿਆਂਸੇ ਵੀਜ਼ਾ ਤੇ ਇਨਲਾਸ ਦਾ ਜਦੋਂ ਅਸੀਂ ਅਪਲਾਈ ਕੀਤਾ ਸੀਗਾ ਉਹਦੇ ਪੇਰੈਂਟਸ ਦਾ ਲੱਗ ਗਿਆ ਸੀ, ਬ੍ਰਦਰ ਦਾ ਉਹਨਾਂ ਨੇ ਲਾਇਆ ਨਹੀਂ ਵੀ ਯੰਗ ਆ। ਸੋ ਹੁਣ ਮੈਂ ਬਾਈ ਜੀ ਪੁੱਛਣਾ ਸੀਗਾ ਵੀ ਉਹਨਾਂ ਦੀ ਗ੍ਰੈਜੂਏਸ਼ਨ ਜਿਵੇਂ ਡੈਂਟਿਸਟ ਦੀ ਗ੍ਰੈਜੂਏਸ਼ਨ ਸੀਗੀ ਹੈ ਨਾ, ਗ੍ਰੈਜੂਏਸ਼ਨ ਪਾਰਟੀ ਤੇ ਜੇ ਆਪਾਂ ਐਜ਼ ਏ ਟੂਰਿਸਟ ਵੀਜ਼ਾ ਲਾਉਂਦੇ ਆ ਤਾਂ ਚਾਂਸਿਸ ਕਿੰਨੇ ਆ? ਕਿਉਂਕਿ ਇੱਕ ਰਿਜੈਕਸ਼ਨ ਲੱਗ ਗਈ ਪਰ ਉਹ ਆਪਦੀ ਵੱਡੀ ਸਿਸਟਰ ਨੂੰ ਮਿਲ ਕੇ ਆਇਆ ਵਾ ਆਸਟ੍ਰੇਲੀਆ ਜਾ ਕੇ, ਪੂਰਾ ਜਿਵੇਂ ਟਾਈਮ ਤੇ ਆਪਦਾ ਵਾਪਸ ਮੁੜਿਆ ਆਇਆ ਸੀਗਾ। ਜੀ ਬਿਲਕੁਲ ਭਾਜੀ, ਗ੍ਰੈਜੂਏਸ਼ਨ ਕਾਫੀ ਇੰਪੋਰਟੈਂਟ ਇਵੈਂਟ ਮੰਨਿਆ ਜਾਂਦਾ ਹੈ। ਇਨਫੈਕਟ ਮੇਰੇ ਖੁਦ ਦੇ ਘਰ ਦੇ ਵੀ ਜਦੋਂ ਪਹਿਲੀ ਵਾਰੀ ਆਏ ਸੀਗੇ ਉਹ ਗ੍ਰੈਜੂਏਸ਼ਨ 'ਤੇ ਹੀ ਉਹਨਾਂ ਦਾ ਵੀਜ਼ਾ ਲੱਗਿਆ ਸੀਗਾ, ਸਾਰਿਆਂ ਦਾ, ਮੇਰੀ ਸਿਸਟਰ ਦਾ, ਮੇਰੇ ਘਰਦਿਆਂ ਦਾ। ਸੋ ਗ੍ਰੈਜੂਏਸ਼ਨ ਹੋ ਗਈ, ਫੈਮਿਲੀ ਮੈਂਬਰ ਦਾ ਬਰਥ ਹੋ ਗਿਆ, ਗ੍ਰੈਂਡ ਚਾਈਲਡ ਦਾ ਬਰਥ ਹੋ ਗਿਆ, ਇਹ ਕਾਫੀ ਇੰਪੋਰਟੈਂਟ ਇਵੈਂਟ ਮੰਨੇ ਜਾਂਦੇ ਨੇ। ਪਰ ਗਰੰਟੀ ਕੋਈ ਨਹੀਂ ਹੁੰਦੀ, ਤੁਸੀਂ ਆਪਣਾ ਉਹਨਾਂ ਨੂੰ ਪੱਖ ਦੱਸ ਸਕਦੇ ਹੋ ਕਿ ਆਪਾਂ ਜਾਣਾ ਹੈ ਨਾ, ਕਾਫੀ ਵੱਡੀ ਕੰਪਲਿਸ਼ਮੈਂਟ ਹੈ, ਟਰਾਈ ਕਰ ਸਕਦੇ ਹੋ। ਚਾਂਸਿਸ ਤਾਂ ਹੁੰਦੇ ਆ ਨਾ ਬਾਈ ਜੀ, ਮੈਂ ਬਾਅਦ ਚ ਤੁਹਾਨੂੰ ਕਾਲ ਕਰੂੰਗਾ। ਉਸ ਤੋਂ ਬਾਅਦ ਮੈਨੂੰ ਪਹਿਲਾਂ ਇਹੀ ਸੀਗਾ ਵੀ ਮੈਂ ਪੁੱਛ ਲਵਾਂ ਚਾਂਸਿਸ ਹੈਗੇ ਆ ਕਿ ਨਹੀਂ। ਚਾਂਸਿਸ ਤਾਂ ਭਾਜੀ ਇੱਕ ਬੜਾ ਵੇਗ ਜਿਹਾ ਹੈ ਕਿ ਚਾਂਸਿਸ ਕਿੰਨੇ ਆ ਨਾ, ਮਤਲਬ ਐਟ ਐਨੀ ਗਿਵਨ ਪੁਆਇੰਟ ਹਰੇਕ ਬੰਦੇ ਦੇ 50-50 ਚਾਂਸਿਸ ਹੁੰਦੇ ਨੇ, ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ। ਸੋ ਦੋਜ਼ ਆਰ ਯੋਰ ਚਾਂਸਿਸ। ਠੀਕ ਹੈ ਬਾਈ ਜੀ, ਓਕੇ, ਥੈਂਕ ਯੂ ਭਾਜੀ। ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਸੁਰਿੰਦਰ ਕੌਰ ਜੀ। ਹਾਂਜੀ ਸੁਰਿੰਦਰ ਜੀ। ਹਾਂਜੀ ਦੀਦੀ, ਮੈਂ ਪੁੱਛਦੀ ਵਿੱਚ ਰਹਿ ਗਿਆ ਮੇਰਾ ਸਵਾਲ। ਸਾਡੀ ਕੁੜੀ ਨੇ ਭਰੀ ਉਹ ਆ ਭੈਣ ਦੇ, ਹਾਂਜੀ, ਤਾਂ 9 ਦੇ ਵਿੱਚ ਸਾਡੇ 10 ਦੇ ਵਿੱਚ ਸਾਡੇ ਪੇਪਰ ਲੱਗੇ ਆ। ਹਾਂਜੀ, ਅਸੀਂ ਆ ਗਏ ਸੀ 12 ਚ ਅਸੀਂ ਪਹੁੰਚ ਗਏ, ਤਾਂ ਬਾਅਦ ਵਿੱਚ ਫਿਰ ਉਹ ਕੁੜੀ ਦਾ 5 ਸਾਲ ਹੋ ਗਏ ਫਿਰ ਵਿਆਹ ਕਰਕੇ ਆਏ, ਜਿਹੜੀ ਉੱਧਰ ਰਹਿ ਗਈ ਸੀ। ਤਾਂ ਹੁਣ ਉਹਦੇ ਇੱਕ ਬੱਚਾ ਆ ਤੇ ਉਹਦੇ ਉਹ ਪ੍ਰਾਹੁਣੇ ਦੇ ਪੇਪਰ ਦੀ ਨਾਲ ਕੁਛ ਲੱਗਣਾ ਚਾਹੀਦਾ, ਫੋਟੋਆਂ ਵਗੈਰਾ? ਮੈਂ ਜਵਾਬ ਆਲਰੇਡੀ ਦੇ ਚੁੱਕਾ ਹਾਂ ਕਿ ਨਹੀਂ ਲੱਗਣਾ ਅਜੇ। ਜਦੋਂ ਉਹਨਾਂ ਦੀ ਇੰਟਰਵਿਊ ਆਊਗੀ ਉਦੋਂ ਜਿਹੜਾ ਸਪਾਊਸ ਆ ਉਦੋਂ ਪ੍ਰਾਹੁਣਾ ਕੌਣ ਹੈ ਉਹ ਐਡ ਹੁੰਦਾ ਹੈ। ਹੁਣ ਇਸ ਵੇਲੇ ਨਹੀਂ ਕੁਛ ਲਾਉਣ ਦੀ ਲੋੜ। ਜੀ ਠੀਕ ਹੈ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀ ਵੀ ਵਰਕ ਪਰਮਿਟ ਜਿਹੜੇ ਲਿੰਕ ਕਰਾਉਣੇ ਕਿੰਨਾ ਚਿਰ ਪਹਿਲਾਂ ਤੇ ਕਿੰਨੀ ਫੀਸ ਹੈ ਜੀ? ਡਿਪੈਂਡ ਕਰਦਾ ਕਿਹੜੀ ਕੈਟੇਗਰੀ ਵਾਲਾ ਵਾ, ਅਤੇ ਜ਼ਿਆਦਾਤਰ ਜਿਹੜੇ ਵਰਕ ਪਰਮਿਟ ਨੇ ਉਹਨਾਂ ਦੀ ਜਿਹੜੀ ਫੀਸ ਹੈਗੀ ਆ $410 ਹੈ, ਅਤੇ ਜਿਹੜੀ ਫਿੰਗਰਪ੍ਰਿੰਟ ਫੀ ਹੈਗੀ ਆ ਉਹ ਹੈਗੀ ਹੈ $85, ਅਤੇ ਤਕਰੀਬਨ ਜਿੰਨੇ ਵਰਕ ਪਰਮਿਟ ਤੁਸੀਂ 6 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ ਹੋ। ਤੇ ਸਾਨੂੰ ਲੈਂਦਿਆਂ ਨੂੰ ਹੋ ਗਏ ਇਹ 5-6 ਸਾਲ, ਜਾਨੀ 5-6 ਮਹੀਨੇ ਆ, ਤੇ ਹੁਣ ਇਹ ਪੁੱਛਣੇ ਹੁਣ ਵੀ ਅਸੀਂ 6 ਮਹੀਨੇ ਪਹਿਲਾਂ ਕਰ ਸਕਦੇ ਹਾਂ? ਹਾਂਜੀ ਜੀ ਠੀਕ ਹੈ ਜੀ, ਥੈਂਕ ਯੂ ਭਾਜੀ। ਇੱਕ ਭਾਜੀ ਸਵਾਲ ਸੀਗਾ ਸਾਡਾ ਜਿਹੜਾ ਫੇਸਬੁੱਕ ਪੇਜ 'ਤੇ, ਮੇਰੇ ਖਿਆਲ ਆਪਣਾ ਟਰੱਕ ਡਰਾਈਵਰ ਸੀਗੇ ਅਤੇ ਉਹ ਪੁੱਛ ਰਹੇ ਸੀਗੇ ਜੇ ਉਹਨਾਂ ਨੂੰ ਜਿੱਦਾਂ ਫਾਲਸ ਲੌਗ ਬੁੱਕ ਦੀ ਟਿਕਟ ਮਿਲ ਗਈ ਸੀ ਜਿਹੜੀ CHP ਦੇ ਸਕੇਲ 'ਤੇ ਹੁੰਦਾ ਆ। ਸੋ ਉਹਨਾਂ ਦੇ ਅਸਾਈਲਮ ਕੇਸ ਹਜੇ ਪੈਂਡਿੰਗ ਆ। ਸੋ ਉਹ ਪੁੱਛ ਰਹੇ ਇਹ ਜਿਹੜਾ ਟਿਕਟ ਆ ਉਹਦੇ 'ਤੇ ਅਫੈਕਟ ਕਰ ਸਕਦੀ ਉਹਨਾਂ ਦੀ ਐਲੀਜੀਬਿਲਟੀ? ਜੇ ਤਾਂ ਉਹ ਆਪਣਾ ਮਿਸਡਮੀਨਰ ਹੈਗਾ ਫਿਰ ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ, ਜੇ ਫੈਲਨੀ ਵਗੈਰਾ ਹੈਗੀ ਹੈ, ਕੋਈ ਲੌਗ ਬੁੱਕ ਬਣਾਉਂਦੇ ਤੁਸੀਂ ਅੱਗੇ ਹੋਰ ਕੋਈ ਵੱਡੀ ਕੰਪਲੀਕੇਸ਼ਨ ਚਾਹੁੰਦੇ ਹੋ, ਫੈਲਨੀ ਦੀ ਤੁਹਾਡੀ ਪ੍ਰੋਬਲਮ ਹੈ, ਮਿਸਡਮੀਨਰਸ ਦੀ ਪ੍ਰੋਬਲਮ ਨਹੀਂ ਹੁੰਦੀ। ਜੀ ਸੋ ਇਹਦੇ ਵਿੱਚ ਖਿਆਲ ਰੱਖਣਾ ਪੈਣਾ ਆ। ਹਾਂਜੀ ਜੀ, ਬਾਕੀ ਇਹ ਹੈ ਕਿ ਆਪਣਾ ਰੈਕਰਡ ਤੁਸੀਂ ਕਲੀਨ ਰੱਖੋ ਸਾਰੇ ਜਾਣੇ। ਅਤੇ ਲੌਗ ਬੁੱਕ ਵਾਲਿਆਂ ਦਾ ਹੁਣ ਇੱਦਾਂ ਹੈ ਕਿ ਮੈਂ ਸਿੱਧੀ ਸਲਾਹ ਦਊਂਗਾ ਕਿ ਇੱਕ ਤਾਂ ਆਪਣੀ ਲਾਈਫ ਤੁਸੀਂ ਪ੍ਰੋਬਲਮ 'ਚ ਪਾ ਰਹੇ ਹੋ, ਫਿਰ ਦੂਜਿਆਂ ਦੀ ਵੀ ਪਾ ਰਹੇ ਹੋ, ਹੈ ਨਾ ਜੀ। ਠੀਕ ਹੈ, ਚਲੋ ਤੁਹਾਡੀ ਵੀ ਮਜਬੂਰੀਆਂ ਹੁੰਦੀਆਂ ਨੇ, ਪਰ ਜੇ ਬਾਏ ਚਾਂਸ ਤੁਹਾਡੇ ਇੱਦਾਂ ਦੀ ਕੋਈ ਵਾਇਲੇਸ਼ਨ ਕਰਕੇ ਫਿਰ ਤੁਸੀਂ ਉੱਤੋਂ ਐਕਸੀਡੈਂਟ ਕਰ ਦਿੰਦੇ ਹੋ, ਹੈ ਨਾ, ਉਹ ਤੁਹਾਡਾ ਬਹੁਤ ਵੱਡਾ ਰਿਸਕ ਹੋ ਜਾਂਦਾ। ਉਹ ਫਿਰ ਤੁਹਾਡਾ ਐਕਸੀਡੈਂਟ ਨਹੀਂ, ਉਹ ਫਿਰ ਤੁਹਾਡੇ 'ਤੇ ਨਾ, ਕਿਉਂਕਿ ਜੇ ਤੁਸੀਂ ਇੰਟੈਂਸ਼ਨਲੀ ਲਾਅ ਨੂੰ ਵਾਇਲੇਟ ਕਰਕੇ ਫਿਰ ਤੁਸੀਂ ਕਿਸੇ ਦੀ ਜਾਨ ਲੈਂਦੇ ਹੋ, ਹੈ ਨਾ, ਅਤੇ ਉਹ ਤੁਹਾਡਾ ਕਾਫੀ ਸੀਰੀਅਸ ਪ੍ਰੋਬਲਮ ਪੈ ਸਕਦੀ ਹੈ, ਉਹ ਤੁਹਾਡੇ ਜ਼ਰੂਰ ਕੇਸ ਨੂੰ ਖਰਾਬ ਕਰ ਸਕਦੀ ਹੈ। ਸੋ ਇਹ ਹੈ ਕਿ ਜਿੱਦਾਂ ਸਿੰਪਲ ਜਿਹੜੀਆਂ ਟ੍ਰੈਫਿਕ ਵਾਇਲੇਸ਼ਨਸ ਹੈਗੀਆਂ ਉਹਦਾ ਫਰਕ ਨਹੀਂ ਪੈਂਦਾ, ਪਰ ਇਹ ਹੈ ਕਿ ਜੇ ਕੋਈ ਇੱਦਾਂ ਦੇ ਕਰਦੇ ਹੋਏ ਲੌਗ ਬੁੱਕ ਚਲਾਉਂਦੇ ਹੋਏ ਤੁਹਾਡੀ ਕੋਈ ਵੱਡੀ ਗਲਤੀ ਤੁਸੀਂ ਕਰਦੇ ਹੋ, ਹੈ ਨਾ, ਫਿਰ ਤੁਹਾਡਾ ਉਹ ਨੈਗਲੀਜੈਂਸ ਦੇ ਥੱਲੇ ਤੁਹਾਨੂੰ ਪ੍ਰੋਸੀਕਿਊਟ ਕਰੋਗੇ, ਤੁਹਾਡਾ ਕਾਫੀ ਸੀਰੀਅਸ ਫਿਰ ਚੱਕਰ ਪੈ ਸਕਦਾ ਹੈ। ਸੋ ਇਹ ਧਿਆਨ ਰੱਖਿਓ ਜੀ। ਅਗਲੇ ਕਾਲਰ ਜੁੜੇ ਨੇ ਸੀਮਾ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਲ ਪੁੱਛਣਾ ਸੀ ਜੀ, ਮੇਰੀ ਨੂੰ ਗ੍ਰੀਨ ਕਾਰਡ ਤੇ ਆ ਤੇ ਉਹਦੇ ਪੇਰੈਂਟਸ ਇੰਗਲੈਂਡ ਆਏ ਆਪਣੀ ਵੱਡੀ ਲੜਕੀ ਕੋਲ, ਤੇ ਕੀ ਜੇ ਉਹ ਉੱਥੋਂ ਇੱਥੇ ਦਾ ਵੀਜ਼ਾ ਟਰਾਈ ਕਰਨ ਤੇ ਚਾਂਸਿਸ ਹੈ? ਹਾਂਜੀ ਟਰਾਈ ਕਰ ਸਕਦੇ ਨੇ, ਬਿਲਕੁਲ ਟਰਾਈ ਕਰ ਸਕਦੇ ਨੇ ਜੀ। ਇੱਕ ਮਿੰਟ,
ਆਵਾਜ਼ ਕੱਟ ਗਈ ਸੀ ਜੀ, ਮਤਲਬ ਲਾਈਨ ਡ੍ਰੌਪ ਹੋ ਗਈ ਅੱਛਾ ਉਹਨਾਂ ਜੀ। ਦੀ। ਹਾਂਜੀ, ਸਾਡੇ ਅੱਜ ਹੁਣ ਆਖਰੀ ਕਾਲਰ ਪ੍ਰੋਗਰਾਮ ਦੇ ਹੋ ਗਏ ਸਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਜੀ। ਭਾਜੀ ਮੈਂ ਪੁੱਛਣਾ ਸੀ ਕਿ ਮੇਰਾ ਫਰੈਂਡ ਹੈ, ਉਹ ਮਤਲਬ ਇੱਥੇ ਟੂਰਿਸਟ ਵੀਜ਼ੇ ਤੇ ਆ ਕੇ ਗੁਰਦੁਆਰੇ 'ਚ ਕੰਮ ਕਰਦਾ ਸੀ, ਉੱਥੇ ਉਹਨੂੰ ਗ੍ਰੀਨ ਕਾਰਡ ਮਿਲ ਗਿਆ ਤੇ ਹੁਣ ਤੋਂ ਬਾਹਰ ਮੈਂ ਟਰੱਕ ਚਲਾਉਂਦਾ, ਤੇ ਉਹ ਮਤਲਬ ਇੱਕ ਤਾਂ ਸਿਟੀਜ਼ਨਸ਼ਿਪ ਕਿੰਨੇ ਸਾਲਾਂ ਬਾਅਦ ਅਪਲਾਈ ਕਰ ਸਕਦਾ, ਦੂਜਾ ਆਪਣੀ ਫੈਮਿਲੀ ਉਹ ਜਦੋਂ ਸਿਟੀਜ਼ਨ ਹੋਣ ਤੋਂ ਬਾਅਦ ਇੱਥੇ ਬੁਲਾ ਸਕਦਾ ਜਾਂ ਪਹਿਲਾਂ ਬੁਲਾ ਸਕਦਾ? ਪਹਿਲਾਂ ਤਾਂ ਇਹ ਹੈ ਕਿ 5 ਸਾਲ ਦੇ ਰੂਲ ਦੇ ਥੱਲੇ ਉਹ ਸਿਟੀਜ਼ਨਸ਼ਿਪ ਫਾਈਲ ਕਰ ਸਕਦਾ ਹੈ। 4 ਸਾਲ ਤੇ 9 ਮਹੀਨੇ, 3 ਮਹੀਨੇ ਮਤਲਬ ਤੁਸੀਂ 5 ਸਾਲ ਤੋਂ ਪਹਿਲਾਂ ਫਾਈਲ ਕਰ ਸਕਦੇ ਹੋ। ਦੂਜਾ ਇਹ ਹੈ ਕਿ ਗ੍ਰੀਨ ਕਾਰਡ ਦੇ ਮਿਲੇ ਤੇ ਉਹਦੇ ਕੋਲ ਇੱਕ ਹੋਰ ਆਪਸ਼ਨ ਸੀਗੀ 824 ਪਟੀਸ਼ਨ ਉਹ ਫਾਈਲ ਕਰਕੇ ਫੈਮਿਲੀ ਨੂੰ ਉਦੋਂ ਹੀ ਬੁਲਾ ਸਕਦੇ ਸੀਗੇ ਨਾਲ, ਹੈ ਨਾ। ਇੱਕ ਆਪਸ਼ਨ ਉਹ ਆ ਜਾਂਦੀ ਹੈ, ਜੇ ਉਹ ਆਪਸ਼ਨ ਤੁਸੀਂ ਨਹੀਂ ਯੂਜ਼ ਕਰਨੀ ਤੇ ਐਜ਼ ਅ ਗ੍ਰੀਨ ਕਾਰਡ ਹੋਲਡਰ ਉਹ ਹੁਣੇ ਆਪਣੀ ਫੈਮਿਲੀ, ਤੁਸੀਂ ਕਿਹਨੂੰ ਕਹਿੰਦੇ ਹੋ, ਵਾਈਫ ਤੇ ਬੱਚਿਆਂ ਨੂੰ ਕਹਿੰਦੇ ਹੋ ਕਿ ਪੇਰੈਂਟਸ ਦੀ ਗੱਲ? ਹਾਂਜੀ, ਹਾਂਜੀ, ਨਹੀਂ ਵਾਈਫ ਤੇ ਬੱਚੇ। ਹਾਂਜੀ, ਤੇ ਐਜ਼ ਅ ਗ੍ਰੀਨ ਕਾਰਡ ਹੋਲਡਰ ਫਿਰ ਸਿੱਧੇ ਡਾਇਰੈਕਟ ਪਟੀਸ਼ਨ ਕਰ ਦੇਣਾ, ਉਹ ਹੁਣੇ ਕਰ ਸਕਦੇ ਆ, ਸਿਟੀਜ਼ਨ ਦੀ ਵੇਟ ਕਰਨ ਦੀ ਲੋੜ ਨਹੀਂ। ਓਕੇ, ਥੈਂਕ ਯੂ ਜੀ। ਓਕੇ ਜੀ। ਜੀ, ਥੈਂਕ ਯੂ ਭਾਅ ਜੀ। ਸੋ ਇੱਕ ਹੋਰ ਭਾਅ ਜੀ ਸਵਾਲ ਸੀ ਫੇਸਬੁੱਕ ਦੇ ਥਰੂ, ਮੇਰੇ ਖਿਆਲ ਤੁਸੀਂ ਮੈਂਸ਼ਨ ਵੀ ਕੀਤਾ ਹੋਊਗਾ। ਇੱਕ ਹਰਬੰਸ ਸਿੰਘ ਪੁੱਛ ਰਹੇ ਸੀ ਜੇ ਕਿਸੇ ਕੋ ਅਸਾਈਲਮ ਅਪਰੂਵ ਹੋ ਗਿਆ ਆ ਤੇ ਉਹ ਚੇਂਜ ਕਰ ਸਕਦੇ ਆ ਗ੍ਰੀਨ ਕਾਰਡ ਮੈਰਿਜ ਬੇਸ ਦੇ ਥਰੂ, ਜੇ ਕਿਸੇ ਦਾ ਅਸਾਈਲਮ? ਹਾਂਜੀ, ਤੁਸੀਂ ਮੈਰਿਜ ਬੇਸ ਐਡਜਸਟਮੈਂਟ ਕਰ ਸਕਦੇ ਹੋ, ਪਰ ਉਹਦੇ ਵੀ ਜਿੱਦਾਂ ਆਪਾਂ ਦੱਸਿਆ ਸੀਗਾ ਕਿ ਡਿਪੈਂਡ ਕਰਦਾ ਕਿ ਤੁਹਾਨੂੰ I-94 ਮਿਲਿਆ ਹੈ ਕਿ ਨਹੀਂ ਮਿਲਿਆ ਹੈ, ਦੇਖਣਾ ਪੈਣਾ ਜੀ ਕਿ ਕਿੱਦਾਂ। ਪਰ ਇਹ ਹੈ ਕਿ ਜੇ ਤੁਹਾਡਾ ਅਸਾਈਲਮ ਗਰਾਂਟਡ ਹੋਇਆ ਹੈ, ਤੁਸੀਂ ਅਸਾਈਲਮ ਦੇ ਥਰੂ ਹੀ ਗ੍ਰੀਨ ਕਾਰਡ ਲਓ, ਕਿਉਂਕਿ ਜਿਹੜਾ ਮੈਰਿਜ ਵਾਲਾ ਫਿਰ ਕੰਡੀਸ਼ਨਲ ਉਹਦੇ ਵਿੱਚ ਹੋਰ ਚੱਕਰ ਬਥੇਰੇ ਨੇ। ਤੁਸੀਂ ਸਿੱਧੇ ਆਪਣੇ ਬੇਸ 'ਤੇ ਅਸਾਈਲਮ ਵਾਲਾ ਲਓ ਤੁਹਾਡਾ, ਜੇ ਤੁਸੀਂ ਆਲਰੇਡੀ ਐਲੀਜੀਬਲ ਹੋ, ਅਤੇ ਸਿਟੀਜ਼ਨਸ਼ਿਪ ਫਾਈਲ ਕਰੋ ਆਪਣੀ ਜਦੋਂ ਤੁਹਾਡਾ ਟਾਈਮ ਲੱਗਦਾ ਜੀ। ਸੋ ਜੇ ਹੋਰ ਵੀ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਆ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਰਕੀਆਨਾ ਦੇ ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਦੇ ਆਫਿਸ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈਗਾ 4159090503, 4159090503। ਅਤੇ ਇੱਦਾਂ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਅੱਜ ਦਾ ਪ੍ਰੋਗਰਾਮ ਜਿਹੜਾ ਸੀ ਅਪਡੇਟ ਅਮਰੀਕਾ US ਇਮੀਗ੍ਰੇਸ਼ਨ 'ਤੇ। ਸੋ ਅਸੀਂ ਇੱਦਾਂ ਹੀ ਅਗਲੇ ਹਫ਼ਤੇ ਮਿਲਦੇ ਹਾਂ। ਸੋ ਮੇਰੇ ਵੱਲੋਂ ਅਤੇ ਅਟਰਨੀ ਜੇ ਟਰਕੀਆਨਾ ਨੂੰ ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।